रोमियो की किताब 8 अध्याय ओदी 1 आयत। सो हुण उन्हां लई ਜਿਹੜੇ ਮਸੀਹ ਯਿਸੂ ਵਿੱਚ ਹਨ ਸਜ਼ਾ ਦਾ ਹੁਕਮ ਨਹੀਂ ਹੈ। ਸੋ ਹੁਣ ਉਹਨਾਂ ਦੇ ਲਈ ਜਿਹੜੇ ਮਸੀਹ ਯਿਸੂ ਵਿੱਚ ਹਨ ਸਜ਼ਾ ਦਾ ਹੁਕਮ ਨਹੀਂ ਹੈ। ਪਰਮੇਸ਼ਰ ਦਾ ਦਾਸ ਪੌਲਸ ਉਸ ਸਜ਼ਾ ਦੀ ਗੱਲ ਕਰ ਰਿਹਾ ਆ ਜਿਹੜੀ ਸਜ਼ਾ ਪੂਰੀ ਦੁਨੀਆ ਭੋਗ ਰਹੀ ਆ ਤੇ ਜਿਹੜੀ ਸਜ਼ਾ ਮੇਰੇ ਤੋਂ ਸ਼ੁਰੂ ਕਿੱਥੋਂ ਹੋਈ ਆ? ਅਦਨ ਦੀ ਵਾਟਿਕਾ ਤੋਂ। ਤੇ ਅਦਨ ਦੀ ਵਾਟਿਕਾ ਤੋਂ ਉਹ ਸਜ਼ਾ ਆਰੰਭ ਹੋਇਆ ਤੇ ਅੱਜ ਤੱਕ ਉਸ ਸਜ਼ਾ ਦੇ ਵਿੱਚ ਲੋਕ ਆਪਣਾ ਜੀਵਨ ਬਤੀਤ ਕਰ ਰਹੇ ਆ। ਤੇ ਸਜ਼ਾ ਲਾਗੂ ਕਿਉਂ ਹੋਈ ਸੀ? ਜਦੋਂ ਪਰਮੇਸ਼ਵਰ ਦੇ ਹੱਥੀ ਬਣਾਏ ਹੋਏ ਮਿੱਟੀ ਦੇ ਬੁੱਤ ਦੇ ਵਿੱਚ ਪਰਮੇਸ਼ਵਰ ਨੇ ਜਾਨ ਪਾਈ ਤੇ ਪਰਮੇਸ਼ਵਰ ਨੇ ਕੁਝ ਹੁਕਮ ਉਹਨੂੰ ਲਗਾ ਦਿੱਤੇ ਔਰ ਆਦਮ ਨੇ ਉਹਨਾਂ ਹੁਕਮਾਂ ਦੀ ਉਲੰਘਣਾ ਕੀਤੀ। ਜਦੋਂ ਹੁਕਮਾਂ ਦੀ ਉਲੰਘਣਾ ਹੋਈ ਤੇ ਪਰਮੇਸ਼ਵਰ ਨੇ ਉਹਨਾਂ ਉਲੰਘਣਾ ਕੀਤੇ ਹੋਏ ਹੁਕਮਾਂ ਦੀ ਸਜ਼ਾ ਸੁਣਾਈ ਕਿ ਹੁਣ ਆਹ ਸਜ਼ਾ ਤੇਰੇ ਉੱਤੇ ਆਏਗੀ। ਆਦਮ ਤੇ ਹਵਾ ਦੇ ਉੱਤੇ ਆਦਮ ਤੇ ਹਵਾ ਦੇ ਦੁਆਰਾ ਕੀਤੇ ਪਾਪ ਦੀ ਸਜ਼ਾ ਆ ਰਹੀ ਹੈ। ਤੇ ਅਦਨ ਦੀ ਵਾਟਿਕਾ ਤੋਂ ਸ਼ੁਰੂ ਹੋਈ ਉਹ ਸਜ਼ਾ ਅੱਜ ਵੀ ਲੋਕ ਭੁਗਤ ਰਹੇ ਆ। ਅੱਜ ਵੀ ਲੋਕ ਮੇਰੇ ਜੋ ਉਸ ਸਜ਼ਾ ਦੇ ਵਿੱਚ ਹੀ ਫਸੇ ਫਿਰਦੇ ਨੇ। ਅੱਜ ਵੀ ਉਹ ਸਜ਼ਾ ਲੋਕਾਂ ਦੇ ਉੱਤੇ ਆ ਦਿਖਾਈ ਦੇ ਰਹੀ ਉਹਨਾਂ ਦੇ ਜੀਵਨ 'ਚ। ਤੇ ਪ੍ਰਭੂ ਦਾ ਦਾਸ ਪੌਲਸ ਬਿਆਨ ਕਰਦਾ ਆ ਕਿ ਜਿਹੜੇ ਮਸੀਹ ਯਿਸੂ ਵਿੱਚ ਹਨ ਉਹਨਾਂ ਦੇ ਉੱਤੇ ਉਹ ਸਜ਼ਾ ਦਾ ਹੁਕਮ ਨਹੀਂ ਆ। ਮਸੀਹ ਯਿਸੂ ਦੇ ਵਿੱਚ ਜਿਹੜੇ ਨੇ ਪ੍ਰਭੂ ਯਿਸੂ ਮਸੀਹ ਦੇ ਜਿਹੜੇ ਵਿੱਚ ਆ ਉਹਨਾਂ ਉੱਤੇ ਸਜ਼ਾ ਦਾ ਹੁਕਮ ਨਹੀਂ। ਭਾਵ ਜਿਹੜੇ ਵਚਨ ਦੇ ਵਿੱਚ ਆ, ਜਿਹੜੇ ਵਚਨ ਦੇ ਅਨੁਸਾਰ ਜੀਵਨ ਬਤੀਤ ਕਰ ਰਹੇ ਆ, ਜਿਹੜੇ ਵਚਨ ਨੂੰ ਲੈ ਕੇ ਚੱਲ ਰਹੇ ਆ, ਪ੍ਰਭੂ ਦਾਸ ਪੌਲਸ ਬਿਆਨ ਕਰਦਾ ਕਿ ਉਹਨਾਂ ਦੇ ਉੱਤੇ ਕੋਈ ਵੀ ਸਜ਼ਾ ਦਾ ਹੁਕਮ ਨਹੀਂ ਆ। ਅੱਜ ਜਿੰਨੀ ਸਜ਼ਾ ਇਨਸਾਨ ਆਪਣੇ ਸਰੀਰ ਦੇ ਵਿੱਚ ਆਪਣੀ ਰੂਹ 'ਚ ਭੋਗ ਰਿਹਾ ਆ ਉਹ ਉਹਦੀ ਮੇਰੇ ਜੋ ਆਪਣੀ ਕਰਨੀ ਉਹਦਾ ਪਾਪ ਆ ਕਿ ਜਿਹੜਾ ਆਦਮ ਤੋਂ ਚੱਲਿਆ ਆ ਰਿਹਾ ਆ। ਉਹ ਪਾਪ ਅਜੇ ਵੀ ਮੇਰੇ ਜੋ ਇਨਸਾਨ ਆਪਣੇ ਵਿੱਚ ਲਈ ਫਿਰਦਾ ਆ। ਤੇ ਜਿੰਨਾ ਚਿਰ ਇਨਸਾਨ ਦੇ ਅੰਦਰ ਪਾਪ ਆ ਉਹ ਪਾਪ ਜਿਹੜਾ ਅਦਨ ਦੀ ਵਾਟਿਕਾ ਦੇ ਵਿੱਚ ਹੋਇਆ ਤੇ ਅਦਨ ਦੀ ਵਾਟਿਕਾ ਚੋਂ ਬਾਹਰ ਕੱਢੇ ਗਏ ਆਦਮ ਨੇ ਆਪਣੇ ਨਾਲ ਹੀ ਉਸ ਪਾਪ ਨੂੰ ਰੱਖਿਆ ਤੇ ਉਹ ਪਾਪ ਪੁਸ਼ਤ ਵਾਈ ਪੁਸ਼ਤ ਉਹ ਮੇਰੇ ਜੋ ਸਾਡੇ ਤੱਕ ਆਇਆ। ਤੇ ਸਾਨੂੰ ਬਚਾਉਣ ਦੇ ਲਈ ਪਰਮੇਸ਼ਰ ਨੇ ਆਪਣੇ ਪੁੱਤਰ ਯਿਸੂ ਨੂੰ ਇਸ ਧਰਤੀ ਤੇ ਭੇਜਿਆ ਤਾਂ ਕਿ ਜਿਹੜੇ ਉਹਦੇ ਤੇ ਵਿਸ਼ਵਾਸ ਕਰਦੇ ਆ ਉਹ ਸਾਰੀ ਉਸ ਸਜ਼ਾ ਤੋਂ ਬਚਾਏ ਜਾਣ। ਅੱਜ ਜ਼ਿੰਦਗੀ 'ਚ ਜਿਹੜੀ ਵੀ ਸਜ਼ਾ ਭੋਗ ਰਹੇ ਆ, ਜਿੰਨਾ ਵੀ ਕਸ਼ਟ ਦੁੱਖ ਭੋਗ ਰਹੇ ਆ ਉਹ ਪਾਪ ਦਾ ਕਾਰਨ ਆ। ਪਰ ਪ੍ਰਭੂ ਦਾਸ ਪੌਲਸ ਬਿਆਨ ਕਰਦਾ ਆ ਕਿ ਜਿੰਨੇ ਮਸੀਹ ਯਿਸੂ ਵਿੱਚ ਹਨ ਤੇ ਮੈਂ ਪਹਿਲਾਂ ਵੀ ਬਹੁਤ ਵਾਰੀ ਦੱਸ ਚੁੱਕਾ ਕਿ ਮਸੀਹ ਯਿਸੂ ਵਿੱਚ ਦਾ ਮਤਲਬ ਜਿੰਨੇ ਪਰਮੇਸ਼ਰ ਦੇ ਪਵਿੱਤਰ ਵਚਨ ਦੇ ਵਿੱਚ, ਜਿੰਨੇ ਪ੍ਰਭੂ ਦੇ ਕਲਾਮ ਦੇ ਵਿੱਚ, ਜਿੰਨੇ ਪਰਮੇਸ਼ਰ ਦੇ ਵਚਨ ਦੇ ਵਿੱਚ ਰਹਿੰਦੇ ਆ, ਜੀਵਨ ਬਤੀਤ ਕਰਦੇ ਆ, ਉਹਨਾਂ ਦੇ ਉੱਤੇ ਇਹ ਸਜ਼ਾ ਦਾ ਹੁਕਮ ਨਹੀਂ ਆ। ਤੇ ਸ਼ੈਤਾਨ ਇਨਸਾਨ ਦੇ ਮਨ ਨੂੰ ਬਦਲਦਾ ਔਰ ਸ਼ੈਤਾਨ ਇਨਸਾਨ ਨੂੰ ਆਪਣੇ ਪਿੱਛੇ ਲਗਾਉਂਦਾ ਤਾਂ ਕਿ ਉਹ ਜਿਹੜੀ ਸਜ਼ਾ ਤੋਂ ਮੁਕਤੀ ਪ੍ਰਭੂ ਯਿਸੂ ਮਸੀਹ ਦੇ ਦੁਆਰਾ ਧਰਤੀ ਤੇ ਆਈ ਆ ਇਨਸਾਨ ਉਸ ਮੁਕਤੀ 'ਚ ਪ੍ਰਵੇਸ਼ ਨਾ ਕਰ ਸਕੇ। ਸ਼ੈਤਾਨ ਮਨਾਂ ਨੂੰ ਕਠੋਰ ਕਰਦਾ, ਦਿਲਾਂ ਨੂੰ ਕਠੋਰ ਕਰਦਾ ਤੇ ਫਿਰ ਇਨਸਾਨ ਨੂੰ ਪਾਪ ਵੱਲ ਲੈ ਕੇ ਚਲਾ ਜਾਂਦਾ ਤੇ ਪਾਪ ਦੇ ਉੱਤੇ ਸਜ਼ਾ ਲਾਗੂ ਹੁੰਦੀ ਹੀ ਹੁੰਦੀ ਆ। ਕੋਈ ਵੀ ਇਨਸਾਨ ਮੇਰੇ ਜੋ ਪਾਪ ਕਰਕੇ ਸਜ਼ਾ ਤੋਂ ਮੁਕਤ ਨਹੀਂ ਹੋ ਸਕਦਾ। ਜਿਹਨੇ ਪਾਪ ਕੀਤਾ ਹੈ ਉਹਨੂੰ ਸਜ਼ਾ ਮਿਲਣੀ ਹੀ ਮਿਲਣੀ ਆ। ਕਿੱਦਾਂ ਦਾ ਪਾਪ? ਜੀਵਨ ਦੇ ਵਿੱਚ ਪਾਪ ਆ, ਦੇਖਣ ਦੇ ਦੁਆਰਾ ਪਾਪ ਆ, ਕਰਨੇ ਦੇ ਦੁਆਰਾ ਪਾਪ ਆ। ਤੇ ਜਿੰਨਾ ਪਾਪ ਕਰੀ ਜਾਣਾ, ਖਿਆਲਾਂ ਦੇ ਦੁਆਰਾ ਪਾਪ ਆ, ਜਿੰਨਾ ਖਿਆਲਾਂ 'ਚ ਪਾਪ ਰੱਖਣਾ ਓਡੀ ਹੀ ਸਜ਼ਾ ਮੇਰੇ ਜੋ ਸਖਤ ਹੁੰਦੀ ਜਾਂਦੀ ਆ, ਓਡਾ ਹੀ ਦੁੱਖ ਡਾਢਾ ਹੁੰਦਾ ਜਾਂਦਾ ਆ। ਤੇ ਪਰਮੇਸ਼ਰ ਨੇ ਇਨਸਾਨ ਨੂੰ ਦੁੱਖ ਤੇ ਗੁਲਾਮੀ ਦੇ ਵਿੱਚ ਤੜਫਦਿਆਂ ਦੇਖ ਇਨਸਾਨ ਪਾਪ ਤੋਂ ਮੁਕਤ ਹੋਵੇ ਤੇ ਸ਼ਰਾਪ ਤੋਂ ਛੁਡਾਇਆ ਜਾਵੇ, ਦੁੱਖਾਂ ਤੋਂ ਛੁਡਾਇਆ ਜਾਵੇ, ਇਹਨਾਂ ਤੰਗੀਆਂ ਤੋਂ ਛੁਡਾਇਆ ਜਾ ਸਕੇ, ਇਹ ਗੁਲਾਮੀ ਦੇ ਬੰਧਨਾਂ ਤੋਂ ਮੇਰੇ ਜੋ ਆਜ਼ਾਦ ਕੀਤਾ ਜਾ ਸਕੇ। ਪਰਮੇਸ਼ਰ ਨੇ ਆਪਣੇ ਪੁੱਤਰ ਦੇ ਦੁਆਰਾ ਇਹ ਸਾਰੀ ਸਜ਼ਾ ਮਾਫ ਕੀਤੀ। ਪਰ ਉਹਦੀ ਜਿਹੜਾ ਵਿਸ਼ਵਾਸ ਕਰਦਾ ਆ, ਉਹਦੀ ਜਿਹੜਾ ਯਿਸੂ ਦੇ ਵਿੱਚ ਆ ਜਾਂਦਾ, ਕਿਉਂਕਿ ਪਰਮੇਸ਼ਰ ਦਾ ਪਵਿੱਤਰ ਵਚਨ ਬਿਆਨ ਕਰਦਾ ਆ ਜਦੋਂ ਅਸੀਂ ਪਹਿਲਾ ਯਹੋਨਾ 5 ਅਧਿਆਏ ਉਹਦੀ 11 ਆਇਤ ਨੂੰ ਪੜ੍ਹਦੇ ਆ, ਕਿਉਂ ਜੋ ਜਿੰਨੇ ਮਸੀਹ ਯਿਸੂ ਵਿੱਚ ਹਨ ਉਹਨਾਂ ਦੇ ਉੱਤੇ ਸਜ਼ਾ ਦਾ ਹੁਕਮ ਨਹੀਂ ਹੈ। ਪੜੋ ਪਹਿਲਾ ਯਹੋਨਾ 5 ਉਹਦੀ 11 ਆਇਤ।
ਉਹ ਸਾਖੀ ਇਹ ਹੈ ਭਾਈ, ਪਰਮੇਸ਼ਵਰ ਨੇ ਸਾਨੂੰ ਸਦੀਪਕ ਜੀਵਨ ਦਿੱਤਾ। ਪਰਮੇਸ਼ਵਰ ਨੇ ਤਾਂ ਸਾਨੂੰ ਸਦੀਪਕ ਜੀਵਨ ਦਿੱਤਾ। ਇਹ ਜੀਵਨ ਉਹਦੇ ਪੁੱਤਰ ਵਿੱਚ ਹੈ। ਇਹ ਜੀਵਨ ਉਹਦੇ ਪੁੱਤਰ ਵਿੱਚ ਹੈ। ਜਿਹੜਾ ਜੀਵਨ ਤੁਸੀਂ ਅਸੀਂ ਲੋਚਦੇ ਆ, ਜਿੱਦਾਂ ਦਾ ਜੀਵਨ ਅਸੀਂ ਸੋਚਦੇ ਆ, ਜਿੱਦਾਂ ਦੇ ਜੀਵਨ 'ਚ ਅਸੀਂ ਪ੍ਰਵੇਸ਼ ਕਰਨਾ ਚਾਹੁੰਦੇ ਆ, ਉਸ ਤੋਂ ਵੀ ਵਧੀਆ ਜੀਵਨ ਪਰਮੇਸ਼ਵਰ ਨੇ ਸਿਰਫ ਇੱਥੇ ਦੇ ਜੀਵਨ ਦੀ ਸੋਚਦੇ ਆ ਕਿ ਅਸੀਂ ਇੱਥੇ ਕੁਝ ਪਲ, ਕੁਝ ਦਿਨ, ਕੁਝ ਮਹੀਨੇ, ਕੁਝ ਸਾਲ ਕੱਟਣੇ ਆ ਤੇ ਉਹ ਸੁੱਖ ਦੇ ਕੱਟ ਹੋ ਜਾਣ। ਇੱਥੇ ਅਸੀਂ ਸੋਚਦੇ ਆ ਕਿ ਸਾਡਾ ਬਸ ਆਹ ਜੀਵਨ ਵਧੀਆ ਹੋ ਜਾਏ, ਪਰ ਪਰਮੇਸ਼ਵਰ ਨੇ ਸਾਨੂੰ ਕੇਵਲ ਇੱਥੇ ਦੇ ਜੀਵਨ ਦੀ ਗੱਲ ਨਹੀਂ ਕੀਤੀ। ਪਰਮੇਸ਼ਵਰ ਦਾ ਦਾਸ ਯੋਹੰਨਾ ਇਸ ਗੱਲ ਨੂੰ ਬਿਆਨ ਕਰਦਾ ਹੈ ਕਿ ਸਾਖੀ ਉਹ ਹੈ ਭਾਈ, ਪਰਮੇਸ਼ਵਰ ਨੇ ਸਾਨੂੰ ਸਦੀਪਕ ਜੀਵਨ ਦਿੱਤਾ ਹੈ, ਜਿਸ ਜੀਵਨ 'ਚ ਕੋਈ ਘਾਟ, ਕੋਈ ਥੋੜ ਨਹੀਂ ਆ। ਪਰ ਇਹ ਜੀਵਨ ਦਿੱਤਾ ਕਿਹਦੇ ਥਰੂ ਆ? ਪਰਮੇਸ਼ਵਰ ਨੇ। ਲਿਖਿਆ ਇਹ ਸਦੀਪਕ ਜੀਵਨ ਉਹਦੇ ਪੁੱਤਰ ਦੇ ਨਾਮ ਵਿੱਚ ਹੈ। ਪਰਮੇਸ਼ਵਰ ਨੇ ਆਪਣੇ ਪੁੱਤਰ ਯਿਸੂ ਦੇ ਨਾਮ 'ਚ ਸਾਡੇ ਲਈ ਜੀਵਨ ਭੇਜਿਆ। ਇਸੇ ਲਈ ਯੋਹੰਨਾ ਦੀ ਅੰਜੀਲ 3 ਅਧਿਆਇ ਉਹਦੀ 16 ਆਇਤ ਵਿੱਚ ਬਿਆਨ ਕੀਤਾ ਹੈ, ਲਿਖਿਆ ਗਿਆ ਕਿ ਪਰਮੇਸ਼ਵਰ ਨੇ ਜਗਤ ਨਾਲ ਅਜਿਹਾ ਪਿਆਰ ਕੀਤਾ ਕਿ ਉਸਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ। ਹਰੇਕ ਜਿਹੜਾ ਉਹਦੇ ਉੱਤੇ ਵਿਸ਼ਵਾਸ ਕਰੇਗਾ ਨਾਸ਼ ਨਹੀਂ ਹੋਵੇਗਾ, ਬਲਕਿ ਸਦਾ ਦਾ ਜੀਵਨ ਪਾਵੇਗਾ। ਨਾਸ਼ ਹੋਣ ਵਾਲੀਆਂ ਜ਼ਿੰਦਗੀਆਂ ਲਈ, ਤੜਫ ਰਹੀਆਂ ਜ਼ਿੰਦਗੀਆਂ ਦੇ ਲਈ ਪਰਮੇਸ਼ਵਰ ਨੇ ਆਪਣਾ ਇਕਲੌਤਾ ਪੁੱਤਰ ਭੇਜਿਆ। ਗੁਲਾਮੀ ਦੇ ਵਿੱਚ ਜੀਵਨ ਬਤੀਤ ਕਰ ਰਹੇ ਲੋਕਾਂ ਦੇ ਲਈ ਪਰਮੇਸ਼ਵਰ ਨੇ ਆਪਣਾ ਇਕਲੌਤਾ ਪੁੱਤਰ ਭੇਜਿਆ। ਮੇਰੇ ਜੋ ਦੁੱਖਾਂ ਤੇ ਕਸ਼ਟਾਂ ਵਿੱਚ ਜੀਵਨ ਬਤੀਤ ਕਰ ਰਹੇ ਲੋਕਾਂ ਦੇ ਲਈ ਪਰਮੇਸ਼ਵਰ ਨੇ ਆਪਣਾ ਇਕਲੌਤਾ ਪੁੱਤਰ ਭੇਜਿਆ, ਜਿਹਦੇ ਦੁਆਰਾ ਆਜ਼ਾਦੀ ਆ, ਜਿਹਦੇ ਦੁਆਰਾ ਛੁਟਕਾਰਾ ਆ। ਬਾਈਬਲ ਦੋ ਜ਼ਿੰਦਗੀਆਂ ਦਾ ਜ਼ਿਕਰ ਕਰਦੀ ਆ। ਇੱਕ ਮੇਰੇ ਜੋ ਦੋ ਜ਼ਿੰਦਗੀਆਂ ਭਾਵ ਇੱਕ ਪੁਰਾਣੀ ਇਨਸਾਨੀਅਤ, ਇੱਕ ਨਵੀਂ ਇਨਸਾਨੀਅਤ। ਪੁਰਾਣੀ ਇਨਸਾਨੀਅਤ ਪਾਪ ਵਾਲੀ ਇਨਸਾਨੀਅਤ ਆ, ਪੁਰਾਣੀ ਇਨਸਾਨੀਅਤ ਬਦੀਆਂ ਵਾਲੀ ਇਨਸਾਨੀਅਤ ਆ, ਤੇ ਨਵੀਂ ਇਨਸਾਨੀਅਤ ਜਿਹੜੀ ਆ ਮੇਰੇ ਜੋ ਉਹ ਆਤਮਿਕ ਜ਼ਿੰਦਗੀ ਆ, ਉਹ ਪਰਮੇਸ਼ਰ ਨਾਲ ਜੁੜੇ ਰਹਿਣ ਵਾਲੀ ਜ਼ਿੰਦਗੀ ਆ, ਵਚਨਾਂ ਉੱਤੇ ਚੱਲਣ ਵਾਲੀ ਜ਼ਿੰਦਗੀ ਆ। ਦੋ ਜ਼ਿੰਦਗੀਆਂ ਦਾ ਜ਼ਿਕਰ ਕੀਤਾ ਗਿਆ ਆ, ਇੱਕ ਪੁਰਾਣੀ ਇਨਸਾਨੀਅਤ ਵਾਲੀ ਜ਼ਿੰਦਗੀ ਤੇ ਇੱਕ ਨਵੀਂ ਇਨਸਾਨੀਅਤ ਵਾਲੀ ਜ਼ਿੰਦਗੀ। ਤੇ ਮੇਰੇ ਜੋ ਪਰਮੇਸ਼ਵਰ ਆਪਣੀ ਕਿਰਪਾ ਨੂੰ ਕੇਵਲ ਨਵੀਂ ਇਨਸਾਨੀਅਤ ਵਾਲੀ ਜ਼ਿੰਦਗੀ ਵਾਲਿਆਂ ਦੇ ਉੱਤੇ ਪ੍ਰਗਟ ਕਰਦਾ ਆ। ਇਸੇ ਲਈ ਪਰਮੇਸ਼ਰ ਦਾ ਦਾਸ ਪੌਲਸ ਬਿਆਨ ਕਰਦਾ ਕਿ ਆਪਣੀ ਪੁਰਾਣੀ ਇਨਸਾਨੀਅਤ ਲਾ ਦਿਓ। ਪੁਰਾਣੀ ਆਦਮ ਵਾਲੀ ਇਨਸਾਨੀਅਤ ਜਿਹੜੀ ਪਾਪ ਕਰਨ ਤੋਂ ਬਾਅਦ ਉਹਦੇ ਅੰਦਰ ਆਈ ਹੈ, ਜਿਹੜੀ ਗੁਨਾਹ ਕਰਨ ਤੋਂ ਬਾਅਦ ਉਹਦੇ ਅੰਦਰ ਆਈ ਹੈ, ਜਿਹੜਾ ਸੁਭਾਅ ਉਹਨੇ ਪਾਇਆ, ਉਹ ਸੁਭਾਅ ਕਿਹੜਾ ਸੀ? ਪਰਮੇਸ਼ਵਰ ਦੀਆਂ ਗੱਲਾਂ ਨੂੰ ਛੱਡ ਕੇ ਆਪਣੀ ਪਤਨੀ ਦੀਆਂ ਗੱਲਾਂ ਦੇ ਮਗਰ ਚੱਲਣਾ, ਪਰਮੇਸ਼ਵਰ ਦੀਆਂ ਗੱਲਾਂ ਨੂੰ ਛੱਡ ਕੇ ਕਿਸੇ ਹੋਰ ਦੀਆਂ ਗੱਲਾਂ ਦੇ ਪਿੱਛੇ ਚੱਲਣਾ, ਪਰਮੇਸ਼ਵਰ ਦੇ ਵਚਨਾਂ ਨੂੰ ਛੱਡ ਕੇ ਦੁਨੀਆ ਦੀ ਗੱਲਾਂ ਪਿੱਛੇ ਚੱਲਣਾ, ਦੁਨੀਆ ਦੀਆਂ ਰੀਤਾਂ ਦੇ ਪਿੱਛੇ ਚੱਲਣਾ। ਆਦਮ ਨੇ ਪਰਮੇਸ਼ਵਰ ਦੀ ਗੱਲ ਛੱਡੀ। ਜਦ ਤੱਕ ਆਦਮ ਪਰਮੇਸ਼ਵਰ ਦੀ ਵਚਨਾਂ ਦੇ ਵਿੱਚ ਸੀ ਤੇ ਮੇਰੇ ਜੋ ਆਦਮ ਦੀ ਇਨਸਾਨੀਅਤ ਪਰਮੇਸ਼ਵਰ ਦੇ ਮਨ ਭਾਉਂਦੀ ਸੀ, ਉਹਦਾ ਜੀਵਨ ਪਰਮੇਸ਼ਵਰ ਦੇ ਮਨ ਭਾਉਂਦਾ ਸੀ। ਪਰ ਜਦੋਂ ਉਹਨੇ ਪਰਮੇਸ਼ਵਰ ਦਾ ਹੁਕਮ ਛੱਡਿਆ, ਮੇਰੇ ਜੋ ਸ਼ੈਤਾਨ ਦੀਆਂ ਗੱਲਾਂ ਨੂੰ ਆਪਣੇ ਜ਼ਿੰਦਗੀ 'ਚ ਲਿਆ ਤੇ ਫੋਲੋ ਕੀਤਾ, ਸ਼ੈਤਾਨ ਦੀਆਂ ਗੱਲਾਂ ਦੇ ਪਿੱਛੇ ਚੱਲਿਆ, ਤਾਂ ਮੇਰੇ ਜੋ ਪਹਿਲੀ ਇਨਸਾਨੀਅਤ ਖਤਮ ਹੋ ਗਈ। ਇੱਕ ਨਵੀਂ ਇਨਸਾਨੀਅਤ ਨੇ ਆਦਮ ਦੇ ਜੀਵਨ 'ਚ ਪ੍ਰਵੇਸ਼ ਕੀਤਾ, ਤੇ ਜਿਹੜੀ ਇਨਸਾਨੀਅਤ ਆਦਮ ਨੇ ਆਪਣੀ ਪਤਨੀ ਦੇ ਪਿੱਛੇ ਲੱਗ ਕੇ ਅਪਣਾਈ, ਉਹ ਇਨਸਾਨੀਅਤ ਪਰਮੇਸ਼ਵਰ ਨੂੰ ਚੰਗੀ ਨਹੀਂ ਲੱਗੀ। ਤੇ ਉਹੀ ਇਨਸਾਨੀਅਤ ਨੂੰ ਲੈ ਕੇ ਆਦਮ ਅਦਨ ਦੀ ਵਾਟਿਕਾ 'ਚੋਂ ਬਾਹਰ ਆਇਆ, ਤੇ ਉਸੇ ਇਨਸਾਨੀਅਤ ਦੇ ਨਾਲ ਉਹਨੇ ਜ਼ਿੰਦਗੀ ਬਤੀਤ ਕੀਤੀ। ਤੇ ਜਦੋਂ ਆਦਮ ਦੇ ਘਰ ਔਲਾਦ ਪੈਦਾ ਹੋਈ, ਉਹੀ ਸੁਭਾਅ, ਉਹੀ ਇਨਸਾਨੀਅਤ ਉਹਦੀ ਔਲਾਦ ਦੇ ਵਿੱਚ ਸੀ। ਕਾਇਨ ਦੇ ਵਿੱਚ ਗੁੱਸਾ, ਕ੍ਰੋਧ, ਕਾਇਨ ਦੇ ਵਿੱਚ ਮੇਰੇ ਜੋ ਮਨ ਦੇ ਵਿੱਚ ਬਦੀ ਸੀ, ਜਿਹਦੇ ਕਰਕੇ ਮੇਰੇ ਜੋ ਉਹਨੇ ਆਪਣੇ ਚੰਗੇ ਭਰਾ ਨੂੰ ਵੀ ਖਤਮ ਕਰਤਾ ਤੇ ਆਪ ਵੀ ਪ੍ਰਭੂ ਦਾ ਕ੍ਰੋਧ ਲੈ ਲਿਆ। ਮੇਰੇ ਜੋ ਅਗਾਂਹ ਪੁਸ਼ਤ ਬਾਈ ਪੁਸ਼ਤ ਪੁਰਾਣੀ ਇਨਸਾਨੀਅਤ, ਉਹ ਇਨਸਾਨੀਅਤ ਜਿਹੜੀ ਖੁਦਾ ਨੂੰ ਪਸੰਦ ਨਹੀਂ ਸੀ, ਉਹ ਸੁਭਾਅ ਜਿਹੜਾ ਪਰਮੇਸ਼ਰ ਨੂੰ ਪਸੰਦ ਨਹੀਂ ਸੀ, ਉਹ ਮਨੁੱਖਾਂ ਦੇ ਵਿੱਚ ਆ ਗਿਆ। ਮਨੁੱਖ ਗੁਲਾਮ ਕੀਤੇ ਗਏ, ਮਨੁੱਖ ਗੁਲਾਮ ਕੀਤੇ ਗਏ, ਤੇ ਉਹੀ ਗੁਲਾਮੀ ਦੇ ਵਿੱਚ ਜ਼ਿੰਦਗੀ ਬਤੀਤ ਹੋ ਰਹੀ ਆ। ਉਦੋਂ ਤੋਂ ਲੈ ਕੇ ਅੱਜ ਤੱਕ ਬਹੁਤੇ ਲੋਕ ਗੁਲਾਮੀ ਦੇ ਵਿੱਚ ਹੀ ਜ਼ਿੰਦਗੀ ਬਤੀਤ ਕਰ ਰਹੇ ਆ, ਤੇ ਜਿਹੜੇ ਅੱਜ ਵੀ ਗੁਲਾਮੀ ਦੇ ਵਿੱਚ ਆ, ਉਹਨਾਂ ਦੀ ਆਉਣ ਵਾਲੀ ਪੀੜ੍ਹੀ ਵੀ ਗੁਲਾਮੀ ਵਿੱਚ ਰਹਿ ਸਕਦੀ ਆ। ਇਸੇ ਲਈ ਪ੍ਰਭੂ ਦਾ ਦਾਸ ਪੌਲਸ ਬਿਆਨ ਕਰਦਾ ਆ, ਹੁਣ ਉਹਨਾਂ ਦੇ ਲਈ ਜਿਹੜੇ ਮਸੀਹ ਯਿਸੂ ਵਿੱਚ ਹਨ, ਸਜ਼ਾ ਦਾ ਹੁਕਮ ਉਹਨਾਂ ਤੇ ਨਹੀਂ ਆ, ਗੁਲਾਮੀ ਦੇ ਬੰਧਨ ਉਹਨਾਂ ਲਈ ਨਹੀਂ ਆ, ਦੁੱਖ ਤੇ ਕਸ਼ਟ ਦੇ ਬੰਧਨ ਉਹਨਾਂ ਲਈ ਨਹੀਂ ਆ, ਸ਼ਰਾਬ ਦੇ ਬੰਧਨ ਵੀ ਉਹਨਾਂ ਦੇ ਲਈ ਨਹੀਂ ਆ, ਜਿਹੜੇ ਮਸੀਹ ਯਿਸੂ ਵਿੱਚ ਹਨ।
क्योंकि बाइबल ਦੇ ਵਿੱਚ ਲਿਖਿਆ ਗਿਆ यूहन्ना 3:16 ਚ ਕਹਿੰਦਾ ਪਰਮੇਸ਼ਰ ਨੇ ਜਗਤ ਨਾਲ ਅਜਿਹਾ ਪਿਆਰ ਕੀਤਾ ਕਿ ਉਸਨੇ ਆਪਣਾ ਇਕਲੌਤਾ ਪੁੱਤਰ ਬਖਸ਼ ਦਿੱਤਾ ਹਰੇਕ ਜਿਹੜਾ ਉਹਦੇ ਉੱਤੇ ਵਿਸ਼ਵਾਸ ਕਰੇਗਾ ਭਾਵ ਜਿਹੜਾ ਵਚਨ ਦੇ ਉੱਤੇ ਵਿਸ਼ਵਾਸ ਕਰੇਗਾ ਜਿਹੜਾ ਹੁਕਮਾਂ ਦੇ ਉੱਤੇ ਵਿਸ਼ਵਾਸ ਕਰੇਗਾ ਉਹ ਨਾਸ਼ ਨਹੀਂ ਹੋਵੇਗਾ ਨਾਸ਼ ਕਰਨ ਵਾਲੀਆਂ ਪ੍ਰਸਥਿਤੀਆਂ ਨਾਸ਼ ਕਰਨ ਵਾਲੀ ਸ਼ੈਤਾਨੀਆਂ ਤਾਕਤਾਂ ਸਾਰੀਆਂ ਉਹ ਤੋਂ ਅੱਡ ਕਰ ਦਿੱਤੀਆਂ ਜਾਣਗੀਆਂ ਜਿਹੜਾ ਨਿਸ਼ਚਾ ਕਰੇਗਾ ਵਿਸ਼ਵਾਸ ਕਰੇਗਾ ਇਸ ਲਈ ਲਿਖਿਆ ਕਹਿੰਦਾ ਨਾਸ਼ ਨਹੀਂ ਹੋਵੇਗਾ ਹੁਣ ਜਿਹੜਾ ਵਿਸ਼ਵਾਸ ਕਰੇਗਾ ਉਹ ਨਾਸ਼ ਨਹੀਂ ਹੋਵੇਗਾ ਅੱਜ ਕਿਉਂ ਰਾਤਾਂ ਤੋਂ ਡਰਦੇ ਆ ਦਿਨ ਚੜਨ ਤੋਂ ਡਰਦੇ ਆ ਕਿਉਂ ਮੇਰੇ ਇਸ ਦੁਨੀਆ ਤੋਂ ਡਰਦੇ ਆ ਕਿਉਂ ਮੁਸ਼ਕਲਾਂ ਤੇ ਪਰੇਸ਼ਾਨੀਆਂ ਤੋਂ ਡਰਦੇ ਆ ਧਰਤੀ ਤੇ ਆਉਣ ਵਾਲੀਆਂ ਤਬਾਹੀਆਂ ਤੋਂ ਕਿਉਂ ਡਰਦੇ ਆ ਕਿਉਂਕਿ ਪਰਮੇਸ਼ਰ ਨੇ ਸਾਨੂੰ ਉਹਨਾਂ ਤਬਾਹੀਆਂ ਲਈ ਤਿਆਰ ਨਹੀਂ ਕੀਤਾ ਕਿ ਅਸੀਂ ਉਹਨਾਂ ਤਬਾਹੀਆਂ ਦੇ ਵਿੱਚ ਜਾਈਏ ਕਿ ਅਸੀਂ ਉਹਨਾਂ ਤਬਾਹੀਆਂ ਦੇ ਨਾਲ ਮੁਕਾਬਲਾ ਕਰੀਏ ਨਹੀਂ ਪਰਮੇਸ਼ਰ ਨੇ ਇਸ ਲਈ ਨਹੀਂ ਸਾਨੂੰ ਸੱਦਿਆ ਲਿਖਿਆ ਬਾਈਬਲ ਦੇ ਵਿੱਚ ਉਹ ਆਪਣਾ ਵਚਨ ਘੱਲਦਾ ਤੇ ਨਿਰੋਆ ਕਰਦਾ ਤੇ ਆਉਣ ਵਾਲੀਆਂ ਤਬਾਹੀਆਂ ਤੋਂ ਬਚਾਉਂਦਾ ਪਰਮੇਸ਼ਰ ਸਾਨੂੰ ਉਹਨਾਂ ਤਬਾਹੀਆਂ ਚੋਂ ਬਾਹਰ ਰੱਖਦਾ ਆ ਜਦੋਂ ਜਲ ਪਰ ਲੋ ਆਈ ਹੈ ਜਲ ਪਰ ਲੋ ਦੇ ਆਉਣ ਦਾ ਕਾਰਨ ਕੀ ਹੈ ਪਰਮੇਸ਼ਰ ਨੇ ਨੂਹ ਨਾਲ ਗੱਲ ਕੀਤੀ ਕਹਿੰਦਾ ਇਹਨਾਂ ਦੀ ਬੁਰਾਈ ਮੇਰੇ ਤੱਕ ਪਹੁੰਚ ਗਈ ਹੈ ਇਸ ਲਈ ਮੈਂ ਹੁਣ ਜਲ ਪਰ ਲੋ ਲਿਆਵਾਂਗਾ ਸਭ ਕੁਝ ਤੈਸ਼ ਨੈਸ਼ ਕਰ ਦਵਾਂਗਾ ਪਰ ਕਿਰਪਾ ਕਿਹਦੇ ਉੱਤੇ ਹੋਈ ਸੀ ਜਿਹੜਾ ਇਨਸਾਨ ਪਰਮੇਸ਼ਰ ਦੇ ਨਾਲ ਆਪਣਾ ਚੰਗਾ ਰਿਸ਼ਤਾ ਬਣਾ ਕੇ ਰੱਖਦਾ ਸੀ ਜਿਹੜਾ ਇਨਸਾਨ ਪਰਮੇਸ਼ਰ ਦੀਆਂ ਗੱਲਾਂ ਨੂੰ ਮੰਨਦਾ ਸੀ ਜਿਹੜਾ ਇਨਸਾਨ ਪਰਮੇਸ਼ਰ ਦਾ ਡਰ ਤੇ ਭੈ ਰੱਖਦਾ ਸੀ ਭਾਵ ਨੂਹ ਤੇ ਨੂਹ ਦੇ ਪਰਿਵਾਰ ਦੇ ਉੱਤੇ ਕਿਰਪਾ ਹੋਈ ਆ ਜਿਹੜਾ ਪਰਮੇਸ਼ਰ ਤੇ ਵਿਸ਼ਵਾਸ ਰੱਖਦਾ ਸੀ ਉਸੇ ਦੇ ਉੱਤੇ ਪਰਮੇਸ਼ਰ ਦੀ ਕਿਰਪਾ ਹੋਈ ਆ ਬਾਕੀ ਸਾਰਾ ਸੰਸਾਰ ਜਲ ਪਰਲੋ ਦੇ ਵਿੱਚ ਖਤਮ ਕਰ ਦਿੱਤਾ ਗਿਆ ਹਾਲੇਲੂਇਆ ਹੁਣ ਬਾਈਬਲ ਦੇ ਵਿੱਚ ਲਿਖਿਆ ਜਦੋਂ ਸਦੋਮ ਤੇ ਮੁਰਾਦ ਨੂੰ ਖਤਮ ਕਰਨ ਦੀ ਪਰਮੇਸ਼ਰ ਨੇ ਯੋਜਨਾ ਬਣਾਈ ਕਹਿੰਦਾ ਇਹਨਾਂ ਦੀ ਹੁਕਮ ਮੇਰੇ ਤੱਕ ਪਹੁੰਚ ਗਈ ਆ ਇਹਨਾਂ ਦੀ ਬੁਰਾਈ ਮੇਰੇ ਤੱਕ ਪਹੁੰਚ ਗਈ ਆ ਇਸ ਲਈ ਕਹਿੰਦਾ ਕਿ ਮੈਂ ਹੁਣ ਇਸ ਨਗਰ ਨੂੰ ਅੱਗ ਦੇ ਵਿੱਚ ਭਸਮ ਕਰ ਦਵਾਂਗਾ ਤੇ ਪਰਮੇਸ਼ਰ ਲੂਤ ਤੇ ਲੂਤ ਦੇ ਪਰਿਵਾਰ ਨੂੰ ਖਤਮ ਨਹੀਂ ਕਰਨਾ ਚਾਹੁੰਦਾ ਕਿਉਂਕਿ ਲੂਤ ਮੇਰੇ ਜੋ ਪਰਮੇਸ਼ਰ ਦਾ ਡਰ ਰੱਖਣ ਵਾਲਾ ਇਨਸਾਨ ਸੀ ਪਰਮੇਸ਼ਰ ਨੇ ਲੂਤ ਨੂੰ ਕਿਹਾ ਕਿ ਇਸ ਨਗਰ ਨੂੰ ਛੱਡ ਦੇ ਕਿਉਂਕਿ ਆਉਣ ਵਾਲੀ ਸਵੇਰ ਨੂੰ ਮੈਂ ਇਹਦੇ ਉੱਤੇ ਗੰਧਕ ਦੀ ਅੱਗ ਸੁੱਟਾਂਗਾ ਤੇ ਸਭ ਕੁਝ ਭਸਮ ਕਰਕੇ ਰੱਖ ਦਵਾਂਗਾ ਹਾਲੇਲੂਇਆ ਬਚਿਆ ਕੌਣ ਉੱਥੋਂ ਕੇਵਲ ਉਹ ਜਿਹੜਾ ਪਰਮੇਸ਼ਰ ਦੇ ਵਚਨ ਨੂੰ ਜਾਣਦਾ ਸੀ ਤੇ ਵਚਨ ਦੇ ਵਿੱਚ ਰਹਿੰਦਾ ਸੀ ਉਹ ਜਿਹੜੇ ਮਸੀਹ ਯਿਸੂ ਵਿੱਚ ਹਨ ਉਹਨਾਂ ਉੱਤੇ ਸਜ਼ਾ ਨਹੀਂ ਆ ਤੇ ਜੇ ਕੋਈ ਭੋਗ ਰਿਹਾ ਆ ਇਹਦਾ ਮਤਲਬ ਉਹ ਅਜੇ ਤੱਕ ਯਿਸੂ ਮਸੀਹ ਵਿੱਚ ਹੈ ਨਹੀਂ ਆ ਕਈ ਲੋਕ ਕਹਿੰਦੇ ਸਾਡੇ ਨਾਲ ਇਦਾਂ ਕਿਉਂ ਹੋ ਰਹੀ ਆ ਕਿਸੇ ਨੂੰ ਪੁੱਛਣ ਦੀ ਬਜਾਏ ਕਿਸੇ ਨੂੰ ਆਪਣਾ ਆਪ ਜਾਂਚਾਉਣ ਦੀ ਬਜਾਏ ਆਪ ਆਪਣੇ ਆਪ ਨੂੰ ਜਾਂਚੋ ਕਿ ਮੈਂ ਹੀ ਪ੍ਰਭੂ ਦੇ ਵਚਨ ਵਿੱਚ ਨਹੀਂ ਆ ਮੈਂ ਯਿਸੂ ਵਿੱਚ ਨਹੀਂ ਆ ਕਿਉਂਕਿ ਜੇ ਯਿਸੂ ਮਸੀਹ ਦਾ ਵਚਨ ਇਹ ਬਿਆਨ ਕਰਦਾ ਪਵਿੱਤਰ ਬਾਈਬਲ ਬਿਆਨ ਕਰਦੀ ਆ ਕਿ ਜਿਹੜੇ ਮਸੀਹ ਯਿਸੂ ਵਿੱਚ ਹਨ ਉਹਨਾਂ ਤੇ ਸਜ਼ਾ ਦਾ ਹੁਕਮ ਨਹੀਂ ਆ ਤੇ ਮੈਂ ਅਜੇ ਵੀ ਸਜ਼ਾ ਭੋਗ ਰਿਹਾ ਆ ਮੇਰੀ ਜ਼ਿੰਦਗੀ 'ਚ ਅਜੇ ਵੀ ਸਜ਼ਾ ਲਾਗੂ ਆ ਇਹਦਾ ਮਤਲਬ ਪਰਮੇਸ਼ਰ ਦਾ ਪਵਿੱਤਰ ਵਚਨ ਸੱਚਾ ਆ ਮੈਂ ਹੀ ਕਿਤੇ ਨਾ ਕਿਤੇ ਝੂਠਾ ਆ ਜਿਹਦੇ ਕਰਕੇ ਮੈਂ ਅਜੇ ਤੱਕ ਯਿਸੂ ਮਸੀਹ ਵਿੱਚ ਗਿਆ ਹੀ ਨਹੀਂ ਆ ਪ੍ਰਾਰਥਨਾ ਤੋਂ ਇਹ ਨਹੀਂ ਸਾਬਤ ਹੋ ਜਾਂਦਾ ਕਿ ਤੁਸੀਂ ਯਿਸੂ ਮਸੀਹ ਵਿੱਚ ਆ ਸਬਤ ਤੋਂ ਇਹ ਸਾਬਤ ਨਹੀਂ ਹੁੰਦਾ ਕਿ ਤੁਸੀਂ ਯਿਸੂ ਦੇ ਵਿੱਚ ਆ ਧਿਆਨ ਦੇਣਾ ਪ੍ਰਾਰਥਨਾ ਤੋਂ ਤੁਸੀਂ ਸਾਬਤ ਨਹੀਂ ਕਰ ਸਕਦੇ ਤੁਸੀਂ ਯਿਸੂ ਵਿੱਚ ਹੈਗੇ ਕਿ ਨਹੀਂ ਹੈਗੇ ਸਾਰੀ ਦੁਨੀਆ ਹੀ ਪ੍ਰਾਰਥਨਾ ਕਰਦੀ ਆ ਸੱਦੇ ਹੋਏ ਬਹੁਤ ਨੇ ਚੁਣੇ ਹੋਏ ਬਹੁਤ ਘੱਟ ਨੇ ਸੱਦੇ ਹੋਏ ਸਾਰੇ ਪ੍ਰਾਰਥਨਾ ਕਰੀ ਜਾਂਦੇ ਆ ਸੱਦੇ ਹੋਏ ਸਾਰੇ ਸਬਤ ਮਨਾਈ ਜਾਂਦੇ ਆ ਚੁਣੇ ਹੋਏ ਬਾਈਬਲ ਦੇ ਹਰੇਕ ਹੁਕਮ ਨੂੰ ਮੰਨਦੇ ਆ ਚੁਣੇ ਹੋਏ ਬਾਈਬਲ ਦੇ ਹਰੇਕ ਹੁਕਮ ਨੂੰ ਮੰਨਦੇ ਆ ਜੇ ਅਸੀਂ ਪਵਿੱਤਰ ਬਾਈਬਲ ਦੀਆਂ ਵਚਨਾਂ ਨੂੰ ਮੰਨਦੇ ਆ ਬਾਈਬਲ ਦੇ ਵਚਨਾਂ ਦੇ ਅਨੁਸਾਰ ਅਧੀਨਗੀ ਦੇ ਵਿੱਚ ਨਰਮਾਈ ਦੇ ਵਿੱਚ ਪਰਮੇਸ਼ਰ ਦੇ ਵਚਨ ਨੂੰ ਫੋਲੋ ਕਰਦੇ ਆ ਦੁਸ਼ਮਣ ਨੂੰ ਵੈਰੀ ਨੂੰ ਵੀ ਪਿਆਰ ਕਰਦੇ ਆ ਗੁਆਂਢੀ ਨੂੰ ਵੀ ਪਿਆਰ ਕਰਦੇ ਆ ਹਰ ਇੱਕ ਉਹ ਗੱਲ ਜਿਹੜੀ ਪਰਮੇਸ਼ਰ ਸਾਡੇ ਤੋਂ ਬਾਈਬਲ ਦੇ ਦੁਆਰਾ ਪੂਰੀ ਕਰਾਉਣੀ ਚਾਹੁੰਦਾ ਆ ਜੋ ਅਸੀਂ ਪੂਰਾ ਕਰਦੇ ਆ ਦੁੱਖ ਝੱਲ ਕੇ ਤੰਗੀ ਝੱਲ ਕੇ ਵਚਨ ਨੂੰ ਪੂਰਾ ਕਰਦੇ ਤਾਂ ਅਸੀਂ ਮਸੀਹ ਯਿਸੂ ਵਿੱਚ ਆ ਤੇ ਜੇ ਅਸੀਂ ਕੇਵਲ ਪ੍ਰਾਰਥਨਾ ਦੇ ਦੁਆਰਾ ਸਾਬਤ ਕਰਾਂਗੇ ਕਿ ਅਸੀਂ ਮਸੀਹ ਦੇ ਆ ਅਸੀਂ ਯਿਸੂ ਨੂੰ ਮੰਨਦੇ ਆ ਤਾਂ ਮੇਰੇ ਇਜ਼ੋ ਇਹ ਸਾਡਾ ਪੁਆਇੰਟ ਆਫ ਵਿਊ ਆ ਕਿ ਅਸੀਂ ਦੱਸ ਰਹੇ ਆ ਕਿ ਅਸੀਂ ਯਿਸੂ ਨੂੰ ਮੰਨਦੇ ਆ ਲੇਕਿਨ ਖੁਦਾ ਦੀ ਕੀ ਆਵਾਜ਼ ਆ ਇਹੋ ਜਿਹੇ ਬਹੁਤ ਹੋਣਗੇ ਜਿਹੜੇ ਮੈਨੂੰ ਪ੍ਰਭੂ ਪ੍ਰਭੂ ਕਹਿਣਗੇ ਕਹਿੰਦਾ ਇਹ ਮੇਰੇ ਘਰ ਵਿੱਚ ਨਹੀਂ ਆਉਣਗੇ ਹਾਲੇਲੂਇਆ ਬਹੁਤ ਹੋਣਗੇ ਜਿਹੜੇ ਕਹਿਣਗੇ ਭੂਤ ਕੱਢੇ ਆ ਮੁਰਦੇ ਜਿੰਦਾ ਕੀਤੇ ਆ ਬਿਮਾਰ ਚੰਗੇ ਹੋ ਕੀਤੇ ਆ ਪਰ ਯਿਸੂ ਮਸੀਹ ਕੀ ਕਹਿਣਗੇ ਕਹਿੰਦਾ ਹੇ ਬਰਿਆਰੇ ਮੈਂ ਤੁਹਾਨੂੰ ਜਾਣਦਾ ਨਹੀਂ ਤੁਸੀਂ ਕੌਣ ਉਹ ਤਾਂ ਸੇਵਕਾਂ ਦੇ ਲੈਵਲ ਨੂੰ ਇੱਥੇ ਤੱਕ ਲੈ ਕੇ ਆ ਰਿਹਾ ਕਦੀ ਕੋਈ ਗਵਾਹੀ ਹੋਈ ਹੈ ਕਿ ਵਿਸ਼ਵਾਸੀ ਨੇ ਵਿਸ਼ਵਾਸੀ ਲਈ ਪ੍ਰਾਰਥਨਾ ਕੀਤੀ ਤੇ ਕਿਰਪਾ ਹੋਈ ਆ ਗਵਾਹੀ ਇਹ ਹੁੰਦੀ ਕਿ ਸੇਵਕਾਂ ਤੋਂ ਪ੍ਰਾਰਥਨਾ ਕਰਾਈ ਤੇ ਪਰਮੇਸ਼ਰ ਨੇ ਕੰਮ ਕੀਤਾ ਤੇ
ਇਹ ਗੱਲ ਕਿਹਨੂੰ ਕਿਹਾ ਪਰ ਯਿਸੂ ਮਸੀਹ ਨੇ ਕਿਹਨੂੰ ਦੱਸੀ ਆ ਕਿ ਬਹੁਤ ਆਉਣਗੇ ਜਿਹੜੇ ਕਹਿਣਗੇ ਅਸੀਂ ਭੂਤ ਤੇਰੇ ਨਾਮ ਚ ਕੱਢੇ ਆ, ਤੇਰੇ ਨਾਮ ਤੁਸੀਂ ਰੋਗੀ ਚੰਗੇ ਕੀਤੇ ਆ, ਤੇਰੇ ਨਾਮ ਤੁਸੀਂ ਮੁਰਦਾ ਜਿੰਦਾ ਕੀਤੇ। ਇਹ ਸੇਵਕ ਲੈਵਲ ਤੇ ਆ ਗੱਲ। ਉਹ ਤਾਂ ਉਹਨਾਂ ਨੂੰ ਕਹਿੰਦਾ ਮੈਂ ਤੁਹਾਨੂੰ ਨਹੀਂ ਪਛਾਣਾਂਗਾ ਤੁਸੀਂ ਕੌਣ ਆ। ਇਹ ਗੱਲ ਕਿਹਨਾਂ ਨੂੰ ਕਹੇਗਾ? ਜਿਹੜੇ ਲੋਕ ਕੇਵਲ ਮੂੰਹ ਤੋਂ ਆਪਣੇ ਆਪ ਨੂੰ ਆਤਮਿਕ ਦਿਖਾਉਂਦੇ ਲੇਕਿਨ ਬਾਈਬਲ ਦੇ ਵਚਨਾਂ ਦੇ ਵਿੱਚ ਨਹੀਂ ਰਹਿੰਦੇ। ਜਿਹੜੇ ਮਸੀਹ ਯਿਸੂ ਵਿੱਚ ਹਨ ਉਹਨਾਂ ਦੇ ਉੱਤੇ ਸਜ਼ਾ ਦਾ ਹੁਕਮ ਨਹੀਂ ਆ, ਸਜ਼ਾ ਦਾ ਹੁਕਮ ਨਹੀਂ ਆ। ਬਹੁਤ ਵਿਸ਼ਵਾਸੀ ਅਸੀਂ ਦੇਖੇ ਜਿਹੜੇ ਕਹਿੰਦੇ ਇਹ ਗੱਲ ਕਹਿੰਦੇ ਆ ਕਿ ਮੇਰੇ ਤੇ ਸਜ਼ਾ ਦਾ ਹੁਕਮ ਲੱਗਾ ਹੋਇਆ। ਪਤਾ ਨਹੀਂ ਕਾਹਤੇ ਵੀ ਸਜ਼ਾ ਪਰਮੇਸ਼ਰ ਦੇ ਰਿਹਾ, ਕਿਹੜੀ ਗੱਲ ਦੀ ਮੈਨੂੰ ਸਜ਼ਾ ਦੇ ਰਿਹਾ। ਜੇ ਸਜ਼ਾ ਦੇ ਰਿਹਾ ਤਾਂ ਮਤਲਬ ਕਿਤੇ ਪਾਪ ਕੀਤਾ ਤਾਂ ਸਜ਼ਾ ਦੇ ਰਿਹਾ। ਤੁਸੀਂ ਆਪਣੇ ਬੈਰੀ ਨੂੰ ਪਿਆਰ ਕਰਦੇ ਆ, ਤੁਸੀਂ ਆਪਣੇ ਵਿਰੋਧੀ ਨੂੰ ਪਿਆਰ ਕਰਦੇ ਆ, ਤੁਸੀਂ ਆਪਣੇ ਗੁਆਂਢੀ ਨੂੰ ਪਿਆਰ ਕਰਦੇ ਆ। ਇਹਦੀ ਕਦੀ ਵੀ ਸਜ਼ਾ ਪਰਮੇਸ਼ਰ ਤੁਹਾਨੂੰ ਦੁੱਖ ਦੇ ਕੇ ਨਹੀਂ ਦੇਵੇਗਾ, ਇਹਦੀ ਬਰਕਤ ਦੇਵੇਗਾ। ਮੈਂ ਚੰਗਾ ਹੀ ਕਰਦਾ ਆ ਤਾਂ ਵੀ ਪਰਮੇਸ਼ਰ ਮੇਰੇ ਤੋਂ ਸਜ਼ਾ ਲੱਗੀ ਰਹਿੰਦੀ ਆ। ਮੈਂ ਬੁਰਾ ਨਹੀਂ ਕੀਤਾ ਕਦੀ ਕੀਤਾਗਾ ਤਦ ਵੀ ਮੇਰੇ ਤੇ ਸਜ਼ਾ ਲੱਗੀ ਰਹਿੰਦੀ ਹੈ। ਨਹੀਂ, ਤੁਸੀਂ ਆਪਣੇ ਮੂੰਹ ਨਾਲ ਆਪਣੀ ਗੱਲ ਕਰ ਰਹੇ ਆ ਕਿ ਮੈਂ ਕਿਸੇ ਦਾ ਬੁਰਾ ਨਹੀਂ ਕਰਦੀ, ਬੁਰਾ ਨਹੀਂ ਕਰਦਾਗਾ, ਪਰ ਪਰਮੇਸ਼ਰ ਦੀ ਨਜ਼ਰ 'ਚ ਤੂੰ ਬੁਰਾ ਕੀਤਾ ਆ ਤਾਂ ਹੀ ਉੱਤੇ ਸਜ਼ਾ ਲੱਗੀ ਹੋਈ ਆ। ਹਾਲੇਲੂਇਆ। ਸੋ ਜਿੰਨੇ ਮਸੀਹ ਯਿਸੂ ਵਿੱਚ ਹਨ ਅੱਜ ਇਸ ਗੱਲ ਨੂੰ ਆਪਣੇ ਪੱਲੇ ਨਾ ਬੰਨਣਾ ਆ, ਆਪਣੇ ਮਨ ਦੀਆਂ ਤਖਤੀਆਂ ਤੇ ਲਿਖਣਾ ਆ ਕਿ ਜਿਹੜੇ ਮਸੀਹ ਯਿਸੂ ਵਿੱਚ ਹਨ ਉਹਨਾਂ ਤੇ ਕੋਈ ਸਜ਼ਾ ਦਾ ਹੁਕਮ ਨਹੀਂ ਆ। ਇੱਕ ਧਰਮੀ ਬੰਦੇ ਉੱਤੇ ਕੋਈ ਸਜ਼ਾ ਨਹੀਂ ਪਰਮੇਸ਼ਰ ਵੱਲੋਂ। ਇੱਕ ਧਰਮੀ ਬੰਦੇ ਉੱਤੇ ਕੋਈ ਵੀ ਸਜ਼ਾ ਦਾ ਹੁਕਮ ਨਹੀਂ ਹੈ। ਪਰਮੇਸ਼ਰ ਨੇ ਮੂਸਾ ਨੂੰ ਕਿਹਾ ਕਿ ਵੇਖ ਮੈਂ ਆਪਣੇ ਲੋਕਾਂ ਦੀ ਮੁਸੀਬਤ ਨੂੰ ਜਾਣਿਆ ਤੇ ਹੁਣ ਮੈਂ ਇਹਨਾਂ ਨੂੰ ਕੀ ਕਰਨਾ ਆ, ਇੱਥੋਂ ਕੱਢਣਾ ਆ, ਤੇ ਤੂੰ ਅਗੂਆ ਬਣ ਕੇ ਮੇਰੀ ਅਗਵਾਈ ਦੇ ਵਿੱਚ ਇਹਨਾਂ ਨੂੰ ਮਿਸਰ ਚੋਂ ਕਨਾਨ ਲੈ ਕੇ ਜਾਵੇਂਗਾ। ਤੇ ਪਰਮੇਸ਼ਵਰ ਨੇ ਇਜ਼ਰਾਈਲੀ ਸਾਰੇ ਪਰਜਾ ਨੂੰ ਲੱਖਾਂ ਦੀ ਤਾਦਾਦ ਵਿੱਚ ਕੱਢਿਆ। ਸੱਦੇ ਹੋਏ ਬਹੁਤ ਸੀ, ਲੱਖਾਂ ਹੀ ਸੀ, ਤੇ ਪੁੱਜੇ ਕਿੰਨੇ ਕਨਾਨ ਚ? ਪੁੱਜੇ ਕਿੰਨੇ? ਕੀ ਲੱਖਾਂ ਹੀ ਜਿਹੜੇ ਕੱਢੇ ਮਿਸਰ ਦੇ ਵਿੱਚੋਂ, ਗੁਲਾਮੀ ਦੇ ਵਿੱਚੋਂ, ਕੀ ਉਹਨਾਂ ਨੇ ਚਮਤਕਾਰ ਨਹੀਂ ਦੇਖੇ? ਕੀ ਪਰਮੇਸ਼ਰ ਦੀ ਆਵਾਜ਼ ਉਹਨਾਂ ਨੇ ਨਹੀਂ ਸੁਣੀ? ਕੀ ਪਰਮੇਸ਼ਰ ਦੇ ਦਿਨ ਵਾਲੇ ਰੂਪ ਨੂੰ ਬੱਦਲ ਦੇ ਰੂਪ ਚ ਨਹੀਂ ਦੇਖਿਆ? ਕੀ ਰਾਤ ਵਾਲੇ ਰੂਪ ਨੂੰ ਅਗਨਥੰਮ ਦੇ ਰੂਪ ਦੇ ਵਿੱਚ ਨਹੀਂ ਦੇਖਿਆ? ਸਾਰਿਆਂ ਨੇ ਦੇਖਿਆ। ਕੋਈ ਅੱਖ ਐਦਾਂ ਦੀ ਨਹੀਂ ਸੀ ਜਿਹੜੀ ਉਸ ਵੇਲੇ ਪਰਮੇਸ਼ਰ ਨੂੰ ਨਹੀਂ ਦੇਖਿਆ ਹੋਵੇਗਾ। ਹਰ ਇੱਕ ਇਨਸਾਨ ਅਗਨਥੰਮ ਨੂੰ ਵੀ ਦੇਖਦਾ ਸੀ, ਹਰ ਇੱਕ ਅੱਖ ਛਾਂ ਕਰਨ ਵਾਲੇ ਬੱਦਲ ਨੂੰ ਵੀ ਦੇਖਦੀ ਸੀ, ਤੇ ਹਰ ਇੱਕ ਨੂੰ ਪਤਾ ਸੀ ਕਿ ਪਰਮੇਸ਼ਰ ਮੂਸਾ ਦੇ ਨਾਲ ਤੰਬੂ ਦੇ ਬਾਹਰ ਗੱਲਾਂ ਕਰਦਾ ਆ। ਪਰਮੇਸ਼ਰ ਸੁਨੇਹੀ ਪਰਬਤ ਉੱਤੇ ਕਦੇ ਕਿਸੇ ਪਰਬਤ ਤੇ ਮੂਸਾ ਨੂੰ ਸੱਦਦਾ ਆ, ਉਹਨਾਂ ਨਾਲ ਗੱਲਾਂ ਕਰਦਾ ਆ। ਪਰਮੇਸ਼ਰ ਸਭ ਕੁਝ ਜਾਣਨ ਤੋਂ ਬਾਅਦ ਵੀ ਉਹ ਲੋਕ ਸਾਰੇ ਕਨਾਨ ਦੇ ਵਿੱਚ ਨੇ ਕਿਉਂ ਨਹੀਂ ਪਹੁੰਚੇ? ਸਾਰੇ ਕਿਉਂ ਨਹੀਂ ਪਹੁੰਚੇ? ਕਾਰਨ ਕੀ ਸੀ? ਤੁਰੇ ਤਾਂ ਸਾਰੇ ਹੀ ਸੀ ਪਰ ਮੰਨਦੇ ਥੋੜੇ ਸੀ। ਤੁਰੇ ਤਾਂ ਸਾਰੇ ਹੀ ਸੀ, ਮੰਨਦੇ ਥੋੜੇ ਸੀ। ਮੈਂ ਇੱਕ ਆਇਤ ਪੜਾਉਣਾ ਆ ਦੂਸਰਾ ਇਤਿਹਾਸ ਵਿੱਚ, ਇੱਥੇ ਵੀ ਅਸੀਂ ਰੱਖਾਂਗੇ ਜਿੱਥੇ ਵੀ ਕੱਢਿਆ ਆ। ਪੱਚੀ ਅਧਿਆਇ ਉਹਦੀ 1-2 ਆਇਤ ਜਲਦੀ ਨਾਲ। ਅਮਸੀਆ 5 ਵਰਿਆਂ ਦਾ ਸੀ ਜਦੋਂ ਅਮਸੀਆ 5 ਵਰਿਆਂ ਦਾ 25 ਸਾਲਾਂ ਦਾ ਸੀ ਜਦੋਂ ਉਹ ਰਾਜ ਕਰਨ ਲੱਗਾ। ਜਦੋਂ ਉਹ ਰਾਜ ਕਰਨ ਲੱਗਾ ਉਹਨੇ 29 ਵਰੇ ਯਰੂਸ਼ਲਮ ਵਿੱਚ ਰਾਜ ਕੀਤਾ। ਉਹਨੇ 29 ਵਰੇ ਯਰੂਸ਼ਲਮ ਤੇ ਰਾਜ ਕੀਤਾ। ਉਹਦੀ ਮਾਤਾ ਦਾ ਨਾਮ ਯੋਅਦਾਨ ਸੀ। ਉਹਦੀ ਮਾਤਾ ਦਾ ਨਾਮ ਯਹੋਅਦਾਨ ਸੀ ਜੋ ਯਰੂਸ਼ਲਮ ਦੀ ਧੀ ਸੀ ਜੀ, ਜੋ ਯਰੂਸ਼ਲਮ ਦੀ ਸੀ, ਅਤੇ ਉਸਨੇ ਉਹੀ ਕੀਤਾ ਜੋ ਯਹੋਵਾ ਦੀ ਨਿਗਾਹ ਵਿੱਚ ਚੰਗਾ ਸੀ। ਉਸਨੇ ਉਹੀ ਕੀਤਾ ਜੋ ਯਹੋਵਾ ਦੀ ਨਿਗਾਹ ਵਿੱਚ ਚੰਗਾ ਸੀ, ਪਰ ਪੂਰੇ ਦਿਲ ਨਾਲ ਨਹੀਂ। ਪਰ ਪੂਰੇ ਦਿਲ ਦੇ ਨਾਲ। ਅਮਸੀਆ 25 ਸਾਲਾਂ ਦਾ ਸੀ ਜਦੋਂ ਪਰਮੇਸ਼ਰ ਨੇ ਉਹਨੂੰ ਚੁਣਿਆ ਤੇ ਪਾਤਸ਼ਾਹ ਬਣਾਇਆ। 29 ਸਾਲ ਰਾਜ ਕੀਤਾ, ਭਾਵ 54 ਸਾਲ ਉਮਰ ਹੋ ਗਈ। 54 ਹੀ ਹੋਈ, 25 50 ਤੇ 4 54 ਸਾਲ ਉਮਰ। ਲਿਖਿਆ ਗਿਆ ਉਹਨੇ ਉਹੀ ਕੀਤਾ ਜੋ ਯਹੋਵਾ ਦੀ ਨਿਗਾਹ 'ਚ ਚੰਗਾ ਸੀ, ਪਰ ਪੂਰੇ ਦਿਲ ਦੇ ਨਾਲ ਨਹੀਂ ਕੀਤਾ। ਪਰ ਦਿਲ ਦੇ ਨਾਲ ਨਹੀਂ ਸੁਣਦੇ। ਜਿੰਨੇ ਦਿਲ ਦੇ ਨਾਲ ਨਹੀਂ ਸੁਣਦੇ ਆਪਣਾ ਹੱਥ ਖੜਾ ਕਰੋ। ਹੱਥ ਖੜਾ ਕਰੋ ਜਿਹੜੇ ਦਿਲ ਦੇ ਨਾਲ ਨਹੀਂ ਸੁਣਦੇ। ਹਾਲੇਲੂਇਆ, ਜੋਰ ਨਾਲ ਤਾੜੀ ਮਾਰੋ। ਹਾਲੇਲੂਇਆ। ਅਮਸੀਆ 25 ਸਾਲਾਂ ਦਾ ਸੀ, 29 ਸਾਲ ਰਾਜ ਕੀਤਾ, ਭਾਵ ਜਿਵੇਂ 75 ਸਾਲ ਦਾ ਅਬਰਾਹਮ ਸੀ ਤੇ 99 ਸਾਲ ਦਾ ਹੋ ਗਿਆ। 24 ਸਾਲ ਤੁਰਿਆ, ਪਰ ਉਦਾਂ ਨਹੀਂ ਤੁਰਿਆ ਜਿੱਦਾਂ ਖੁਦਾ ਤੋਰਨਾ ਚਾਹੁੰਦਾ ਸੀ। ਉਦਾਂ ਨਹੀਂ ਚੱਲਿਆ ਜਿੱਦਾਂ ਖੁਦਾ ਚਲਾਉਣਾ ਚਾਹੁੰਦਾ ਸੀ।
ਇਸੇ ਲਈ 99 ਸਾਲ ਦੀ ਬਿਰਧ ਅਵਸਥਾ ਵਿੱਚ ਖੁਦਾ ਨੇ ਉਹਨੂੰ ਕਿਹਾ ਖਰਾ ਤੇ ਸਿੱਧ ਹੋ ਕੇ ਚੱਲ। ਅਸੀਂ ਸਭ ਕੁਝ ਜਾਣਨ ਤੋਂ ਬਾਅਦ ਵੀ ਉਦਾਂ ਨਹੀਂ ਚੱਲਦੇ ਜਿੱਦਾਂ ਸਾਨੂੰ ਬਾਈਬਲ ਚਲਾਉਣਾ ਚਾਹੁੰਦੀ ਆ। ਅਸੀਂ ਉਦਾਂ ਨਹੀਂ ਚੱਲਦੇ ਜਿੱਦਾਂ ਆਤਮਾ ਚਲਾਉਣਾ ਚਾਹੁੰਦਾ ਹੈ। ਧਿਆਨ ਦੇਣਾ, ਪਹਿਲੀ ਤਾਂ ਗੱਲ ਇਹ ਹੈ ਕਿ ਜਿਹੜਾ ਬਾਈਬਲ ਦੇ ਅਨੁਸਾਰ ਨਹੀਂ ਚੱਲਦਾਗਾ ਉਹਨੂੰ ਕਦੀ ਵੀ ਆਤਮਾ ਗਾਈਡ ਨਹੀਂ ਕਰੇਗਾ, ਉਹਦੀ ਅਗਵਾਈ ਆਤਮਾ ਨਹੀਂ ਕਰੇਗਾ। ਬਾਈਬਲ ਅਨੁਸਾਰ ਚੱਲਣ ਵਾਲਾ ਇਨਸਾਨ ਆਤਮਾ ਦੀ ਅਗਵਾਈ 'ਚ ਹੀ ਆਲਰੇਡੀ ਚੱਲ ਰਿਹਾ ਹੁੰਦਾ ਹੈ। ਬਾਈਬਲ ਦਾ ਹਰੇਕ ਵਚਨ ਹੀ ਆਤਮਾ ਆ। ਇਸ ਲਈ ਯਹੋਨਾ ਦੀ ਅੰਜੀਲ 'ਚ ਇਸ ਗੱਲ ਨੂੰ ਲਿਖਿਆ ਗਿਆ ਆ, ਕਹਿੰਦਾ ਜੋ ਗੱਲਾਂ ਮੈਂ ਤੁਹਾਨੂੰ ਆਖੀਆਂ ਉਹ ਆਤਮਾ ਅਤੇ ਜਿਉਣ ਹਨ। ਹਾਲੇਲੂਇਆ। ਕੀ ਆ? ਆਤਮਾ ਤੇ ਜਿਉਣ। ਇਹਨਾਂ ਨੂੰ ਵੱਖਰੇ ਵੱਖਰੇ ਰਹਿਣ ਤੋਂ ਚੰਗੀ ਗੱਲ ਆ, ਵੱਖਰੇ ਵੱਖਰੇ ਰਹੋ, ਠੀਕ ਆ। ਹਾਲੇਲੂਇਆ। ਮਸੀਹਾ ਉਹ ਕੁਝ ਕਰਦਾ ਸੀ ਜਿਹੜਾ ਪਰਮੇਸ਼ਰ ਕਹਿੰਦਾ ਸੀ, ਲੇਕਿਨ ਪੂਰੇ ਦਿਲ ਦੇ ਨਾਲ ਨਹੀਂ। ਨਿਕਲੇ ਤਾਂ ਮਿਸਰ ਚੋਂ ਸਾਰੇ ਹੀ ਸੀ, ਨਿਕਲੇ ਤਾਂ ਸਾਰੇ ਹੀ ਸੀ ਮਿਸਰ ਚੋਂ, ਪਰ ਐਂਡ ਤੱਕ ਪਹੁੰਚੇ ਉਹੀ ਜਿਹੜੇ ਖੁਦਾ ਦੀ ਮਰਜ਼ੀ ਅਨੁਸਾਰ ਚੱਲਦੇ ਸੀ ਤੇ ਦਿਲ ਤੋਂ ਮੇਰੇ ਜੋ ਮੰਨਦੇ ਸੀ। ਤਾਂ ਰਸਤੇ ਵਿੱਚ ਕਈ ਖਤਮ ਹੋ ਗਏ ਰਸਤੇ ਦੇ ਵਿੱਚ। ਉਹਨਾਂ ਦੇ ਖਤਮ ਹੋਣ ਦਾ ਕਾਰਨ ਕੀ ਸੀ? ਕਿ ਪਰਮੇਸ਼ਰ ਬਾਰ-ਬਾਰ ਮੌਕਾ ਦੇ ਰਿਹਾ ਸੀ ਖਰੇ ਹੋ ਕੇ ਚੱਲਣ ਲਈ, ਖਰੇ ਹੋ ਕੇ ਸਿੱਧ ਹੋ ਕੇ ਚੱਲਣ ਲਈ। ਸਿੱਧ ਹੋਣ ਦਾ ਮਤਲਬ ਤੁਸੀਂ ਆਪਣੀ ਪ੍ਰਾਰਥਨਾ ਸੁਣਾ ਕੇ ਪ੍ਰਭੂ ਅੱਗੇ ਸਿੱਧ ਨਹੀਂ ਹੋ ਸਕਦੇ। ਤੁਸੀਂ ਆਪਣੀ ਧਾਰਮਿਕਤਾ ਨੂੰ ਦੱਸ ਕੇ ਪ੍ਰਭੂ ਅੱਗੇ ਸਿੱਧ ਨਹੀਂ ਹੋ ਸਕਦੇ। ਹੇ ਪਰਮੇਸ਼ਰ ਮੈਂ ਸਾਤੇ 'ਚ 2 ਵਰਤ ਰੱਖਦਾ ਆ, ਹੇ ਪਰਮੇਸ਼ਰ ਮੈਂ ਦਸ਼ਵੰਧ ਦਿੰਦਾ ਆ, ਮੈਂ ਦਾਨ ਦਿੰਦਾ ਆ, ਹੇ ਪਰਮੇਸ਼ਰ ਮੈਂ ਸਬਤ ਮਨਾਉਂਦਾ ਆ। ਇਹ ਆ ਆਪਣੇ ਆਪ ਨੂੰ ਪਰਮੇਸ਼ਰ ਦੇ ਅੱਗੇ ਸਿੱਧ ਕਰਨ ਦੀ ਯੋਜਨਾ। ਲੇਕਿਨ ਯਿਸੂ ਮਸੀਹ ਕਹਿੰਦਾ ਇਹ ਸਿੱਧ ਹੋਣਾ ਨਹੀਂ ਆ। ਸਿੱਧ ਕੌਣ ਆ? ਜਿਹੜਾ ਪਰਮੇਸ਼ਰ ਨੂੰ ਕਹਿ ਤੋਂ ਬਗੈਰ ਹੀ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਚੱਲਦਾ, ਉਹ ਸਿੱਧ ਹੁੰਦਾ ਆ। ਹਾਲੇਲੂਇਆ। ਤੁਸੀਂ ਆਪਣੀ ਭਗਤੀ ਨੂੰ ਤੇ ਆਪਣੇ ਸਿੱਧ ਹੋਣ ਨੂੰ ਆਪਣੇ ਮੂੰਹ ਦੇ ਉੱਤੋਂ ਪ੍ਰਗਟ ਕਰਕੇ ਨਹੀਂ ਦਿਖਾ ਸਕਦੇ ਕਿ ਮੈਂ ਕਿੰਨਾ ਕੁ ਸਿੱਧ ਆ, ਕਿਉਂਕਿ ਜਿਹੜੀ ਬਾਈਬਲ ਗੱਲ ਨੂੰ ਕੰਡਮ ਕਰਦੀ ਆ, ਗੱਲ ਨੂੰ ਖਤਮ ਕਰਦੀ ਆ, ਉਹ ਗੱਲ ਤੁਸੀਂ ਮੇਰੇ ਜੋ ਉਸੇ ਰੂਪ ਦੇ ਵਿੱਚ ਆਪਣੇ ਆਪ ਨੂੰ ਖੜਾ ਕਰਨ ਦੀ ਕੋਸ਼ਿਸ਼ ਕਰੋਗੇ, ਤੁਸੀਂ ਜ਼ਿੰਦਗੀ ਭਰ ਫੇਲ ਰਹੋਗੇ, ਤੁਸੀਂ ਜ਼ਿੰਦਗੀ 'ਚ ਕਦੀ ਕਾਮਯਾਬ ਨਹੀਂ ਹੋ ਪਾਓਗੇ। ਜਿਸ ਗੱਲ ਦਾ ਭੇਤ ਪਰਮੇਸ਼ਰ ਨੇ ਦੱਸਿਆ ਆ ਕਿ ਉਹਨੇ ਕੀ ਕਿਹਾ ਮਨੁੱਖ ਨੇ, ਕਹਿੰਦਾ ਮੈਂ ਸਾਥ 'ਚ 2 ਵਰਤ ਰੱਖਦਾ ਆ, ਮੈਂ ਸਬਤ ਮਨਾਉਣਾ ਆ, ਮੈਂ ਪ੍ਰਾਰਥਨਾ ਕਰਦਾ ਆ, ਦਿਨ ਰਾਤ ਪ੍ਰਭੂ ਤੇਰੇ ਵਿੱਚ ਬਣਿਆ ਰਹਿਣਾ ਆ। ਭਾਵ ਕਈ ਗੱਲਾਂ ਉਹਨੇ ਸਬਤ ਮਨਾਉਣਾ, ਕਈ ਗੱਲਾਂ। ਮੈਂ ਇਸ ਪਾਪੀ ਵਰਗਾ ਮਨੁੱਖ ਨਹੀਂ ਆ। ਭਾਵ ਆਪਣੇ ਆਪ ਨੂੰ ਆਪਣੀ ਜ਼ੁਬਾਨ ਤੋਂ ਆਪਣੇ ਆਪ ਨੂੰ ਪਰਮੇਸ਼ਰ ਦੇ ਅੱਗੇ ਸਿੱਧ ਕਰਨ ਦੀ ਕੋਸ਼ਿਸ਼ ਕਰ ਰਿਹਾ। ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਖਤਮ ਕਰਤਾ ਕਿ ਇਹ ਸਿੱਧ ਨਹੀਂ ਆ, ਇਹ ਸਿੱਧ ਨਹੀਂ ਆ। ਤੇ ਹੁਣ ਜੇ ਤੁਸੀਂ ਉਸੇ ਮਨੁੱਖ ਵਾਲੀਆਂ ਗੱਲਾਂ ਕਰਕੇ ਤੁਸੀਂ ਸਿੱਧ ਕਰਨ ਦੀ ਕੋਸ਼ਿਸ਼ ਕਰੋਗੇ, ਤੁਸੀਂ ਕੋਸ਼ਿਸ਼ ਆਪਣੇ ਆਪ ਨੂੰ ਸਿੱਧ ਕਰਨ ਦੀ ਨਹੀਂ ਕਰ ਰਹੇ, ਤੁਸੀਂ ਪਰਮੇਸ਼ਰ ਨੂੰ ਖਾਰਜ ਕਰਨ ਦੀ ਕੋਸ਼ਿਸ਼ ਕਰ ਰਹੇ ਕਿ ਪਰਮੇਸ਼ਰ ਨਹੀਂ। ਕਿਉਂਕਿ ਜਿਹੜੀ ਗੱਲ ਬਾਈਬਲ 'ਚ ਲਿਖ ਦਿੱਤੀ ਆ ਉਹਨੂੰ ਤੁਸੀਂ ਰਿਪੀਟ ਕਰੋਗੇ, ਸਮਝੋ ਤੁਸੀਂ ਉਸ ਮਨੁੱਖ ਵਰਗੇ ਹੀ ਹੋ, ਤੁਸੀਂ ਉਸ ਮਨੁੱਖ ਵਰਗੇ ਹੋ। ਕਨਾਨ ਦੇਸ਼ ਦੇ ਆਨੰਦ ਵਿੱਚ ਕੌਣ ਪਹੁੰਚੇ? ਉਹ ਜਿਹੜੇ ਪਰਮੇਸ਼ਰ ਦੇ ਵਿੱਚ ਹੋ ਕੇ ਚੱਲੇ ਆ, ਜਿਹੜੇ ਪਰਮੇਸ਼ਰ ਦੇ ਪਿੱਛੇ ਚੱਲੇ ਜ਼ਰੂਰ, ਲੇਕਿਨ ਪਰਮੇਸ਼ਰ ਦੇ ਵਿੱਚ ਹੋ ਕੇ ਨਹੀਂ ਚੱਲੇ। ਗੱਲਾਂ ਆਪਣੀਆਂ ਬਣਾਉਂਦੇ ਸੀ, ਇਛਾਵਾਂ ਆਪਣੀਆਂ ਪੂਰੀਆਂ ਕਰਦੇ ਸੀ, ਰਸਤੇ ਆਪ ਆਪਣੇ ਲਈ ਤਿਆਰ ਕਰਦੇ ਸੀ, ਜਿਹਦੇ ਕਰਕੇ ਉਹ ਫੇਲ ਹੋ ਗਏ, ਉੱਥੇ ਪਹੁੰਚੇ ਹੀ ਨਹੀਂ ਜਿੱਥੇ ਖੁਦਾ ਉਹਨਾਂ ਨੂੰ ਲੈ ਕੇ ਜਾਣਾ ਚਾਹੁੰਦਾ ਸੀ। ਜਿੱਥੇ ਲਈ ਉਹ ਨਿਕਲੇ ਸੀ ਉੱਥੇ ਪਹੁੰਚੇ ਹੀ ਨਹੀਂ। ਹਾਲੇਲੂਇਆ। ਪਰ ਜਦੋਂ ਅਸੀਂ ਮਸੀਹ ਯਿਸੂ ਵਿੱਚ ਆਵਾਂਗੇ, ਫਿਰ ਸਾਨੂੰ ਪਤਾ ਲੱਗੇਗਾ ਅਸਲ ਜ਼ਿੰਦਗੀ ਤੇ ਜ਼ਿੰਦਗੀ ਦੀ ਅਸਲ ਮੰਜ਼ਿਲ ਕੀ ਹੁੰਦੀ ਹੈ। ਜਿੱਥੇ ਤੁਸੀਂ ਬੈਠੇ ਆ ਤੁਹਾਡੀ ਇਹ ਮੰਜ਼ਿਲ ਨਹੀਂ ਆ, ਜਿਸ ਅਵਸਥਾ ਤੁਸੀਂ ਬੈਠੇ ਆ ਤੁਹਾਡੀ ਇਹ ਅਵਸਥਾ ਤੁਹਾਡੀ ਮੰਜ਼ਿਲ ਨਹੀਂ ਆ। ਭਗਤੀ ਦਾ ਲਾਸਟ ਰਿਜ਼ਲਟ ਇਹ ਨਹੀਂ ਹੈ ਜਿੱਥੇ ਤੁਸੀਂ ਬੈਠੇ ਜਿਸ ਅਵਸਥਾ ਵਿੱਚ ਜਿੱਦਾਂ ਦਾ ਜੀਵਨ ਬਤੀਤ ਕਰ ਰਹੇ ਆ, ਇਹ ਭਗਤੀ ਦਾ ਲਾਸਟ ਰਿਜ਼ਲਟ ਨਹੀਂ ਆ। ਭਗਤੀ ਦਾ ਲਾਸਟ ਰਿਜ਼ਲਟ ਅਨੰਤ ਜੀਵਨ ਦੇ ਵਿੱਚ ਪ੍ਰਵੇਸ਼ ਕਰਨਾ ਆ, ਆਪਣੇ ਪਰਮੇਸ਼ਰ ਦੇ ਸਾਹਮਣੇ, ਜਿਹਨੂੰ ਅਸੀਂ ਪ੍ਰਾਰਥਨਾ 'ਚ ਕਹਿੰਦੇ ਕਿ ਪ੍ਰਭੂ ਮੈਨੂੰ ਦਰਸ਼ਨ ਦੇ, ਪ੍ਰਭੂ ਮੇਰੇ ਨਾਲ ਗੱਲ ਕਰ, ਪ੍ਰਭੂ ਮੈਂ ਤੈਨੂੰ ਦੇਖਣਾ ਚਾਹੁੰਦੀ ਆ, ਪਰਮੇਸ਼ਰ ਮੈਂ ਤੇਰੇ ਨਾਲ ਬਹਿਣਾ ਚਾਹੁੰਦੀ ਆ। ਪਰਮੇਸ਼ਰ ਉਸ ਆਦਮ ਵਾਂਗ ਜਿਹੜਾ ਤੇਰੇ ਨਾਲ ਦਿਨ ਰਾਤ ਬੈਠਦਾ ਸੀ, ਠੰਡੇ ਵੇਲੇ ਤੂੰ ਉਹਦੇ ਕੋਲ ਜਾਂਦਾ ਸੀ, ਉਹਦੀ ਗੱਲਾਂ ਸੁਣਦਾ, ਮੈਂ ਉਦਾਂ ਕਰਨਾ ਚਾਹੁੰਦਾ ਆ, ਕਰਨਾ ਚਾਹੁੰਦੀ ਹੈ। ਨਹੀਂ ਮੇਰੇ ਇਜ਼ੋ, ਸਾਡੀ ਅਸਲ ਮੰਜ਼ਿਲ ਏਦਾਂ ਉਹ ਆ ਅਨੰਤ ਜੀਵਨ, ਜਿੱਥੇ ਖੁਦਾ ਨੂੰ ਅਸੀਂ ਰੂਬਰੂ ਵੇਖਾਂਗੇ। ਹਾਲੇਲੂਇਆ। ਪਰ ਉੱਥੇ ਉਸ ਲੈਵਲ ਤੱਕ ਜਾਣ ਦੇ ਲਈ ਸਾਨੂੰ ਮਸੀਹ ਯਿਸੂ ਦੇ ਵਿੱਚ ਪ੍ਰਵੇਸ਼ ਕਰਨਾ ਪੈਣਾ ਆ, ਵਚਨ 'ਚ ਪ੍ਰਵੇਸ਼ ਕਰਨਾ ਪੈਣਾ ਆ। ਵਚਨ ਨੇ ਤੁਹਾਨੂੰ ਪਰਮੇਸ਼ਰ ਦੇ ਅੱਗੇ ਸਿੱਧ ਕਰ ਦੇਣਾ। ਪਰਮੇਸ਼ਰ ਦੇ ਪਵਿੱਤਰ ਵਚਨ ਨੇ ਤੁਹਾਨੂੰ ਪਰਮੇਸ਼ਰ ਦੇ ਅੱਗੇ ਸਿੱਧ ਕਰਨਾ ਆ। ਜਦੋਂ ਤੁਸੀਂ ਸਿੱਧ ਹੁੰਦੇ ਆ, ਸਜ਼ਾਵਾਂ ਆਪਣੇ ਆਪ ਖਤਮ ਹੋ ਜਾਂਦੀਆਂ। ਪਰਮੇਸ਼ਰ ਨੇ ਅਬਰਾਹਮ ਨੂੰ ਕਿਹਾ ਖਰਾ ਤੇ ਸਿੱਧ ਹੋ।
पढ़ोगे उत्पत्ति हिंदी की बाइबल कड्डी किसी ने 17 अध्याय ਉਹਦੀ 1-2 ਆਇਤ ਪੜ੍ਹੀਏ ਪੜ੍ਹਦੇ ਪੰਜਾਬੀ ਜਦ ਅਬਰਾਹਮ 99 ਵਰਿਆਂ ਦਾ ਹੋਇਆ ਤਦ ਯਹੋਵਾ ਨੇ ਅਬਰਾਹਮ ਨੂੰ ਦਰਸ਼ਨ ਦਿੱਤਾ ਉਸ ਨੂੰ ਆਖਿਆ ਮੈਂ ਸਰਵ ਸ਼ਕਤੀਮਾਨ ਪਰਮੇਸ਼ਵਰ ਹਾਂ ਤੂੰ ਮੇਰੇ ਸਨਮੁਖ ਚੱਲ ਅਰ ਸੰਪੂਰਨ ਹੋ जी हिंदी में भी नाल पढ़िए जब अब्राहम 99 वर्ष का हो गया तब यहोवा ने उसको दर्शन दे के कहा मैं सर्वशक्तिमान ईश्वर हूँ मेरी उपस्थिति में चल और सिद्ध होता जा और सिद्ध होता जा हौली हौली परमेश्वर के पवित्र वचन दे विच प्रवेश करना शुरू कर परमेश्वर दे नाल रिश्ता बनाना शुरू कर अब्राहम किन्ना समा 24 साल तक परमेश्वर दे नाल तुरिया परमेश्वर दे पिछे तुरिया रहा पर किते ना किते परमेश्वर नूं अजे भी अब्राहम दी भगती अधूरी लग रही है ਜਿਹਦੇ ਕਰਕੇ ਜੋ ਅਬਰਾਹਮ ਚਾਹੁੰਦਾ ਸੀ ਉਹਨੂੰ ਉਹ ਮਿਲ ਨਹੀਂ ਪਾ ਰਿਹਾ ਸੀ ਤੁਸੀਂ ਜਿੱਦਾਂ ਦੀ ਜ਼ਿੰਦਗੀ ਚਾਹੁੰਦੇ ਹੋ ਤੁਹਾਨੂੰ ਮਿਲ ਨਹੀਂ ਪਾ ਰਹੀ ਇਹਦਾ ਮਤਲਬ ਪਰਮੇਸ਼ਰ ਦੀ ਨਜ਼ਰ 'ਚ ਤੁਹਾਡੇ ਜੀਵਨ 'ਚ ਅਜੇ ਵੀ ਕੋਈ ਐਦਾਂ ਦੀ ਘਾਟ ਆ ਜਿਹੜੀ ਘਾਟ ਪੂਰੀ ਹੋਣ ਤੋਂ ਬਾਅਦ ਤੁਸੀਂ ਆਪਣੀ ਮੰਜ਼ਿਲ ਤੇ ਆਪਣੇ ਆਪ ਨੂੰ ਵੇਖੋਗੇ ਹਾਲੇਲੂਇਆ ਕਿੰਨੇ ਲੋਕ ਸਮਝ ਰਹੇ ਆ ਜਿਹੜੀ ਘਾਟ ਤੁਹਾਨੂੰ ਆਪਣੀ ਜ਼ਿੰਦਗੀ 'ਚ ਲੱਗ ਰਹੀ ਆ ਤੁਸੀਂ ਉਦੋਂ ਉਸ ਘਾਟ ਨੂੰ ਆਪਣੇ ਚੋਂ ਅੱਡ ਹੁੰਦਾ ਵੇਖੋਗੇ ਜਿਸ ਮੰਜ਼ਿਲ ਦੇ ਲਈ ਤੁਸੀਂ ਸੋਚਿਆ ਆ ਉਸ ਮੰਜ਼ਿਲ ਤੋਂ ਵੀ ਵਧੀਆ ਇੱਕ ਸਥਾਨ ਪਰਮੇਸ਼ਰ ਨੇ ਤੁਹਾਡੇ ਲਈ ਰੱਖਿਆ ਆ ਪਰ ਕਦੋਂ ਅਬਰਾਹਮ ਨੂੰ ਕਹਿੰਦਾ ਸਿੱਧ ਹੋਤਾ ਚਲਾ ਚੱਲ ਸੰਪੂਰਨ ਹੋ ਪਰਮੇਸ਼ਰ ਦੇ ਵਿੱਚ ਪੂਰੀ ਤਰ੍ਹਾਂ ਪੂਰੇ ਮਨ ਦੇ ਨਾਲ पूरी जान दे नाल पूरे जोर दे नाल ते पूरी बुद्ध दे नाल अपने यहोवा परमेश्वर नूं तू प्यार कर पूरे मन जान जोर ते बुद्ध नाल प्रभु नूं प्यार करन दा मतलब आ अपनी हर एक वस्तु नाल अपने शरीर अपनी रूह अपनी जान दे नाल अपनियां ख्वाहिशां अपनी चाहत दे नाल खुदा नूं प्रेम कर ਅਸੀਂ ਸਬਤ ਦੇ ਦਿਨ 'ਚ ਤਾਂ ਪਰਮੇਸ਼ਰ ਨਾਲ ਸਾਂਝੇ ਹੋ ਜਾਂਦੇ ਹਾਂ 6 ਦਿਨ ਸਾਂਝੇ ਕਦੀ ਹੋਣ ਦਾ ਨਾਂ ਹੀ ਨਹੀਂ ਲੈਂਦੇ ਪਰ ਪਰਮੇਸ਼ਰ ਦੇ ਅਸੀਂ ਸਬਤ ਦੇ ਦਿਨ ਜ਼ਰੂਰ ਜਾਂ ਪ੍ਰਾਰਥਨਾ ਦੇ ਵੇਲੇ ਜ਼ਰੂਰ ਕਹਿੰਦੇ ਪ੍ਰਭੂ ਮੈਂ ਤੇਰਾ ਆ ਤੂੰ ਮੇਰੀ ਆ ਲੇਕਿਨ ਬਾਕੀ 6 ਦਿਨਾਂ 'ਚ ਅਸੀਂ ਪਰਮੇਸ਼ਰ ਦੇ ਨਾਲ ਸਾਂਝ ਪਾਉਂਦੇ ਹੀ ਨਹੀਂ ਆ ਐਦਾਂ ਹੀ ਉਹ ਮਿਸਰ ਚੋਂ ਕੱਢੇ ਹੋਏ ਇਜ਼ਰਾਈਲੀ ਲੋਕ ਸੀ ਜਦੋਂ ਪਰਮੇਸ਼ਰ ਪ੍ਰਤਾਪ ਜਲਾਲ ਦੇ ਵਿੱਚ ਉਤਰਦਾ ਸੀ ਉਦੋਂ ਤਾਂ ਭਗਤ ਬਣ ਕੇ ਖੜੇ ਹੋ ਜਾਂਦੇ ਸੀ ਕਿ ਅਸੀਂ ਪਰਮੇਸ਼ਰ ਦੇ ਹੀ ਆ ਪਰ ਜਦੋਂ ਪਰਮੇਸ਼ਰ ਦਾ ਆਤਮਾ ਅੱਡ ਹੁੰਦਾ ਸੀ ਉਦੋਂ ਹੀ ਉਹ ਵੱਖਰੇ ਹੋ ਜਾਂਦੇ ਸੀ ਜਦੋਂ ਪਰਮੇਸ਼ਰ ਅੱਡ ਹੁੰਦਾ ਸੀ ਉਦੋਂ ਹੀ ਮੇਰੇ ਜੋ ਪਰਜਾ ਵੀ ਮੂਸਾ ਤੋਂ ਅੱਡ ਹੋ ਜਾਂਦੀ ਸੀ ਨਹੀਂ ਤਾਂ ਪੜ੍ਹ ਕੇ ਦੇਖ ਲਿਓ ਜੇ ਉਹ ਟੋਟਲ ਮੂਸਾ ਦੇ ਨਾਲ ਚਲੇ ਹੁੰਦੇ ਤੇ ਫਿਰ ਮੂਸਾ ਦੇ ਵਿਰੋਧ ਪਾਣੀ ਦੇ ਲਈ ਹੀ ਕਿਉਂ ਮੂਸਾ ਨਾਲ ਝਗੜਦੇ ਸੀ ਖਾਣ ਨੂੰ ਮਿਲਦਾ ਸੀ ਤਦ ਵੀ ਮੀਟ ਖਾਣ ਲਈ ਕਿਉਂ ਝਗੜਦੇ ਸੀ ਇਹਦਾ ਮਤਲਬ ਉਹਨਾਂ ਦਾ ਮਨ ਕਿਤੇ ਨਾ ਕਿਤੇ ਮੂਸਾ ਨਾਲ ਜੁੜਿਆ ਹੋਇਆ ਨਹੀਂ ਸੀ ਕਿਤੇ ਨਾ ਕਿਤੇ ਉਹ ਮੂਸਾ ਨਾਲ ਟੁੱਟਦੇ ਸੀ ਟੁੱਟਣ ਦਾ ਕਾਰਨ ਕੀ ਆ ਆਪਣੀਆਂ ਖੁਆਇਸ਼ਾਂ ਆਪਣੀਆਂ ਮਨ ਦੀਆਂ ਮਰਜ਼ੀਆਂ ਪੂਰੀਆਂ ਕਰਨ ਲਈ ਟੁੱਟਦੇ ਸੀ ਆਪਣੇ ਰਸਤੇ ਉੱਤੇ ਚੱਲਣ ਲਈ ਆਪਣੇ ਆਨੰਦ ਨੂੰ ਪੂਰਾ ਕਰਨ ਲਈ ਤੁਰਦੇ ਸੀ ਇਸ ਲਈ ਮੂਸਾ ਤੋਂ ਅੱਡ ਹੋ ਜਾਂਦੇ ਸੀ ਜਦੋਂ ਅੱਡ ਹੁੰਦੇ ਸੀ ਦੁੱਖ ਚੱਲਦੇ ਸੀਗੇ ਮੇਰੇ ਜੋ ਪਰਮੇਸ਼ਰ ਦੁੱਖ ਖਤਮ ਕਰਕੇ ਫਿਰ ਜ਼ਿੰਦਗੀ ਖਤਮ ਕਰੀ ਜਾਂਦਾ ਸੀ ਜਿੰਨੇ ਮਸੀਹ ਯਿਸੂ ਦੇ ਵਿੱਚ ਹਨ ਉਹਨਾਂ ਤੇ ਸਜ਼ਾ ਦਾ ਹੁਕਮ ਨਹੀਂ ਆ ਤੇ ਜਿਹੜੇ ਮਸੀਹ ਯਿਸੂ ਵਿੱਚ ਆ ਉਹਨਾਂ ਦੀ ਇਨਸਾਨੀਅਤ ਨੂੰ ਪਰਮੇਸ਼ਰ ਪਿਆਰ ਕਰਦਾ ਆ ਪੜ੍ਹਦੇ ਆ ਸੰਤ ਪੌਲਸ ਦੇ ਬਾਰੇ ਜੋ ਉਹਨਾਂ ਨੇ ਵੀ ਇਨਸਾਨੀਅਤ ਦੀ ਗੱਲ ਕੀਤੀ ਆ ਅਫਸੀਆਂ ਦੀ ਕਿਤਾਬ 4 ਅਧਿਆਇ ਉਹਦੀ 22 ਆਇਤ ਕੁਲਸੀਆਂ 3 ਦੀ 9 ਆਇਤ ਭਈ ਤੁਸੀਂ ਅਗਲੇ ਚੱਲਣ ਦੀ ਉਸ ਪੁਰਾਣੀ ਇਨਸਾਨੀਅਤ ਨੂੰ ਲਾ ਸੁੱਟੋ ਜੋ ਧੋਖਾ ਦੇਣ ਵਾਲੀਆਂ ਕਾਮਨਾ ਦੇ ਅਨੁਸਾਰ ਵਿਗੜਦੀ ਜਾਂਦੀ ਹੈ ਬਾਈਬਲ 'ਚ ਲਿਖਿਆ ਗਿਆ ਕਿ ਤੁਸੀਂ ਆਪਣੇ ਅਗਲੇ ਚੱਲਣ ਦੀ ਪੁਰਾਣੀ ਇਨਸਾਨੀਅਤ ਨੂੰ ਜੇ ਤੁਸੀਂ ਅੱਗੇ ਚੱਲਣਾ ਚਾਹੁੰਦੇ ਆ ਅੱਗੇ ਵਧਣਾ ਚਾਹੁੰਦੇ ਆ ਤੇ ਪੁਰਾਣੀ ਇਨਸਾਨੀਅਤ ਨੂੰ ਜੇ ਤੌਬਾ ਤੋਂ ਬਾਅਦ ਬਪਤਿਸਮੇ ਤੋਂ ਬਾਅਦ ਤੁਸੀਂ ਮਸੀਹ ਯਿਸੂ ਨੂੰ ਜਾਣਨ ਦੇ ਨਾਲ ਤੁਸੀਂ ਉਹਦੇ ਨਾਲ ਚੱਲਣਾ ਚਾਹੁੰਦੇ ਆ ਮਸੀਹ ਯਿਸੂ ਦੇ ਵਿੱਚ ਆਉਣਾ ਚਾਹੁੰਦੇ ਆ ਤੇ ਪਹਿਲਾਂ ਪੁਰਾਣੀ ਇਨਸਾਨੀਅਤ ਨੂੰ ਲਾ ਦਿਓ ਤੁਸੀਂ ਦੋਨੇ ਇਨਸਾਨੀਅਤ ਤੋਂ ਦੋਨੇ ਹੀ ਸੁਭਾਅ ਲੈ ਕੇ ਕਦੀ ਵੀ ਪਰਮੇਸ਼ਰ ਦੇ ਪਿੱਛੇ ਚੱਲ ਨਹੀਂ ਸਕਦੇ ਤੇ ਆਪਣੀ ਜ਼ਿੰਦਗੀ 'ਚ ਕਾਮਯਾਬ ਨਹੀਂ ਹੋ ਸਕਦੇ ਦੋਨੇ ਹੀ ਸੁਭਾਅ ਲੈ ਕੇ ਪੁਰਾਣੀ ਇਨਸਾਨੀਅਤ ਸਰੀਰ ਤੇ ਸੰਸਾਰ ਨੂੰ ਦਰਸਾਉਂਦੀ ਹੈ ਨਵੀਂ ਇਨਸਾਨੀਅਤ ਖੁਦਾ ਤੇ ਆਤਮਿਕ ਜ਼ਿੰਦਗੀ ਨੂੰ ਦਰਸਾਉਂਦੀ ਹੈ ਇੱਕ ਨੌਕਰ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ
एक नौकर दो मालकां की सेवा नहीं कर सकता, इक्को वेले वो एक नूं खुश ते एक नूं नाराज करेगा। हालेलुया। जिवें पंजाबी च कहंदे आ दो बेड़ियां च पैर रख के कदी बंदा पार लंघ नहीं सकदा। जे तुसीं कहो कि मैं संसार नूं भी खुश रखना ते प्रभु नूं भी खुश रखना आ, ऐदां हो नहीं सकदी। हो सकदा 1% तुसीं संसार नूं भी खुश कर लवो, पर अपनी जिंदगी च तुसीं गुलामी वाला जीवन ही बतीत करोगे। ते खुदा ने गुलामी लई नहीं सद्दिया, खुदा ने गुलामी लई नहीं सद्दिया। बाइबल च किते भी ये नहीं लिखा गया कि परमेश्वर तुहानूं गुलाम करेगा, परमेश्वर तुहानूं किसी फाहे चला देगा, परमेश्वर तुहानूं किसी मुश्किल च पा देगा। नहीं, वो तो मुश्किलों के विचों कढदा आ, वो तो मेरे चों तंगियां चों परेशानियां चों बाहर कढदा आ। और मेरे चंगियां चंगियां हरियां घातियां जूहां उत्ते सुख तक पानियां ते लैके जाण वाला परमेश्वर आ। वो कदी भी तंगी च नहीं लैके जावेगा। हाँ, चलदियां तुसीं तुहाडी मार्ग उत्ते तंगी आ सकदी है, मुश्किल आ सकदी, लेकिन तुहाडी मंजिल तंगी परेशानी नहीं आ, तुहाडी मंजिल अनंत खुशी अनंत आनंद आ। पर चलना आप पैना है, मसीह यस्सू दे विच आप आउणा पैना है। जिन्नियां ने उस नूं कबूल कीता उन्नियां नूं ओने पिता दे पुत्तर होण दा हक दिता। जिन्नियां ने आप कबूल करना है कि यस्सू मसीह मेरा आजाद करने वाला परमेश्वर है, यस्सू मसीह मेरा मुक्तिदाता परमेश्वर है, यस्सू मसीह मेरा माफी देने वाला परमेश्वर है, यस्सू मसीह मेरा सिरजनहारा है। जो असी आप अपनी जुबान तो इकरार करते हैं, तां जे तुसीं कहो जे मेरे इकरार कीते हो तो तुसीं कोई लाभ लेना चाहो, कदी हो नहीं सकता। मेरे इकरार कीते ते मेरी माफी पाई दे उत्ते तुसीं कहोगे कोई कृपा हो जाएगी, नहीं हो सकती। सानू अपने आप दे जीवन दे सुख दे लई आप इकरार करना पैना है, आप मेरे सो परमेश्वर नूं अपनी जिंदगी च लेना पैना है। जिन्ने मसीह यस्सू विच है, यस्सू विच जाना पैना है, फिर ही सजा दा हुक्म खत्म होना है। इसलिए कहंदा अगले चलन दी पुरानी इंसानियत नूं ला सुट्टो, जो धोखा देने वाली कामना जो धोखा देने वाली कामनावां दे अनुसार बिगड़दी जांदी है। पुराना सुभाव तुहाडी आत्मिक जिंदगी च धोखा देने वाला आ। जे तुसीं कहो मैं पुराने सुभाव दे विच चला जाना आ, ते ओह तुसीं अपने आप नूं धोखा दे रहे, क्योंकि तुहाडा सुभाव तुहानूं धोखा दे रहा है। तुहाडा सुभाव तुहानूं की दे रहा? धोखा दे रहा। आदम चों कड्डी पसली ते पसली दी बनाई नारी, ते नारी की कहंदी शैतान नूं, कहंदी ए बुद्ध देण लई चंगा, अखियां नूं सोहना ते मन नूं भाउंदा आ। हुण उहने परमेश्वर दे वचन दे द्वारा सोचना छड्ड के, औरत ने वचन दे द्वारा सोचना छड्ड के शैतान दियां कईयां गल्लां ते मन लगाया ते आप अपनी सोच बनाई कि जिस रुख ते फल तो किन्ने साल वो दूर रहे, दूर रहन दा कारण कि इहदे विच मौत आ, इहदे विच परमेश्वर ते साडा विछोड़ा आ। पर उन्हें अपनी सोच बदल लई, परमेश्वर दे वचन दे अनुसार सोचना छड्ड के उन्हें अपनी सोच अनुसार अपनी बुद्ध चलाई ते उस रुख दे फल नूं खादा ते अपने पति नूं भी खिला दिता, अपने पति नूं भी खिला दिता। ते परमेश्वर दे अगे आदम दी इंसानियत बिगड़ गई। उन्होंने तो लगा कि इन्ना चंगी बुद्ध आवेगी, ये इन्ना सोहना ते मिठा बड़ा आनंद देवेगा, पर वो सारी जिंदगी का आनंद खो के लै गया। अपने अगले चलन की पुरानी इंसानियत नूं ला सुट्टो, क्यों जो धोखा देने वालियां कामना दे अनुसार बिगड़दी जांदी है। पुरानी सोच लेके जे चलोगे, तौबा तो पहले वाला जीवन लेके चलोगे, तौबा तो पहले वाली जिंदगी सुभाव विच चलोगे, यही तुहाडा सुभाव तुहानूं एक दिन धोखा दे देगा। एक दिन तुसीं अपने आप तो धोखा खाओगे। दुश्मन दा फट कहते भुल जांदा आ, पर अपने दे फट भुलदे नहीं। इदां ही है, दुश्मन दा फट जिहड़ा भुल जांदा, लेकिन अपने दे फट ध्यान दिओ। जे मेरा ही सुभाव मैनू ही घाटा पावे तो फिर मैं भुल जाऊंगा? कभी भी नहीं। तुसीं जिन्ने घाटे खा रहे हैं, तुसीं अपनी सोच द्वारा ही घाटे खा रहे हैं। तुहानूं तुहाडी पुरानी इंसानियत पाप वाला सुभाव तुहानूं घाटे पाई जा रहा है, तुसीं घाटे झल्ली जा रहे हैं, झल्ली जा रहे हैं, झल्ली जा रहे हैं। तो मेरे जो अज तुसीं झल्ली जा रहे, तुहानूं आदत पै गई घाटे अपने आप तो घाटे खाण दी। कल नूं तुहाडीआं आउण वालीआं पीढ़ियां भी घाटे खाऊगीआं। लेकिन
लेकिन प्रभु दास पौलुस की बयान करता। हाँ जी, अगली आयत। ਅਤੇ ਆਪਣੇ ਮਨ ਦੇ ਸੁਭਾਅ ਵਿੱਚ ਨਵੇਂ ਬਣੋ ਅਤੇ ਆਪਣੇ ਮਨ ਦੇ ਸੁਭਾਅ ਵਿੱਚ ਨਵੇਂ ਬਣੋ, ਨਵੀਂ ਇਨਸਾਨੀਅਤ ਨੂੰ ਪਹਿਨ ਲਓ ਨਵੀਂ ਇਨਸਾਨੀਅਤ ਨੂੰ ਪਹਿਨ ਲਓ, ਜਿਹੜੀ ਪਰਮੇਸ਼ਰ ਦੇ ਅਨੁਸਾਰ ਜਿਹੜੀ ਪਰਮੇਸ਼ਰ ਦੇ ਅਨੁਸਾਰ ਸੱਚਾਈ ਦੇ ਧਰਮ ਅਤੇ ਪਵਿੱਤਰਤਾਈ ਵਿੱਚ ਸਚਾਈ, ਧਰਮ ਤੇ ਪਵਿੱਤਰਤਾਈ ਵਿੱਚ ਉਤਪਤ ਹੋਈ ਆ। ਕਿਹੜੀ ਇਨਸਾਨੀਅਤ? ਜਿਹੜੀ ਬਾਈਬਲ ਚੋਂ ਉਤਪਤ ਹੋਈ ਆ, ਜਿਹੜੀ ਨਵੇਂ ਨੇਮ ਤੋਂ ਉਤਪਨ ਹੋਈ ਆ, ਜਿਹੜੀ ਸਲੀਬ ਤੋਂ ਉਤਪਨ ਹੋਈ ਆ। ਉਹ ਇਨਸਾਨੀਅਤ ਜਿਹੜੀ ਪ੍ਰਭੂ ਯਿਸੂ ਮਸੀਹ ਦੇ ਬਦਨ ਦੇ ਉੱਤੇ ਪਏ ਕੋੜਿਆਂ ਤੋਂ ਉਤਪਨ ਹੋਈ ਆ। ਉਹ ਮੇਰੀ ਜੋ ਇਨਸਾਨੀਅਤ ਜਿਹੜੀ ਪ੍ਰਭੂ ਯਿਸੂ ਮਸੀਹ ਦੇ ਬਹਾਏ ਹੋਏ ਲਹੂ ਤੋਂ ਉਤਪਨ ਹੋਈ ਆ। ਉਹ ਇਨਸਾਨੀਅਤ ਪਾਪ ਤੋਂ ਰਹਿਤ ਆ। ਉਹ ਇਨਸਾਨੀਅਤ ਪਵਿੱਤਰਤਾਈ ਵਾਲੀ ਆ। ਕਿੱਦਾਂ ਉਤਪਨ ਹੋਈ ਆ? ਇਸ ਇਨਸਾਨੀਅਤ ਨੂੰ ਪੈਦਾ ਕਰਨ ਦੇ ਲਈ ਕਿੰਨਾ ਕਸ਼ਟ ਪ੍ਰਭੂ ਯਿਸੂ ਮਸੀਹ ਨੇ ਝੱਲਿਆ। ਜਦੋਂ ਅਸੀਂ ਯਸ਼ਾਇਆ 53 ਨੂੰ ਪੜ੍ਹਦੇ ਆ 4 ਆਇਤ ਤੋਂ, ਉਸ ਤੋਂ ਪਤਾ ਲੱਗਦਾ ਕਿ ਉਹਨੇ ਕਿੰਨੇ ਕਸ਼ਟ ਸਾਡੇ ਲਈ ਝੱਲੇ ਆ, ਕਿੰਨੀਆਂ ਮੁਸ਼ਕਲਾਂ ਇੱਕ ਇਨਸਾਨੀਅਤ ਨੂੰ ਪੈਦਾ ਕਰਨ ਲਈ ਝੱਲੀਆਂ ਨੇ, ਕਿੰਨੀਆਂ ਤੰਗੀਆਂ ਝੱਲੀਆਂ ਨੇ। ਤੇ ਤੁਸੀਂ ਆਪਣੇ ਉੱਤੇ ਇੰਨੇ ਕਸ਼ਟ ਭੋਗ ਕੇ ਕਦੀ ਵੀ ਇੱਕ ਨਵੀਂ ਇਨਸਾਨੀਅਤ ਨੂੰ ਪੈਦਾ ਨਹੀਂ ਕਰ ਸਕਦੇ। ਪਰ ਪ੍ਰਭੂ ਯਿਸੂ ਮਸੀਹ ਨੇ ਸਾਡੇ ਸਾਰਿਆਂ ਦੀ ਇਨਸਾਨੀਅਤ ਨੂੰ ਬਦਲਣ ਦੇ ਲਈ ਆਪ ਕਸ਼ਟ ਭੋਗਿਆ। ਪੂਰੇ ਸੰਸਾਰ ਦੇ ਪਾਪ ਆਪਣੇ ਕੰਧਿਆਂ ਉੱਤੇ ਲਏ ਤੇ ਉਹ ਦੁੱਖ, ਉਹ ਕਸ਼ਟ ਜੋ ਸਾਡੇ ਉੱਤੇ ਆਉਣੇ ਸੀ ਉਹਨੇ ਆਪਣੇ ਉੱਤੇ ਝੱਲ ਲਏ ਤਾਂ ਕਿ ਇੱਕ ਨਵੀਂ ਇਨਸਾਨੀਅਤ ਪੈਦਾ ਹੋ ਸਕੇ। ਉਹ ਕਿਹੜੀ ਇਨਸਾਨੀਅਤ ਨੂੰ ਪੈਦਾ ਕਰਨ ਆਇਆ ਸੀ? ਉਹ ਕਿਹੜੀ ਇਨਸਾਨੀਅਤ ਸਲੀਬ ਉੱਤੇ ਚੜ੍ਹ ਕੇ ਉਹਨੇ ਪੈਦਾ ਕੀਤੀ ਆ? ਕਿਹੜੀ ਇਨਸਾਨੀਅਤ ਜਿਹੜੀ ਕੋੜੇ ਖਾਣ ਤੋਂ ਬਾਅਦ ਪੈਦਾ ਹੋਈ ਆ? ਕਿਹੜੀ ਇਨਸਾਨੀਅਤ ਜਿਹੜੀ ਲਹੂ ਬਹਾਉਣ ਤੋਂ ਬਾਅਦ ਪੈਦਾ ਹੋਈ ਆ? ਹੱਥਾਂ 'ਚ ਪੈਰਾਂ 'ਚ ਕਿੱਲ ਠੁਕਾਉਣ ਤੋਂ ਬਾਅਦ ਹੋਈ ਆ? ਮੂੰਹ ਤੇ ਚਪੇੜਾ ਖਾਣ ਤੋਂ ਬਾਅਦ ਹੋਈ ਆ? ਦਾੜੀ ਪੁੱਟੇ ਜਾਣ ਤੋਂ ਬਾਅਦ, ਮੂੰਹ ਤੇ ਥਕਵਾਏ ਜਾਣ ਤੋਂ ਬਾਅਦ ਪੈਦਾ ਹੋਈ ਆ? ਉਹ ਇਨਸਾਨੀਅਤ ਆ ਜਿਹੜੀ ਖੁਦਾ ਨੂੰ ਪਸੰਦ ਆ। ਉਹ ਇਨਸਾਨੀਅਤ ਆ ਜਿਹੜੀ ਪਰਮੇਸ਼ਰ ਨੂੰ ਚੰਗੀ ਲੱਗਦੀ ਆ। ਉਹ ਇਨਸਾਨੀਅਤ ਜਿਹੜੀ ਪਰਮੇਸ਼ਰ ਦੇ ਮਨ ਭਾਉਂਦੀ ਆ। ਤੇ ਜਿਹੜਾ ਇਨਸਾਨ ਆਪਣੇ ਸੁਭਾਅ ਨੂੰ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਤਿਆਰ ਕਰ ਲੈਂਦਾ ਆ, ਖੁਦਾ ਉਹਦੇ ਉੱਤੇ ਕੋਈ ਸਜ਼ਾ ਦਾ ਹੁਕਮ ਨਾ ਲਾਉਂਦਾ ਨਾ ਲੱਗਣ ਦਿੰਦਾ ਆ। ਹਾਲੇਲੂਇਆ, ਹਾਲੇਲੂਇਆ। ਜੇ ਪਰਮੇਸ਼ਰ ਸਾਡੇ ਵੱਲ ਹੈ ਤਾਂ ਕੌਣ ਸਾਡੇ ਵਿਰੋਧ ਹੋਵੇਗਾ? ਕੌਣ ਸਾਡਾ ਵਿਰੋਧ ਕਰ ਸਕਦਾ ਹੈ? ਕੌਣ ਸਾਡਾ ਵਿਰੋਧੀ ਹੋ ਸਕਦਾ? ਜੇ ਪਰਮੇਸ਼ਰ ਸਾਡੇ ਵੱਲ ਆ ਤੇ ਪਰਮੇਸ਼ਰ ਹੋਵੇਗਾ ਕਦੋਂ ਸਾਡੇ ਵੱਲ? ਕਦੋਂ ਪਰਮੇਸ਼ਰ ਸਾਡੇ ਵੱਲ ਹੋਵੇਗਾ? ਜਦੋਂ ਸਾਡਾ ਸੁਭਾਅ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ, ਜਦੋਂ ਅਸੀਂ ਪੁਰਾਣੀ ਇਨਸਾਨੀਅਤ ਨੂੰ ਲਾ ਕੇ ਨਵੀਂ ਇਨਸਾਨੀਅਤ ਨੂੰ ਪਹਿਲ ਲਵਾਂਗੇ, ਫਿਰ ਪਰਮੇਸ਼ਰ ਸਾਡੇ ਵੱਲ ਹੋਵੇਗਾ ਤੇ ਫਿਰ ਕੋਈ ਵੀ ਵਿਰੋਧੀ ਸਾਡੇ ਖਿਲਾਫ ਖੜਾ ਹੋ ਨਹੀਂ ਸਕਦਾ। ਹਾਲੇਲੂਇਆ। ਇਸੇ ਲਈ ਪ੍ਰਭੂ ਦਾਸ ਪੌਲੁਸ ਬਿਆਨ ਕਰਦਾ, ਪੁਰਾਣੀ ਨੂੰ ਲਾ ਦਿਓ ਤੇ ਨਵੀਂ ਨੂੰ ਪਹਿਨ ਲਵੋ। ਤੇ ਨਵੀਂ ਹੋਣੀ ਕਾਹਦੇ ਵਾਸਤੇ ਚਾਹੀਦੀ ਆ? ਗਿਆਨ ਦੇ ਵਾਸਤੇ। ਨਵੀਂ ਕਾਹਦੇ ਲਈ ਹੋਣੀ ਚਾਹੀਦੀ ਆ? ਗਿਆਨ ਵਾਸਤੇ। ਰਿਸ਼ਤੇਦਾਰੀਆਂ ਨਿਭਾਉਣ ਲਈ ਨਹੀਂ, ਸੱਜੇ ਖੱਬੇ ਤੱਕਣ ਵਾਸਤੇ ਨਹੀਂ, ਦੌੜ ਭੱਜ ਕਰਨ ਵਾਸਤੇ ਨਹੀਂ। ਨਵੀਂ ਇਨਸਾਨੀਅਤ ਕੇਵਲ ਔਰ ਕੇਵਲ ਪਰਮੇਸ਼ਰ ਨੂੰ ਮੇਰੇ ਜੋ ਚੜਾਵੇ ਚੜਾਉਣ ਦੇ ਲਈ, ਆਪਣੇ ਆਪ ਨੂੰ ਪਵਿੱਤਰਤਾਈ ਦੇ ਵਿੱਚ ਰੱਖ ਕੇ ਪਰਮੇਸ਼ਰ ਨਾਲ ਰਿਸ਼ਤਾ ਬਣਾਏ ਰੱਖਣ ਲਈ ਆ, ਦੁਨੀਆਦਾਰੀ ਦੇ ਨਾਲ ਜੁੜਨ ਦੇ ਲਈ ਨਹੀਂ ਆ। ਕਿਉਂਕਿ ਪੁਰਾਣੀ ਇਨਸਾਨੀਅਤ ਦੁਨੀਆਦਾਰੀ ਨੂੰ ਦਰਸਾਉਂਦੀ ਆ, ਪੁਰਾਣੀ ਇਨਸਾਨੀਅਤ ਸਰੀਰਕ ਆਈ ਨੂੰ ਦਰਸਾਉਂਦੀ ਆ, ਪੁਰਾਣੀ ਇਨਸਾਨੀਅਤ ਸਰੀਰਕ ਕੰਮਾਂ ਨੂੰ ਦਰਸਾਉਂਦੀ ਆ। ਪਰ ਨਵੀਂ ਇਨਸਾਨੀਅਤ ਜਿਹੜੀ ਆ ਉਹ ਆਤਮਿਕ ਰੀਤੀ ਨਾਲ ਜੀਵਨ ਬਤੀਤ ਕਰਨ ਨੂੰ ਦਰਸਾਉਂਦੀ ਆ। ਤੇ ਜੇ ਅਸੀਂ ਕਹੀਏ ਕਿ ਮੈਂ ਜੀ ਤੌਬਾ ਕਰ ਲਈ, ਬਪਤਿਸਮਾ ਲੈ ਲਿਆ ਆ ਤੇ ਹੁਣ ਮੈਂ ਫੇਰ ਸੰਸਾਰ ਦੇ ਕੰਮ, ਫੇਰ ਸੰਸਾਰ 'ਚ ਪਹਿਲੇ ਵਾਂਗ, ਤੇ ਮੇਰੇ ਜੋ ਤੌਬਾ ਬਪਤਿਸਮਾ ਕੈਂਸਲ ਕਰਾਉਣ ਲੱਗਾ, ਸ਼ੈਤਾਨ ਪਾਲ ਨਹੀਂ ਲੱਗਣ ਦਿੰਦਾ। ਹਾਲੇਲੂਇਆ। ਸ਼ਮੌਨ ਜਾਦੂਗਰ ਨੇ ਤੌਬਾ ਕੀਤੀ, ਬਪਤਿਸਮਾ ਲਿਆ, ਪਰਮੇਸ਼ਰ ਤੇ ਪ੍ਰਤੀਤ ਕੀਤੀ ਤੇ ਉਸ ਤੋਂ ਬਾਅਦ ਉਹਦਾ ਧਿਆਨ ਮੇਰੇ ਜੋ ਭਟਕਿਆ, ਭਾਵ ਸ਼ੈਤਾਨ ਨੇ ਭਟਕਾਇਆ। ਕਿਸ ਰੂਪ ਦੇ ਵਿੱਚ? ਰਸੂਲ ਲੋਕਾਂ ਦੇ ਉੱਤੇ ਹੱਥ ਰੱਖਦੇ ਸੀ, ਪਵਿੱਤਰ ਆਤਮਾ ਉਤਰਦਾ ਸੀ। ਤੇ ਸ਼ਮੌਨ ਜਿਹੜਾ ਪਹਿਲਾਂ ਜਾਦੂਗਰ ਸੀ, ਹੁਣ ਜਾਦੂਗਰੀ ਛੱਡ ਚੁੱਕਾ ਸੀ, ਉਹਦੇ ਮਨ 'ਚ ਆਇਆ ਕਿ ਮੈਂ ਵੀ ਇਹ ਸ਼ਕਤੀ ਲਵਾਂ। ਉਹਨੇ ਕਿਹਾ ਕਿ ਮੈਂ ਪੈਸੇ ਦੇ ਕੇ ਇਹ ਸ਼ਕਤੀ ਲਵਾਂਗਾ। ਤੇ ਪਰਮੇਸ਼ਰ ਦਾਸ ਨੇ ਕਿਹਾ ਕਿ ਤੂੰ ਤੇ ਤੇਰੇ ਪੈਸੇ ਨਾਸ਼ ਹੋ ਜਾਣ, ਤੇਰਾ ਮਨ ਪਰਮੇਸ਼ਰ ਅੱਗੇ ਸਿੱਧਾ ਨਹੀਂ ਆ। ਭਾਵ ਉਹਨੇ ਤੌਬਾ ਵੀ ਕੀਤੀ ਸੀ, ਬਪਤਿਸਮਾ ਵੀ ਲਿਆ ਹੋਇਆ ਸੀ, ਪਰ ਪਤਰਸ ਉਹਨੂੰ ਕਹਿ ਰਿਹਾ ਤੇਰਾ ਮਨ ਪਰਮੇਸ਼ਰ ਅੱਗੇ ਸਿੱਧਾ ਨਹੀਂ ਆ, ਤੇਰਾ ਪਰਮੇਸ਼ਰ ਦੇ ਨਾਲ ਤੇਰੀ ਪਰਮੇਸ਼ਰ ਨਾਲ ਕੋਈ ਸਾਂਝ ਨਹੀਂ ਆ। ਤੌਬਾ ਕਰਨ ਤੋਂ ਬਾਅਦ, ਬਪਤਿਸਮਾ ਲੈਣ ਤੋਂ ਬਾਅਦ ਵੀ ਸ਼ਮੌਨ ਦਾ ਰਿਸ਼ਤਾ ਪਰਮੇਸ਼ਰ ਨਾਲ ਨਹੀਂ ਬਣਿਆ, ਕੋਈ ਸਾਂਝ ਪਰਮੇਸ਼ਰ ਨਾਲ ਨਹੀਂ ਸੀ। ਮਿਰੇਜ਼ੋ ਦਾ ਕਾਰਨ ਕੀ ਸੀ? ਕਿ ਸ਼ਮੌਨ ਦਾ ਦਿਲ ਸਹੀ ਨਹੀਂ ਸੀ। ਹਾਲੇਲੂਇਆ। ਤੇ ਜੇ ਦਿਲ ਸਹੀ ਨਹੀਂ ਆ ਤੇ ਫਿਰ ਕਿਰਪਾ ਕਿੱਥੋਂ ਸਹੀ ਹੋ ਜਾਏਗੀ? ਦਇਆ ਕਿੱਥੋਂ ਸਹੀ ਹੋ ਜਾਏਗੀ? ਸ਼ੈਤਾਨ ਦੀਆਂ ਯੋਜਨਾਵਾਂ ਹੁੰਦੀਆਂ ਇਨਸਾਨ ਨੂੰ ਗੁੰਮਰਾਹ ਕਰਨ ਦੀਆਂ। ਹਾਲੇਲੂਇਆ। ਸ਼ੈਤਾਨ ਦੀਆਂ ਯੋਜਨਾਵਾਂ ਹੁੰਦੀਆਂ ਮੇਰੇ ਜੋ ਇਨਸਾਨ ਨੂੰ ਗੁੰਮਰਾਹ ਕਰਨ ਦੀਆਂ, ਤੇ ਉਹ ਪੁਰਾਣੀ ਇਨਸਾਨੀਅਤ ਵਿੱਚ ਫਿਰ ਵਾਪਸ ਲੈ ਕੇ ਚਲਾ ਜਾਂਦਾ ਆ। ਸ਼ਮੌਨ ਨੂੰ ਕਿਹਾ ਤੇਰਾ ਦਿਲ ਪਰਮੇਸ਼ਰ ਅੱਗੇ ਸਿੱਧਾ ਨਹੀਂ ਆ। ਇਹਦਾ ਮਤਲਬ ਬਪਤਿਸਮੇ ਤੋਂ ਪਹਿਲਾਂ, ਤੌਬਾ ਤੋਂ ਪਹਿਲਾਂ ਜਿੱਦਾਂ ਦਾ ਮਨ ਸ਼ਮੌਨ ਦਾ ਸੀ,
ਉਦਾਂ ਦਾ ਹੀ ਮਨ ਫਿਰ ਮੇਰੇ ਜੋ ਸ਼ਮਾਉਣ ਦਾ ਪਾਇਆ ਗਿਆ। ਨਾ ਪਹਿਲਾਂ ਪਰਮੇਸ਼ਰ ਉਹਨੂੰ ਪਸੰਦ ਕਰਦਾ ਸੀ, ਨਾ ਹੁਣ ਪਰਮੇਸ਼ਰ ਉਹਨੂੰ ਪਸੰਦ ਕਰਦਾ। ਤੌਬਾ ਤੋਂ ਬਾਅਦ, ਬਪਤਿਸਮੇ ਤੋਂ ਬਾਅਦ। ਇਹ ਨਾ ਦੇਖੋ ਕਿਵੇਂ ਬਪਤਿਸਮਾ ਲਿਆ ਆ, ਬਪਤਿਸਮੇ ਨੂੰ ਤੁਸੀਂ ਕਿਵੇਂ ਆਪਣੇ ਚ ਬਣਾਏ ਰੱਖਦੇ ਆ, ਤੌਬਾ ਨੂੰ ਕਿਵੇਂ ਆਪਣੇ ਚ ਬਣਾਏ ਰੱਖਦੇ। ਮੈਂ ਪਹਿਲਾਂ ਵੀ ਦੱਸਿਆ ਕਿ ਮੈਂ ਹਰ ਰੋਜ਼ ਆਪਣੇ ਤੌਬਾ ਤੇ ਆਪਣੇ ਬਪਤਿਸਮੇ ਨੂੰ ਯਾਦ ਕਰਦਾ ਆ, ਆਪਣੀ ਤੌਬਾ ਤੇ ਆਪਣੀ ਲਏ ਹੋਏ ਬਪਤਿਸਮੇ ਨੂੰ ਯਾਦ ਕਰਦਾ ਆ ਕਿ ਮੈਂ ਕਾਹਦੇ ਲਈ ਆਇਆ ਹੈ। ਮੈਂ ਤੌਬਾ ਕਿਉਂ ਕੀਤੀ ਆ? ਪ੍ਰਭੂ ਯਿਸੂ ਮਸੀਹ ਦੇ ਨਾਲ ਰਿਸ਼ਤਾ ਬਣਾਉਣ ਦੇ ਲਈ। ਮੈਂ ਬਪਤਿਸਮਾ ਕਿਉਂ ਲਿਆਇਆ? ਸਵਰਗ ਰਾਜ ਪ੍ਰਵੇਸ਼ ਕਰਨ ਦੇ ਲਈ। ਤੇ ਜੇ ਮੈਂ ਇਸ ਗੱਲ ਦੇ ਉੱਤੇ ਨਾ ਧਿਆਨ ਦੇਵਾਂ ਤਾਂ ਮੈਂ ਹੋ ਸਕਦਾ ਹੈ ਗੱਡੀ ਟਰੈਕ ਤੋਂ ਉਤਰ ਜਾਵੇ। ਕਈਆਂ ਦੀ ਉਤਰ ਗਈ ਆ, ਕਈਆਂ ਦੀ ਤੌਬਾ ਬਪਤਿਸਮੇ ਤੋਂ ਬਾਅਦ ਗੱਡੀ ਟਰੈਕ ਤੋਂ ਉਤਰੀ ਪਈ ਆ। ਤੇ ਜਿਹੜੀ ਗੱਡੀ ਆਪਣੇ ਟਰੈਕ ਤੋਂ ਉਤਰ ਜਾਵੇ ਕਦੀ ਮੰਜ਼ਿਲ ਤੇ ਪਹੁੰਚ ਜਾਏਗੀ? ਧਿਆਨ ਦਿਓ, ਕਦੀ ਮੰਜ਼ਿਲ ਤੇ ਪਹੁੰਚ ਜਾਏਗੀ? ਮਕੇਰੀਆਂ ਜਾਓ, ਉੱਥੇ ਜਿੱਥੇ ਰੈੱਡ ਸਿਗਨਲ ਹੁੰਦਾ ਆ, ਉੱਥੋਂ ਦੋ ਰਸਤੇ ਨਿਕਲਦੇ ਆ, ਇੱਕ ਗੁਰਦਾਸਪੁਰ ਨੂੰ ਜਾਂਦਾ, ਇੱਕ ਪਠਾਨਕੋਟ ਜੰਮੂ ਨੂੰ ਚਲਾ ਜਾਂਦਾ। ਤੇ ਜੇ ਤੁਸੀਂ ਜਾਣਾ ਹੋਵੇ ਜੰਮੂ ਨੂੰ ਤਾਂ ਤੁਸੀਂ ਉੱਥੋਂ ਮੁੜ ਜਾਓ ਖੱਬੇ ਪਾਸੇ ਨੂੰ, ਕਿੱਥੇ ਪਹੁੰਚੋਗੇ ਜੰਮੂ। ਤੁਸੀਂ ਸਿੱਧੇ ਗੁਰਦਾਸਪੁਰ ਪਹੁੰਚੋਗੇ। ਸਿੱਧੇ ਕਿੱਥੇ ਪਹੁੰਚੋਗੇ? ਗੁਰਦਾਸਪੁਰ। ਹੋਰ 100 ਕਿਲੋਮੀਟਰ ਅੱਗੇ ਚਲ ਜਾਓ, ਹੋਰ 100 ਕਿਲੋਮੀਟਰ ਅੱਗੇ ਚਲ ਜਾਓ, ਹੋਰ 100 ਕਿਲੋਮੀਟਰ ਅੱਗੇ ਚਲ ਜਾਓ। ਜਿੰਨਾ ਗਾਂ ਜਾਈ ਜਾਓਗੇ ਜੰਮੂ ਕਸ਼ਮੀਰ ਤੋਂ ਉਨਾ ਹੀ ਦੂਰ ਹੁੰਦੇ ਜਾਓਗੇ। ਹਾਲੇਲੂਇਆ। ਏਦਾਂ ਹੀ ਜਦੋਂ ਸਾਡੀ ਆਤਮਿਕ ਜ਼ਿੰਦਗੀ ਦੀ ਟ੍ਰੇਨ ਮੇਰੇ ਜੋ ਟਰੈਕ ਤੋਂ ਉਤਰ ਜਾਣੀ ਆ, ਜਿੰਨਾ ਸਰੀਰ ਦੇ ਵਿੱਚ ਅੱਗੇ ਵੱਧਦੇ ਜਾਵਾਂਗੇ ਓਨਾ ਹੀ ਪਰਮੇਸ਼ਰ ਨੂੰ ਦੂਰੀ ਬਣਦੀ ਜਾਵੇਗੀ। ਹੋ ਸਕਦਾ ਵਾਪਸੀ ਵਾਸਤੇ ਸਾਡੇ ਕੋਲ ਇੰਜਣ ਹੀ ਤੇਲ ਹੀ ਨਾ ਹੋਵੇ, ਹੋ ਸਕਦਾ ਵਾਪਸੀ ਵਾਸਤੇ ਮੰਜ਼ਿਲ ਤੇ ਪਹੁੰਚਣ ਲਈ ਪੈਸੇ ਨਾ ਕਿਰਾਏ ਨਾ ਹੋਵੇ, ਹੋ ਸਕਦਾ ਰਾਤ ਪੈ ਜਾਏ, ਫੇਰ ਕੀ ਹੋਏਗਾ? ਇਹ ਤਾਂ ਸਮਾਂ ਸਾਨੂੰ ਹੁਣ ਮਿਲਿਆ ਕਿ ਸੁਚੇਤ ਹੋਈਏ ਤੇ ਆਪਣੀ ਇਨਸਾਨੀਅਤ ਵੱਲ ਵੀ ਧਿਆਨ ਰੱਖੀਏ ਕਿ ਮੈਂ ਅਸਲ ਕਿਸ ਇਨਸਾਨੀਅਤ ਦਾ ਮਾਲਕ ਆ, ਕਿਸ ਇਨਸਾਨੀਅਤ ਨਾਲ ਚੱਲਿਆ ਪਿਆ ਆ। ਕਿ ਮੈਂ ਪਰਮੇਸ਼ਰ ਦੇ ਵਚਨਾਂ ਦੇ ਅਨੁਸਾਰ ਆ ਜਾਂ ਵਚਨਾਂ ਤੋਂ ਬਗੈਰ ਹੀ ਦੌੜਾ ਭੱਜਾ ਫਿਰਦਾ ਆ? ਕਾਦੇ ਨਾਲ ਤੁਸੀਂ ਆਪਣੀ ਭਗਤੀ ਦੀ ਤੁਲਨਾ ਕਰਦੇ ਹੋ? ਕਾਦੇ ਨਾਲ, ਕਾਦੇ ਨਾਲ ਨਾਪਦੇ ਹੋ? ਹਾਲੇਲੂਇਆ। ਕੱਪੜਾ ਮਿਲਣਾ ਹੋਵੇ ਮੀਟਰ ਨਾਲ ਮਿਲ ਲਈਦਾ, ਖੰਡ ਤੋਲਣੀ ਹੋਵੇ ਤਾਂ ਬੱਟੇ ਹੈਗੇ ਆ ਕਿਲੋ 2 ਕਿਲੋ ਦੇ, ਦੁੱਧ ਮਿਲਣਾ ਹੋਵੇ ਤਾਂ ਲੀਟਰ ਹਰ ਤੋਂ ਅੱਧਾ ਲੀਟਰ ਪਾਈਆ ਲੀਟਰ ਸਭ ਕੁਝ ਸਾਡੇ ਤੋਂ ਹੈਗਾ। ਭਗਤੀ ਕਾਹਦੇ ਨਾਲ ਨਾਪਾਂਗੇ? ਜੇ ਅੱਜ ਤੱਕ ਨਾਪਦਾ ਹੀ ਆਏ ਆ, ਮੈਂ ਇੰਨਾ ਪ੍ਰਭੂ ਚ ਚੱਲਦਾ ਆ ਫੇਰ ਵੀ ਮੇਰੇ ਨਾਲ ਇਦਾਂ ਕਿਉਂ ਹੁੰਦੀ ਆ? ਮਤਲਬ ਨਾਪਦੇ ਆ, ਕਿਸੇ ਤੇ ਨਾਪਦੇ ਆ। ਮੈਂ ਆ ਵੀ ਕਰਦੀ ਆ ਪਰ ਫੇਰ ਮੇਰੇ ਨਾਲ ਇਦਾਂ ਕਿਉਂ ਹੁੰਦੀ ਆ? ਮਤਲਬ ਤੁਸੀਂ ਆਪਣੀ ਭਗਤੀ ਨਾਪ ਰਹੇ ਆ। ਮੈਂ ਪ੍ਰਾਰਥਨਾ ਵੀ ਕਰਦਾ, ਮੈਂ ਵਰਤ ਵੀ ਰੱਖਦਾ ਆ, ਮੈਂ ਸਬਤ ਵੀ ਮਨਾਉਂਦਾ ਆ, ਮੈਂ ਆ ਵੀ ਕਰਦਾ, ਮੈਂ ਉਹ ਵੀ ਕਰਦਾ ਆ, ਪਰ ਮੇਰੇ ਨਾਲ ਇਦਾਂ ਕਿਉਂ ਹੁੰਦੀ ਆ? ਇਹਦਾ ਮਤਲਬ ਤੁਸੀਂ ਆਪਣੀ ਭਗਤੀ ਨੂੰ ਨਾਪ ਰਹੇ ਆ, ਲੇਕਿਨ ਤੁਹਾਡੇ ਨਾਪਣ ਦਾ ਜਿਹੜਾ ਨਾਪ ਤੋਲ ਆ ਉਹ ਗਲਤ ਆ। ਨਾਪ ਤੋਲ ਜੇ ਸਹੀ ਲੈਣਾ ਆ, ਅੱਜ ਧਿਆਨ ਨਾਲ ਸੁਣਨਾ, ਪਵਿੱਤਰ ਬਾਈਬਲ ਨਵਾਂ ਨੇਮ ਤੁਹਾਡੀ ਭਗਤੀ ਦਾ ਨਾਪ ਤੋਲ ਆ। ਸੰਤ ਪੌਲਸ ਦੀਆਂ ਪੱਤਰੀਆਂ ਨਾਪ ਤੋਲ ਆ। ਜੇ ਤੁਸੀਂ ਆਪਣੇ ਜੀਵਨ ਨੂੰ ਸੰਤ ਪੌਲਸ ਦੀਆਂ ਪੱਤਰੀਆਂ ਦੇ ਅਨੁਸਾਰ ਨਾਪ ਤੋਲ ਲਾਓਗੇ, ਯਿਸੂ ਮਸੀਹ ਨਾਲ ਤੁਹਾਡਾ ਬਹੁਤ ਜਲਦੀ ਰਿਸ਼ਤਾ ਬਣ ਜਾਏਗਾ। ਹਾਲੇਲੂਇਆ। ਨਾਪ ਤੋਲ ਆਪਣੀ ਪ੍ਰਾਰਥਨਾ ਨਾਲ ਨਾ ਕਰੋ, ਆਪਣੇ ਸ਼ਬਦ ਨਾਲ ਨਾ ਕਰੋ। ਨਾਪ ਤੋਲ ਤੁਸੀਂ ਬਾਈਬਲ ਨਾਲ ਕਰੋ ਕਿ ਮੈਂ ਬਾਈਬਲ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰ ਰਿਹਾ ਕਿ ਨਹੀਂ ਕਰ ਰਿਹਾ। ਜੇ ਬਾਈਬਲ ਦੇ ਅਨੁਸਾਰ ਹੈ ਤਾਂ ਮਤਲਬ ਤੁਸੀਂ ਮਸੀਹ ਯਿਸੂ ਵਿੱਚ ਹੋ। ਜੇ ਤੁਸੀਂ ਯਿਸੂ ਮਸੀਹ ਵਿੱਚ ਹੋ ਤਾਂ ਗੁਲਾਮ ਕਰਨ ਵਾਲੀਆਂ ਸ਼ਕਤੀਆਂ ਤੁਹਾਡੇ ਤੋਂ ਕੋਹਾਂ ਦੂਰ ਰਹਿਣਗੀਆਂ। ਹਾਲੇਲੂਇਆ। ਤੇ ਜੇ ਤੁਸੀਂ ਮੇਰੇ ਤੋਂ ਪ੍ਰਾਰਥਨਾ ਕਰਨ ਵਾਲੇ ਹੋ, ਸਬਤ ਮਨਾਉਣ ਵਾਲੇ ਆ, ਲੇਕਿਨ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਚੱਲਣ ਵਾਲੇ ਨਹੀਂ ਆ, ਮੇਰੇ ਤੋਂ ਗੁਲਾਮ ਕਰਨ ਵਾਲੀਆਂ ਸ਼ਕਤੀਆਂ ਤੁਹਾਡੇ ਵਿੱਚ, ਤੁਹਾਡੀ ਵਾਈਫ ਦੇ ਵਿੱਚ, ਤੁਹਾਡੇ ਬੱਚਿਆਂ ਦੇ ਵਿੱਚ, ਤੁਹਾਡੇ ਪੇਰੈਂਟਸ ਦੇ ਵਿੱਚ, ਤੁਹਾਡੇ ਘਰ ਦੇ ਵਿੱਚ, ਤੁਹਾਡੇ ਬਿਜ਼ਨਸ ਦੇ ਵਿੱਚ ਆਮ ਹੀ ਘੁੰਮਣਗੀਆਂ ਤੇ ਆਮ ਹੀ ਤੁਹਾਨੂੰ ਗੁਲਾਮ ਕਰਕੇ ਰੱਖਣਗੀਆਂ। ਹਾਲੇਲੂਇਆ। ਇਸੇ ਲਈ ਪ੍ਰਭੂ ਯਿਸੂ ਮਸੀਹ ਦਾ ਦਾਸ ਸੰਤ ਪੌਲਸ ਬਿਆਨ ਕਰਦਾ ਆ ਕਿ ਜਿਹੜੇ ਮਸੀਹ ਯਿਸੂ ਵਿੱਚ ਹਨ, ਨਵੀਂ ਇਨਸਾਨੀਅਤ, ਪੁਰਾਣੀ ਇਨਸਾਨੀਅਤ ਨਾਲ ਕਦੀ ਵੀ ਤੁਸੀਂ ਪਰਮੇਸ਼ਰ ਦੇ ਨੇੜੇ ਨਹੀਂ ਜਾ ਸਕਦੇ, ਕਦੀ ਨਹੀਂ। ਪੁਰਾਣੇ ਨੇਮ ਦੇਖ ਲਓ, ਕੋਈ ਵੀ ਬਾਚਾ ਦੇ ਸੰਦੂਕ ਦੇ ਨੇੜੇ ਤੱਕ ਨਹੀਂ ਜਾਣ ਦਿੱਤਾ ਜਾਂਦਾ ਸੀ। ਪਰਮੇਸ਼ਰ ਦੇ ਨੇੜੇ ਜਾਣ ਦੀ ਤਾਂ ਗੱਲ ਬੜੀ ਦੂਰ ਦੀ ਆ। ਉਹ ਸੰਦੂਕ ਦੇ ਨੇੜੇ ਨਹੀਂ ਜਾਣ ਦਿੱਤਾ ਜਾਂਦਾ ਸੀ। ਜਿਹੜਾ ਜਾਂਦਾ ਸੀ ਖਤਮ ਹੋ ਜਾਂਦਾ ਸੀ। ਹਾਲੇਲੂਇਆ। ਤੇ ਹੁਣ ਵੀ ਸਾਨੂੰ ਲੱਗਦਾ ਕਿ ਕੋਈ ਗੱਲ ਨਹੀਂ, ਪਰਮੇਸ਼ਰ ਸਾਡੀ ਸੁਣੇਗਾ, ਪਰਮੇਸ਼ਰ ਸਾਡੀ ਆਵਾਜ਼ ਦੁਹਾਈ ਦੇ ਉੱਤਰ ਦੇ ਦੇਣਾ ਆ, ਪਰਮੇਸ਼ਰ ਲਈ ਕੰਮ ਕਰ ਦੇਣਾ। ਨਹੀਂ, ਜਦ ਤੱਕ ਤੁਸੀਂ ਪਰਮੇਸ਼ਰ ਵਿੱਚ ਨਹੀਂ ਆ, ਕੰਮ ਕੋਈ ਨਹੀਂ ਹੋ ਸਕਦਾ। ਜੇ ਤੁਸੀਂ ਪਰਮੇਸ਼ਰ ਵਿੱਚ ਨਹੀਂ ਆ, ਕਦੀ ਵੀ ਤੁਸੀਂ ਆਪਣੀ ਗੁਲਾਮੀ ਦੇ ਬੰਧਨ ਤੋਂ ਆਜ਼ਾਦ ਨਹੀਂ ਹੋ ਸਕੋਗੇ। ਪਰ ਜਦੋਂ ਤੁਸੀਂ ਪਰਮੇਸ਼ਰ ਮਸੀਹ ਯਿਸੂ ਵਿੱਚ ਆ ਜਾਂਦੇ ਆ, ਤੁਹਾਨੂੰ ਕੋਈ ਬੰਧਨ ਧਰਤੀ ਦਾ ਦਾਦਾ ਬਣਿਆ ਨਹੀਂ ਜਿਹੜਾ ਗੁਲਾਮ ਕਰ ਲਵੇ।
ਕੋਈ ਇਦਾਂ ਦੀ ਕੜੀ ਬਣੀ ਨਹੀਂ ਜਿਹੜੀ ਤੁਹਾਨੂੰ ਗੁਲਾਮ ਕਰ ਲਵੇ। ਪੌਲਸ ਤੇ ਸਿਲਾਸ ਜੇਲ੍ਹ ਦੇ ਵਿੱਚ ਪਾ ਦਿੱਤੇ ਗਏ ਆ, ਕਾਠ ਪੈਰਾਂ ਵਿੱਚ ਠੋਕ ਦਿੱਤੀ ਗਈ, ਬੇੜੀਆਂ ਪਈਆਂ ਹੋਈਆਂ ਆ, ਮੇਰੇ ਹੱਥਕੜੀਆਂ ਲੱਗੀਆਂ ਹੋਈਆਂ ਆ, ਔਰ ਕਿੰਨੇ ਪੀੜਾ ਦੇ ਵਿੱਚ ਆ। ਲਿਖਿਆ ਗਿਆ ਬਾਈਬਲ ਦੇ ਵਿੱਚ ਉਹ ਰਾਤ ਨੂੰ ਅੱਧੀ ਰਾਤ ਨੂੰ ਪ੍ਰਾਰਥਨਾ ਕਰਨ ਤੋਂ ਭਜਨ ਗਾਉਣ ਲੱਗੇ ਤੇ ਲਿਖਿਆ ਬਾਈਬਲ 'ਚ ਵੱਡਾ ਭੁਚਾਲ ਆਇਆ। ਸਭ ਕੁਝ ਜੇ ਕਹੀਏ ਬੇੜੀਆਂ ਕੀ ਹਰ ਇੱਕ ਚੀਜ਼ ਉਹਨਾਂ ਦੇ ਪੈਰਾਂ 'ਚੋਂ ਹੱਥਾਂ 'ਚੋਂ ਖੁੱਲ ਕੇ ਡਿੱਗ ਪਈ, ਕਿਉਂਕਿ ਬੰਨਣ ਦੇ ਲਈ ਕੋਈ ਬੇੜੀ 'ਚ ਇੰਨੀ ਤਾਕਤ ਹੀ ਨਹੀਂ ਆ ਜਿਹੜਾ ਮਸੀਹ ਯਿਸੂ ਦੇ ਬੰਦੇ ਨੂੰ ਜਕੜ ਲਵੇ। ਹਾਲੇਲੂਇਆ। ਜਕੜੇ ਪਏ ਆ, ਕੋਈ ਕਿਸੇ ਪੀੜਾ 'ਚ, ਕਿਸੇ ਸ਼ਰਾਪ 'ਚ, ਕੋਈ ਕਿਸੇ ਦੁੱਖ 'ਚ, ਕੋਈ ਕਿਸੇ ਕਸ਼ਟ ਵਿੱਚ, ਕਿਸੇ ਪਰੇਸ਼ਾਨੀ ਦੇ ਵਿੱਚ, ਤੇ ਮਨ ਦੀਆਂ ਤਸੱਲੀਆਂ ਨਾਲ ਗਵਾਈਆਂ ਬਣਾਈ ਜਾਂਦੇ ਆ, ਆਪਣੀਆਂ ਆਪਣੇ ਅੰਦਰੋਂ ਹੀ ਗਵਾਈਆਂ ਬਣਾਈ ਜਾਂਦੇ ਆ। ਮੈਨੂੰ ਇਦਾਂ ਹੋਈ ਸੀ, ਮੈਨੂੰ ਇਦਾਂ ਹੋਇਆ ਸੀ, ਮੈਨੂੰ ਆਹ ਮਿਲਣਾ ਸੀ, ਮੈਨੂੰ ਉਹ ਮਿਲਣਾ ਸੀ, ਇਸ ਕਰਕੇ ਮੈਨੂੰ ਇਦਾਂ ਹੋਈ ਹੈ। ਨਹੀਂ, ਜਦੋਂ ਤੁਸੀਂ ਆਪਣਾ ਦਿਮਾਗ ਆਪ ਦੜਾ ਰਹੇ, ਇਹਦਾ ਮਤਲਬ ਤੁਸੀਂ ਅਜੇ ਵੀ ਪੁਰਾਣੀ ਇਨਸਾਨੀਅਤ ਵਿੱਚ ਹੀ ਜ਼ਿੰਦਗੀ ਬਤੀਤ ਕਰ ਰਹੇ ਆ। ਪ੍ਰਭੂ ਯਿਸੂ ਮਸੀਹ ਦਾ ਵਚਨ ਜੋ ਬਿਆਨ ਕਰਦਾ ਸੀ ਉਹਦੇ ਅਨੁਸਾਰ ਨਹੀਂ ਚੱਲ ਰਿਹਾ। ਕੋਲਸੀਆਂ ਦੀ ਕਿਤਾਬ ਦੇ ਵਿੱਚ ਪੜਾਂਗੇ ਇੱਕ ਆਇਤ, ਕੋਲਸੀਆਂ ਦੀ ਕਿਤਾਬ 3 ਅਧਿਆਇ ਉਹਦੀ 9 ਆਇਤ। ਇੱਕ ਦੂਏ ਨਾਲ ਝੂਠ ਨਾ ਮਾਰੋ, ਇੱਕ ਦੂਜੇ ਨਾਲ ਝੂਠ ਨਾ ਮਾਰੋ, ਕਿਉਂ ਜੋ ਤੁਸੀਂ ਪੁਰਾਣੀ ਇਨਸਾਨੀਅਤ ਨੂੰ ਉਹਦੀਆਂ ਕਰਨੀਆਂ ਸਣੇ ਲਾ ਸੁੱਟਿਆ, ਕਿਉਂ ਜੋ ਤੁਸੀਂ ਪੁਰਾਣੀ ਇਨਸਾਨੀਅਤ ਨੂੰ ਉਹਦੀਆਂ ਕਰਨੀਆਂ ਦੇ ਅਨੁਸਾਰ ਲਾ ਸੁੱਟਿਆ, ਅਤੇ ਨਵੀਂ ਨੂੰ ਪਹਿਨ ਲਿਆ, ਜੋ ਅਤੇ ਨਵੀਂ ਨੂੰ ਪਹਿਨ ਲਿਆ, ਜੋ ਪੂਰਨ ਗਿਆਨ ਲਈ, ਜੋ ਪੂਰਨ ਗਿਆਨ ਲਈ ਆਪਣੇ ਕਰਤਾਰ ਦੇ ਸਰੂਪ ਉੱਤੇ, ਆਪਣੇ ਕਰਤਾਰ ਦੇ ਸਿਰਜਣਹਾਰ ਦੇ ਸਰੂਪ ਉੱਤੇ ਨਵੀਂ ਬਣਦੀ ਜਾਂਦੀ ਹੈ। ਨਵੀਂ ਬਣਦੀ ਜਾਂਦੀ ਹੈ। ਨਵੀਂ ਇਨਸਾਨੀਅਤ ਨੂੰ ਮੇਰੇ ਤੋਂ ਲਿਖਿਆ ਗਿਆ ਤੁਸੀਂ ਪਹਿਨ ਲਿਆ ਗਿਆਨ ਦੇ ਲਈ, ਗਿਆਨ ਲਈ ਆਪਣੇ ਕਰਤਾਰ ਦੇ ਸਰੂਪ ਉੱਤੇ। ਜਦ ਤੱਕ ਤੁਸੀਂ ਨਵੀਂ ਇਨਸਾਨੀਅਤ ਨੂੰ ਨਹੀਂ ਪਹਿਨਦੇ, ਤੁਸੀਂ ਆਪਣੇ ਕਰਤਾਰ ਭਾਵ ਸਿਰਜਣਹਾਰ ਦੇ ਸਰੂਪ ਉੱਤੇ ਨਹੀਂ ਆ ਸਕਦੇ। ਤੇ ਪਰਮੇਸ਼ਰ ਨੇ ਆਦਮ ਨੂੰ ਕਿਸ ਦੇ ਸਰੂਪ ਉੱਤੇ ਬਣਾਇਆ ਸੀ? ਪਰਮੇਸ਼ਰ ਨੇ ਆਦਮ ਨੂੰ ਕਿਹਦੇ ਸਰੂਪ ਉੱਤੇ ਬਣਾਇਆ ਸੀ? ਲਿਖਿਆ ਗਿਆ ਆਪਣੇ ਸਰੂਪ ਉੱਤੇ। ਸਿਰਜਣਹਾਰੇ ਨੇ ਆਦਮ ਨੂੰ ਆਪਣੇ ਸਰੂਪ ਉੱਤੇ ਬਣਾਇਆ। ਸ਼ੈਤਾਨ ਨੇ ਸਰੂਪ ਵਿਗਾੜ ਦਿੱਤਾ, ਇਨਸਾਨੀਅਤ ਵਿਗਾੜ ਦਿੱਤੀ। ਫਿਰ ਯਿਸੂ ਮਸੀਹ ਦੇ ਵਸੀਲੇ ਦੇ ਨਾਲ ਇੱਕ ਨਵੀਂ ਇਨਸਾਨੀਅਤ ਨੂੰ ਜਨਮ ਦਿੱਤਾ ਗਿਆ। ਇਹ ਨਵੀਂ ਇਨਸਾਨੀਅਤ ਗਿਆਨ ਦੇ ਦੁਆਰਾ ਫਿਰ ਉਸੇ ਸਰੂਪ 'ਚ ਕਨਵਰਟ ਹੋਵੇਗੀ, ਤਬਦੀਲ ਹੋਵੇਗੀ ਜਿਸ ਸਰੂਪ ਨੂੰ ਪਰਮੇਸ਼ਰ ਨੇ ਆਪਣੇ ਸਰੂਪ ਉੱਤੇ ਬਣਾਇਆ ਸੀ। ਉਹ ਸਰੂਪ ਆ ਪਹਿਲਾ ਆਦਮ, ਤੇ ਅੱਜ ਵੀ ਖੁਦਾ ਤੁਹਾਡੇ ਵਿੱਚ ਉਸ ਆਦਮ ਵਾਲੀ ਕੁਆਲਿਟੀ ਨੂੰ ਲੱਭਦਾ ਆ, ਤਾਂ ਕਿ ਆਪਣੀ ਕਿਰਪਾ ਤੇ ਆਪਣੀ ਦਇਆ ਨੂੰ ਤੁਹਾਡੇ ਉੱਤੇ ਪ੍ਰਗਟ ਕਰ ਸਕੇ ਤੇ ਤੁਸੀਂ ਛੁਡਾਏ ਜਾ ਸਕੋ। ਹਾਲੇਲੂਇਆ। ਜਦੋਂ ਆਦਮ ਦੀ ਇਨਸਾਨੀਅਤ ਬਦਲੀ, ਜਦੋਂ ਆਦਮ ਦੀ ਇਨਸਾਨੀਅਤ ਬਦਲੀ ਤਾਂ ਉਹਦੇ ਹਾਲਾਤ ਕੀ ਸੀ? ਪਹਿਲੀ ਇਨਸਾਨੀਅਤ ਜੋ ਪਰਮੇਸ਼ਰ ਦੇ ਮਨ ਭਾਉਂਦੀ ਸੀ, ਜੋ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਸੀ, ਉਹਦੇ ਵਿੱਚ ਆਦਮ ਨੂੰ ਕਦੇ ਕੋਈ ਘਾਟ, ਕਦੇ ਕੋਈ ਥੋੜ ਨਹੀਂ ਸੀ, ਤੇ ਪਰਮੇਸ਼ਰ ਉਹਦੇ ਸਾਥ ਰਹਿੰਦਾ ਸੀ। ਪਰ ਜਦੋਂ ਉਹਦੀ ਇਨਸਾਨੀਅਤ ਬਦਲੀ, ਜਿਸ ਇਨਸਾਨੀਅਤ ਵਿੱਚ ਅੱਜ ਵੀ ਲੋਕ ਜੀਵਨ ਬਤੀਤ ਕਰ ਰਹੇ ਆ, ਅੱਜ ਵੀ ਉਸੇ ਇਨਸਾਨੀਅਤ ਵਿੱਚ ਜੀਵਨ ਬਤੀਤ ਕਰ ਰਹੇ। ਕਿਹੜੀ ਇਨਸਾਨੀਅਤ? ਮੇਰੇ ਜਦੋਂ ਆਦਮ ਦੀ ਇਨਸਾਨੀਅਤ ਬਦਲੀ ਤੇ ਮੇਰੇ ਉਹਦੇ ਉੱਤੇ ਕਿਰਪਾ ਨਹੀਂ। ਫਿਰ 3 ਅਧਿਆਇ ਉਤਪਤ ਦੀ ਕਿਤਾਬ 17 ਆਇਤ, ਉਤਪਤ 3 ਉਹਦੀ 17 ਆਇਤ 'ਚ ਲਿਖਿਆ ਗਿਆ, ਪੜਾਂਗੇ 17, 18, 19 ਜਲਦੀ ਨਾਲ। ਫਿਰ ਉਸਨੇ ਆਦਮੀ ਨੂੰ ਆਖਿਆ, ਪੁਰਾਣੀ ਇਨਸਾਨੀਅਤ, ਬਦਲੀ ਹੋਈ ਇਨਸਾਨੀਅਤ ਦੇ ਵਿੱਚ ਮੇਰੇ ਤੋਂ ਕੰਮ ਕੀ ਪ੍ਰਗਟ ਹੋਏ? ਜਦੋਂ ਪੁਰਾਣੀ ਇਨਸਾਨੀਅਤ ਵਿੱਚ ਚੱਲਾਂਗੇ, ਜਾਂ ਮੇਰੇ ਜੋ ਆਦਮ ਨੇ ਜਿਹੜੀ ਇਨਸਾਨੀਅਤ ਪੈਦਾ ਕੀਤੀ ਆਪ ਆਪਣੇ ਆਪ ਤੋਂ, ਉਹਦੇ ਵਿੱਚ ਅਸਰ ਤੇ ਫਲ ਕੀ ਆ? ਹਾਂਜੀ, ਕਿ ਇਸ ਲਈ ਕਿ ਤੂੰ ਆਪਣੀ ਤੀਵੀਂ ਦੀ ਗੱਲ ਸੁਣੀ, ਇਸ ਲਈ ਕਿ ਤੂੰ ਗਲਤ ਸਲਾਹ ਲਈ ਅਤੇ ਉਸ ਬੇਸ਼ ਤੋਂ ਖਾਦਾ, ਜਿਸ ਦੇ ਵਿਖੇ ਮੈਂ ਤੈਨੂੰ ਹੁਕਮ ਦਿੱਤਾ ਸੀ ਭਈ ਤੂੰ ਇਸ ਤੋਂ ਨਾ ਖਾਈ, ਸੋ ਜ਼ਮੀਨ ਤੇਰੇ ਕਾਰਨ ਸ਼ਰਾਪਤ ਹੋਈ। ਸੋ ਜ਼ਮੀਨ ਤੇਰੇ ਕਾਰਨ ਸ਼ਰਾਪਤ ਹੋਈ। ਇਹ ਹੈ ਪੁਰਾਣੀ ਇਨਸਾਨੀਅਤ ਦਾ ਪਹਿਲਾ ਫਲ, ਜੋ ਕੋਈ ਵੀ ਮਨੁੱਖ ਨਹੀਂ ਚਾਹੁੰਦਾ ਕਿ ਮੇਰੀ ਜ਼ਮੀਨ ਸ਼ਰਾਪਤ ਹੋਵੇ। ਜ਼ਮੀਨ ਜਿੱਤੋਂ ਕੁਝ ਪੈਦਾ ਹੁੰਦਾ ਹੈ, ਜ਼ਮੀਨ ਜਿੱਤੋਂ ਕੁਝ ਆਸ ਹੁੰਦੀ ਹੈ, ਜ਼ਮੀਨ ਜਿੱਤੋਂ ਫਲ ਮਿਲਦਾ ਹੈ, ਜ਼ਮੀਨ ਜਿੱਤੋਂ ਅਸੀਂ ਧਨਵਾਨ ਹੁੰਦੇ ਆ, ਵੱਡਿਆਂ 'ਚ ਗਿਣੇ ਜਾਂਦੇ ਆ, ਉਸ ਜ਼ਮੀਨ ਦੀ ਗੱਲ ਕੀਤੀ ਆ। ਜ਼ਮੀਨ ਸ਼ਰਾਪਤ ਹੋਈ। ਅੱਗੇ ਤੂੰ ਆਪਣੇ ਜੀਵਨ ਦੇ ਸਾਰੇ ਦਿਨ, ਤੂੰ ਆਪਣੇ ਜੀਵਨ ਦੇ ਸਾਰੇ ਦਿਨ ਉਸ ਤੋਂ ਦੁੱਖ ਨਾਲ ਖਾਵੇਂਗਾ, ਉਸ ਤੋਂ ਦੁੱਖ ਨਾਲ ਖਾਵੇਂਗਾ। ਧਿਆਨ ਦਿਓ, ਤੂੰ ਆਪਣੀ ਹੀ ਜ਼ਮੀਨ ਤੋਂ ਦੁਖੀ ਹੋਵੇਂਗਾ, ਤੇ ਤੇਰੀ ਚਾਹਤ ਵੀ ਆਪਣੀ ਜ਼ਮੀਨ ਤੱਕ ਹੀ ਹੋਵੇਗੀ, ਤੇ ਦੁੱਖ ਨਾਲ ਖਾਏਂਗਾ। ਇਹ ਕਿਹੜੀ ਇਨਸਾਨੀਅਤ? ਜਿਹੜੀ ਨਵੇਂ ਨੇਮ 'ਚ ਜਿਹਨੂੰ ਪੁਰਾਣੀ ਇਨਸਾਨੀਅਤ ਕਹਿੰਦੇ ਆ, ਪਰ ਆਦਮ ਲਈ ਇਹ ਨਵੀਂ ਇਨਸਾਨੀਅਤ ਸੀ।
ਆਦਮ ਲਈ ਨਵੀਂ ਕਿੱਦਾਂ ਸੀ? ਕਿਉਂਕਿ ਜਿਹੜੀ ਪਰਮੇਸ਼ਵਰ ਨੇ ਉਹਨੂੰ ਸਿੱਖਿਆ ਦਿੱਤੀ ਸੀ ਉਹ ਸੀ ਪਰਮੇਸ਼ਵਰ ਦੇ ਮਨ ਭਾਉਂਦੀ ਇਨਸਾਨੀਅਤ। ਲੇਕਿਨ ਆਦਮ ਨੂੰ ਨੇ ਜਿਹੜੀ ਇਨਸਾਨੀਅਤ ਨੂੰ ਅਪਣਾ ਲਿਆ, ਉਹ ਇਨਸਾਨੀਅਤ ਆਦਮ ਲਈ ਬੇਸ਼ੱਕ ਨਵੀਂ ਸੀ, ਉਹ ਸੋਚ ਨਵੀਂ ਸੀ, ਲੇਕਿਨ ਉਹਦੇ ਰਿਜ਼ਲਟ ਗਲਤ ਨਿਕਲਣੇ ਸ਼ੁਰੂ ਹੋ ਗਏ। ਕਈ ਵਾਰ ਸਾਡੀ ਸੋਚ ਜਿਹੜੀ ਹੁੰਦੀ ਆ ਸਾਡੇ ਲਈ ਬਹੁਤ ਵਧੀਆ ਹੁੰਦੀ ਆ, ਅਸੀਂ ਪਰਮੇਸ਼ਰ ਦੇ ਵਚਨ ਤੋਂ ਬਾਹਰ ਰਹਿ ਕੇ ਆਪਣੇ ਲਈ ਚੰਗੀ ਸੋਚ ਨਾਲ ਚੱਲਣਾ ਸ਼ੁਰੂ ਕਰਦੇ ਆ, ਤੇ ਉਹ ਚੰਗੀ ਸੋਚ ਸਾਨੂੰ ਕਈ ਘਾਟਿਆਂ 'ਚ ਲੈ ਕੇ ਚਲੀ ਜਾਂਦੀ, ਕਈ ਘਾਟਿਆਂ 'ਚ, ਕਈ ਗਮਾਂ ਦੇ ਵਿੱਚ ਲੈ ਕੇ ਚਲੀ ਜਾਂਦੀ, ਕਈ ਮੇਰੇ ਦੁੱਖ ਦੇ ਤੀਰਾਂ 'ਚ ਬਿੰਨ ਕੇ ਚਲ ਜਾਂਦੀ ਆ, ਤੇ ਫਿਰ ਸਾਨੂੰ ਲੱਗਦਾ ਕਿ ਇਹ ਕੁਝ ਗਲਤ ਹੋ ਗਿਆ। ਆਦਮ ਨੂੰ ਵੀ ਲੱਗਾ ਕਿ ਜਿਹੜਾ ਫਲ ਖਾਦਾ ਆ, ਜਿਹੜਾ ਸਵਾਦ ਚੱਖਿਆ ਆ, ਇਹ ਕੁਝ ਵਧੀਆ ਹੀ ਕਰੇਗਾ। ਤੇ ਪਰਮੇਸ਼ਰ ਨੇ ਕੀ ਕਿਹਾ? ਉਹ ਜੋ ਤੂੰ ਚੱਖ ਲਿਆ ਆ, ਉਹ ਜਿਹਦੇ ਤੂੰ ਪਿੱਛੇ ਚੱਲ ਪਿਆ ਆ, ਉਹ ਜਿਹੜੀ ਇਨਸਾਨੀਅਤ ਤੂੰ ਮੇਰੀ ਛੱਡੀ ਤੇ ਤੂੰ ਆਪਣੀ ਅਪਣਾ ਲਈ ਆ, ਹੁਣ ਕਹਿੰਦਾ ਆਪਣੀ ਜ਼ਮੀਨ ਤੋਂ ਤੂੰ ਸਾਰੇ ਦੁੱਖ ਦੇ ਜਿਹੜੇ ਸਾਰੇ ਜ਼ਿੰਦਗੀ ਦੇ ਦਿਨ ਜਿਹੜੇ ਆ ਦੁੱਖ ਨਾਲ ਖਾਵੇਂਗਾ। ਹਾਂਜੀ, ਉਹ ਕੰਡੇ ਅਰ ਕੰਡਿਆਲੇ ਤੇਰੇ ਲਈ ਉਗਾਵੇਗੀ। ਉਹ ਕੰਡੇ ਤੇ ਕੰਡਿਆਲੇ, ਉਹ ਗੱਲਾਂ ਜਿਹੜੀਆਂ ਤੁਹਾਨੂੰ ਪਸੰਦ ਨਹੀਂ ਆ, ਤੁਹਾਡੇ ਕੰਨ ਸੁਣਨਾ ਨਹੀਂ ਚਾਹੁੰਦੇ, ਤੁਹਾਡਾ ਦਿਲ ਮੰਨਣਾ ਨਹੀਂ ਚਾਹੁੰਦਾ, ਤੁਹਾਨੂੰ ਉਹ ਗੱਲਾਂ ਮਿਲਣਗੀਆਂ। ਚੁੱਭਣ ਵਾਲੀਆਂ ਗੱਲਾਂ, ਚੁੱਭਣ ਵਾਲੀ ਜ਼ਿੰਦਗੀ ਤੇ ਚੁੱਭਣ ਵਾਲੀਆਂ ਮੇਰੇ ਜੋ ਸੋਚਾਂ ਹੋਣਗੀਆਂ ਤੁਹਾਡੇ 'ਚ। ਕੋਈ ਨਹੀਂ ਚਾਹੁੰਦਾ ਕਿ ਮੇਰੀ ਜ਼ਿੰਦਗੀ 'ਚ ਇਦਾਂ ਦੀ ਗੱਲ ਆਵੇ, ਕੋਈ ਨਹੀਂ ਚਾਹੁੰਦਾ ਕਿ ਮੇਰੇ ਲਈ ਕੋਈ ਇਦਾਂ ਤਾਨਾ ਮੇਣਾ ਮਾਰੇ, ਲੇਕਿਨ ਅਸੀਂ ਚੱਲ ਰਹੇ ਹਾਂ। ਅੱਜ ਵੀ ਅਸੀਂ ਚੱਲ ਰਹੇ ਹਾਂ। ਉਹਦਾ ਕਾਰਨ ਕੀ ਆ? ਕਿ ਅਸੀਂ ਉਸ ਇਨਸਾਨੀਅਤ ਦੇ ਅਨੁਸਾਰ ਜ਼ਿੰਦਗੀ ਨਹੀਂ ਬਤੀਤ ਕਰ ਰਹੇ, ਜਿਹੜੀ ਇਨਸਾਨੀਅਤ ਬਾਈਬਲ ਨਵੇਂ ਨੇਮ ਤੋਂ ਸ਼ੁਰੂ ਹੁੰਦੀ ਆ, ਸਲੀਬ ਤੋਂ ਸ਼ੁਰੂ ਹੋਈ ਹੈ, ਜਿਹੜੀ ਨਵੀਂ ਇਨਸਾਨੀਅਤ ਯਿਸੂ ਦੇ ਲਹੂ ਤੋਂ ਜਿਹੜੀ ਸ਼ੁਰੂ ਹੋਈ ਆ, ਜਿਹੜੀ ਮਾਰ ਖਾਣ ਤੋਂ ਸ਼ੁਰੂ ਹੋਈ ਆ, ਉਹ ਇਨਸਾਨੀਅਤ। ਹਾਲੇਲੂਇਆ। ਉਹ ਕੰਡੇ ਤੇ ਕੰਡਿਆਲੇ ਤੇਰੇ ਲਈ ਉਗਾਵੇਗੀ। ਤੂੰ ਪੈਲੀ ਦਾ ਸਾਗ ਪੱਤ ਖਾਵੇਂਗਾ। ਤੂੰ ਪੈਲੀ ਦਾ ਸਾਗ ਪੱਤ ਖਾਵੇਂਗਾ। ਤੂੰ ਆਪਣੇ ਮੂੰਹ ਦੇ ਮੁੜਕੇ ਨਾਲ ਰੋਟੀ ਖਾਵੇਂਗਾ। ਆਪਣੇ ਮੂੰਹ ਦੇ ਮੁੜਕੇ ਨਾਲ ਰੋਟੀ ਖਾਵੇਂਗਾ। ਇਹ ਉਹ ਇਨਸਾਨੀਅਤ ਆ ਜਿਹੜੀ ਪਰਮੇਸ਼ਰ ਨੂੰ ਪਸੰਦ ਨਹੀਂ ਆ, ਬੰਦੇ ਨੂੰ ਪਸੰਦ ਆ, ਲੇਕਿਨ ਪਰਮੇਸ਼ਰ ਸਹੀ ਜਿਹੜਾ ਤੇਰੀ ਪਸੰਦ ਦੀ ਇਨਸਾਨੀਅਤ, ਉਹਦਾ ਰਿਜ਼ਲਟ ਆ ਹੋਣਾ ਹੈ। ਤੂੰ ਮੂੰਹ ਦੇ ਮੁੜਕੇ ਨਾਲ ਰੋਟੀ ਖਾਏਂਗਾ, ਦੁੱਖ 'ਚ ਹੀ ਰਹੇਂਗਾ, ਤੰਗੀ ਤੇ ਪੀੜਾ ਤੇ ਗੁਲਾਮੀ 'ਚ ਜੀਵਨ ਬਤੀਤ ਕਰ ਦਵੇਂਗਾ, ਕਿਉਂਕਿ ਤੇਰੇ ਮਨ ਭਾਉਂਦੀ ਇਨਸਾਨੀਅਤ ਜੋ ਤੂੰ ਆਪਣੀ ਜ਼ਿੰਦਗੀ 'ਚ ਲਈ ਆ। ਇਸੇ ਲਈ ਪ੍ਰਭੂ ਦਾਸ ਪੌਲਸ ਕਹਿੰਦਾ ਹੈ ਕਿ ਪੁਰਾਣੀ ਇਨਸਾਨੀਅਤ ਨੂੰ ਲਾ ਸੁੱਟੋ। ਆਪਣਾ ਸੁਭਾਅ ਇਹ ਸਾਡੇ ਤੇ ਆ, ਅਸੀਂ ਲਾਉਣਾ ਕਿ ਨਹੀਂ ਲਾਉਣਾ, ਅਸੀਂ ਲਾਉਣਾ ਕਿ ਨਹੀਂ ਲਾਉਣਾ, ਇਹ ਤਾਂ ਸਾਡੇ ਤੇ ਆ ਕਿ ਮੈਂ ਕੱਪੜੇ ਅੱਜ ਜਾ ਕੇ ਬਦਲਨੇ ਕਿ ਨਹੀਂ ਬਦਲਨੇ। ਏਦਾਂ ਹੀ ਜਾ ਕੇ ਖਾਣਾ ਖਾ ਲੈਣਾ, ਏਦਾਂ ਹੀ ਜਾ ਕੇ ਸੌ ਜਾਣਾ, ਏਦਾਂ ਸਵੇਰੇ ਉੱਠਣਾ, ਮੂੰਹ ਹੱਥ ਧੋ ਕੇ ਮੈਂ ਇੱਕ ਦਿਨ ਪਾ ਰੱਖਾਂ, ਮੈਂ 2 ਦਿਨ ਪਾ ਰੱਖਾਂ, ਤੇ ਮੇਰੇ ਤੇ ਡਿਪੈਂਡ ਕਰਦਾ ਕਿ ਮੈਂ ਇਹਨੂੰ 4 ਦਿਨਾਂ ਬਾਅਦ ਲਾਉਣਾ, ਮੇਰੇ ਤੇ ਡਿਪੈਂਡ ਕਰਦਾ। ਏਦਾਂ ਹੀ ਪੁਰਾਣੀ ਇਨਸਾਨੀਅਤ ਤੁਹਾਡੇ ਤੇ ਡਿਪੈਂਡ ਕਰਦੀ ਆ ਕਿ ਤੁਸੀਂ ਇਸ ਇਨਸਾਨੀਅਤ 'ਚ ਬਣੇ ਰਹਿਣਾ ਤੇ ਗੁਲਾਮੀ ਝੱਲਣੀ ਆ, ਜਾਂ ਤੁਸੀਂ ਨਵੀਂ ਜ਼ਿੰਦਗੀ ਲੈਣ ਦੇ ਲਈ ਪੁਰਾਣੀ ਇਨਸਾਨੀਅਤ ਲਾ ਕੇ ਨਵੀਂ ਪਹਿਨਣੀ ਆ। ਇਹ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਨਵੀਂ ਪਹਿਨਣੀ ਕਿ ਨਹੀਂ ਪਹਿਨਣੀ। ਹਾਲੇਲੂਇਆ। ਇਹ ਤੁਹਾਡੇ ਤੇ ਆ ਕਿ ਤੁਸੀਂ ਨਵੀਂ ਪਹਿਨਣੀ ਜਾਂ ਨਹੀਂ ਪਹਿਨਣੀ। ਤੇ ਜੇ ਨਵੀਂ ਪਹਿਨੋਗੇ ਤਾਂ ਦੇ ਕਿਰਪਾ ਹੋਵੇਗੀ, ਨਹੀਂ ਤਾਂ ਪੁਰਾਣੀ ਇਨਸਾਨੀਅਤ ਜਿਹੜੀ ਅੱਜ ਦੇ ਦਿਨ ਦੀ ਪੁਰਾਣੀ ਇਨਸਾਨੀਅਤ ਆ, ਅੱਜ ਦੀ ਤਰੀਕ ਦੀ ਤੇ ਪੁਰਾਣੀ ਇਨਸਾਨੀਅਤ ਆ, ਉਹਦੇ ਫਲ ਪਰਮੇਸ਼ਰ ਨੇ ਆਦਮ ਨੂੰ ਦੱਸੇ ਆ। ਜ਼ਮੀਨ ਤੇਰੇ ਕਰਕੇ ਸ਼ਰਾਪਤ ਆ, ਮੂੰਹ ਦੇ ਮੁੜਕੇ ਨਾਲ ਰੋਟੀ ਖਾਵੇਂਗਾ, ਇਹ ਕੰਡੇ ਤੇ ਕੰਡਿਆਲੇ ਤੇਰੀ ਜ਼ਿੰਦਗੀ 'ਚ ਹੋਣਗੇ, ਦੁੱਖ ਤੇਰੀ ਜ਼ਿੰਦਗੀ 'ਚ ਹੋਵੇਗਾ, ਤੰਗੀ ਤੇਰੀ ਜ਼ਿੰਦਗੀ 'ਚ ਹੋਵੇਗੀ, ਕਿਉਂਕਿ ਨਵੇਂ ਨੇਮ ਦੇ ਅਨੁਸਾਰ ਪੁਰਾਣੀ ਇਨਸਾਨੀਅਤ ਦੇ ਫਲ ਆ। ਜੇ ਅੱਜ ਸਜ਼ਾ ਭੋਗ ਰਹੇ ਤਾਂ ਮਤਲਬ ਜੀ ਅਸੀਂ ਅਜੇ ਵੀ ਪੁਰਾਣੀ ਇਨਸਾਨੀਅਤ ਵਿੱਚ ਆ। ਬਦਲਾਵ ਕਿਉਂ ਨਹੀਂ? ਅਸੀਂ ਬਰਕਤਾਂ ਤਾਂ ਬਹੁਤ ਚਾਹੁੰਦੇ ਹਾਂ, ਅਸੀਂ ਜ਼ਿੰਦਗੀ 'ਚ ਆਨੰਦ ਤਾਂ ਬਹੁਤ ਚਾਹੁੰਦੇ ਹਾਂ, ਅਸੀਂ ਬਹੁਤ ਕੁਝ ਪ੍ਰਭੂ ਤੋਂ ਆਸ ਰੱਖਦੇ ਹਾਂ, ਲੇਕਿਨ ਮੇਰੇ ਜੋ ਸਾਡੀ ਪੁਰਾਣੀ ਇਨਸਾਨੀਅਤ ਰੁਕਾਵਟ ਆ, ਪੁਰਾਣੀ ਇਨਸਾਨੀਅਤ ਰੁਕਾਵਟ ਆ। ਤੇ ਜਦੋਂ ਤੁਸੀਂ ਪੁਰਾਣੀ ਇਨਸਾਨੀਅਤ ਲਾਤੀ ਪਰਖਣ ਲਈ ਨਹੀਂ, ਸਾਡਾ ਫਰਜ਼ ਬਣਦਾ ਜੇ ਸਾਨੂੰ ਪਰਮੇਸ਼ਰ ਨੇ ਕੁਝ ਕਿਹਾ ਹੈ ਤਾਂ ਸਾਨੂੰ ਅਸੀਂ ਉਹ ਪੂਰਾ ਕਰੀਏ। ਇੱਕ ਬੱਚਾ ਜਦੋਂ ਸਕੂਲ ਜਾਂਦਾ ਆ, ਕਿਤਾਬਾਂ ਦਾ ਮਾਲਕ ਆ, ਐਮਬੀਡੀਆਂ ਦਾ ਮਾਲਕ ਆ, ਕਾਪੀਆਂ ਦਾ ਮਾਲਕ ਆ, ਪੈਨ ਪੈਨਸਲਾਂ ਦਾ ਮਾਲਕ, ਪੂਰੇ ਬੈਗ ਦਾ ਮਾਲਕ ਆ। ਇਹ ਤਾਂ ਬੱਚੇ ਉੱਤੇ ਆ ਕਿ ਜੋ ਟੀਚਰ ਪੜਾਉਂਦਾ ਆ ਉਹਨੂੰ ਪੜ੍ਹਨਾ ਕਿ ਨਹੀਂ ਪੜ੍ਹਨਾ, ਕਿਉਂਕਿ ਕਿਤਾਬਾਂ ਦਾ ਮਾਲਕ ਆ ਉਹ। ਪੰਜਾਬੀ ਦੀ ਕਿਤਾਬ ਦੇ ਵਿੱਚ 20 ਲੈਸਨ ਆ ਤੇ ਮਾਸਟਰ ਨੇ ਇੱਕ ਦਿਨ 'ਚ 1 ਲੈਸਨ ਪੜਾਉਣਾ, ਤੇ ਬਾਕੀ 19 ਦਾ ਮਾਲਕ ਤਾਂ ਹੈਗਾ ਹੀ ਆ ਉਹਦੇ ਕੋਲ। ਮਾਸਟਰ ਨੇ ਤਾਂ 1 ਪੜਾਇਆ, ਬੱਚੇ ਕੋਲ 20 ਦੇ 20 ਮੇਰੇ ਜੋ ਲੈਸਨ। ਇਹਦਾ ਮਤਲਬ ਉਹਦੇ ਕੋਲ ਜ਼ਿਆਦਾ ਲੈਸਨ ਹੈਗੇ ਆ। ਇਹ ਤਾਂ ਹੁਣ ਬੱਚੇ ਤੇ ਆ ਕਿ ਮਾਸਟਰ ਦੇ ਕਹੇ ਅਨੁਸਾਰ ਪੜ੍ਹਨਾ ਜਾਂ ਭਾਰੀ ਝੋਲਾ ਲੈ ਕੇ ਮਾਲਕ ਬਣਿਆ ਰਹਿਣਾ। ਮੇਰੀ ਇਹ ਹਾਲਤ ਹੁੰਦੀ, ਮੇਰੀ ਬੈਗ ਦੇ ਵਿੱਚ ਪੂਰੀਆਂ ਐਮਬੀਡੀਆਂ, ਪੂਰੀਆਂ ਕਿਤਾਬਾਂ, ਪੂਰੀਆਂ ਕਾਪੀਆਂ, ਪੈਨ ਪੈਨਸਲਾਂ ਜ਼ਿਆਦਾ ਮੇਰੇ ਤੋਂ ਹੋਣੀਆਂ, ਪਰ ਹਰ ਰਿਜ਼ਲਟ ਤੀਜੀ ਵਾਰ ਪਾਸ ਹੁੰਦਾ ਸੀ। ਮੈਂ ਤੀਜੀ ਵਾਰ ਜਾ ਕੇ ਪਾਸ ਹੁੰਦਾ ਸੀ। ਮੈਂ ਤੀਜਾ ਚਾਂਸ ਲਾਸਟ ਹੁੰਦਾ, ਕਿਤੇ ਗੋਲਡਨ ਚਾਂਸ ਆ, ਫੇਰ ਪਾਸ ਹੋਣਾ ਜਾ ਕੇ। ਉਹਨਾਂ ਕਿਤਾਬਾਂ ਦੇ ਬੈਗ ਨੇ ਨਹੀਂ ਮੈਨੂੰ ਪਾਸ ਕੀਤਾ, ਪਾਸ ਕਿਹਨੇ ਕੀਤਾ? ਜੋ ਟੀਚਰ ਨੇ ਪੜਾਇਆ।
जो टीचर ने पढ़ाया, जो टीचर ने समझाया, मैं ਉਹਦੇ द्वारा पास होया, क्योंकि मैं अपनी किताबों वालों ध्यान हटा के टीचर ਦੀਆਂ ਗੱਲਾਂ ਵੱਲ ध्यान लगा लिया। ਤੇ ਐਦਾਂ ਹੀ ਬਹੁਤ ਸਾਰੇ ਲੋਕ ਆ ਅਜੇ ਪੁਰਾਣੀ ਇਨਸਾਨੀਅਤ ਵਿੱਚ ਪੁਰਾਣੀਆਂ ਗੱਲਾਂ 'ਚ ਫਸੇ ਪਏ ਆ ਕਿ ਅਸੀਂ ਪੁਰਾਣੀ ਇਨਸਾਨੀਅਤ ਦੇ ਮਾਲਕ ਆ, ਨਵਾਂ ਰੱਬ ਤੋਂ ਕੁਛ ਨਾ ਕੁਛ ਲੈ ਲਾਂਗੇ। ਨਹੀਂ ਲੈ ਸਕੋਗੇ ਕਦੀ ਵੀ। ਤੁਸੀਂ ਚੰਗਾ ਰਿਜ਼ਲਟ ਦੇਖਣਾ ਚਾਹੁੰਦੇ ਹੋ ਤਾਂ ਜੋ ਕੁਝ ਪਰਮੇਸ਼ਰ ਨਵੇਂ ਨੇਮ 'ਚ ਕਹਿ ਰਿਹਾ, ਉਸ ਨਵੇਂ ਨੇਮ ਨੂੰ ਆਪਣੇ ਜੀਵਨ ਦੇ ਵਿੱਚ ਪਹਿਲ ਦਿਓ। ਜਦੋਂ ਪਹਿਲ ਦਿਓਗੇ, ਇਹਦੇ ਵਿੱਚ ਬਣੇ ਰਹੋਗੇ ਤਾਂ ਮੇਰੇ ਜੋ ਨਵੀਆਂ ਬਰਕਤਾਂ, ਨਵੀਆਂ ਆਸ਼ੀਆਂ ਤੁਹਾਡੇ ਕੋਲ ਹੋਣਗੀਆਂ। ਅੱਜ ਦੇ ਨਵੇਂ ਨੇਮ ਦੇ ਪੁਰਾਣੀ ਇਨਸਾਨੀਅਤ ਜਿਹੜੀ ਆਦਮ ਨੇ ਅਦਨ ਦੀ ਵਾਟਕਾ 'ਚ ਆਪਣੀ ਪਤਨੀ ਦੇ ਪਿੱਛੇ ਲਾ ਕੇ ਅਪਣਾਈ, ਉਹਦਾ ਫਲ ਆ ਦੁੱਖ, ਤੰਗੀਆਂ, ਪਰੇਸ਼ਾਨੀਆਂ। ਹਾਂਜੀ ਅੱਗੇ ਪੜੀਏ। ਜਦ ਤੱਕ ਤੂੰ ਮਿੱਟੀ ਵਿੱਚ ਫੇਰ ਨਾ ਮੁੜੇ, ਕਿਉਂ ਜੋ ਤੂੰ ਨਹੀਂ, ਇਹ ਲਾਈਨ ਪੂਰੀ ਕਰੋ ਮੁੜ ਕੇ, ਇਸ ਲਾਈਨ ਨੂੰ। ਤੂੰ ਮਿੱਟੀ, ਜਦ ਤੂੰ ਮੂੰਹ ਦੀ ਮੁੜ ਕੇ ਨਾ ਰੋਟੀ ਖਾਵੇਂਗਾ, ਜਦ ਤੱਕ ਤੂੰ ਮਿੱਟੀ ਵਿੱਚ ਫੇਰ ਨਾ ਮੁੜੇ, ਕਿਉਂ ਜੋ ਤੂੰ ਉਸ ਤੋਂ ਕੱਢਿਆ ਗਿਆ ਸੀ। ਤੂੰ ਮਿੱਟੀ ਹੈ, ਤੂੰ ਮਿੱਟੀ ਹੈ ਤੇ ਮਿੱਟੀ ਵਿੱਚ ਮੁੜ ਜਾਵੇਂਗਾ। ਮਿੱਟੀ ਵਿੱਚ ਮੁੜ ਜਾਵੇਂਗਾ। ਪਰ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ? ਕਹਿੰਦਾ ਮੈਂ ਅੰਤ ਦੇ ਦਿਨਾਂ ਵਿੱਚ ਉਹਨਾਂ ਨੂੰ ਜਿਉਂਦਾ ਹੀ ਉਠਾਵਾਂਗਾ। ਪਰ ਕਿਹਨਾਂ ਨੂੰ ਉਠਾਵੇਗਾ ਜਿਉਂਦਾ? ਜਿਹੜੇ ਨਵੀਂ ਇਨਸਾਨੀਅਤ ਵਿੱਚ ਜੀਵਨ ਬਤੀਤ ਕਰਦੇ ਆ, ਬਾਈਬਲ ਦੇ ਅਨੁਸਾਰ ਨਵੇਂ ਸੁਭਾਅ ਨੂੰ ਅਪਣਾ ਲੈਂਦੇ ਆ। ਉਹ ਗੁਲਾਮੀ ਵਿੱਚ ਨਹੀਂ ਰਹਿਣਗੇ। ਜਿਨ੍ਹਾਂ ਨੂੰ ਯਿਸੂ ਮਸੀਹ ਜਿਉਂਦੇ ਹੀ ਉਠਾ ਲਵੇਗਾ, ਕਿ ਉਹ ਧਰਤੀ ਤੇ ਰਹਿੰਦੇ ਆ ਉਹਨਾਂ ਨੂੰ ਗੁਲਾਮੀ ਦਾ ਜੀਵਨ ਬਤੀਤ ਕਰਨ ਦੇਵੇਗਾ, ਕਿ ਗੁਲਾਮ ਹੋਣ ਦੇਵੇਗਾ? ਕਦੀ ਹੋ ਨਹੀਂ ਸਕਦਾ। ਇਸ ਲਈ ਮੇਰੀ ਤੋਂ ਪੁਰਾਣੀ ਇਨਸਾਨੀਅਤ ਨੂੰ ਲਾ ਕੇ ਸੁੱਟ ਦਿਓ ਤੇ ਨਵੀਂ ਨੂੰ ਪਹਿਨ ਲਵੋ। ਨਵੀਂ ਤੁਹਾਡੀ ਆਜ਼ਾਦੀ ਦਾ ਕਾਰਨ, ਨਵੀਂ ਤੁਹਾਡੀ ਆਸ਼ੀਸ਼ ਦਾ ਕਾਰਨ। ਤੇ ਜਿੰਨਾ ਤੁਸੀਂ ਪੁਰਾਣੀ ਨੂੰ ਲੈ ਕੇ, ਬਾਈਬਲ ਨੂੰ ਜਾਣਨ ਤੋਂ ਬਾਅਦ ਪੁਰਾਣੀ ਨੂੰ ਲੈ ਕੇ ਤੁਰੇ ਜਾਓਗੇ, ਇਹ ਪੁਰਾਣੀ ਇਨਸਾਨੀਅਤ ਤੁਹਾਡੇ ਪੈਰਾਂ ਦੀਆਂ ਬੇੜੀਆਂ ਬਣਦੀਆਂ ਜਾਣਗੀਆਂ। ਜਿੰਨਾ ਤੁਸੀਂ ਮੇਰੇ ਜੋ ਨਵੇਂ ਨੂੰ ਜਾਣਨ ਤੋਂ ਬਾਅਦ ਪੁਰਾਣਾ ਹੀ ਆਪਣੇ ਅੰਦਰ ਰੱਖੋਗੇ, ਇਹ ਬੇੜੀਆਂ ਹੋਰ ਮਜ਼ਬੂਤ ਹੁੰਦੀਆਂ ਜਾਣਗੀਆਂ, ਕਦੀ ਵੀ ਛੁੱਟ ਨਹੀਂ ਸਕੋਗੇ। ਪਰ ਯਿਸੂ ਮਸੀਹ ਦਾ ਦਾਸ ਮੇਰੇ ਜੋ ਪੌਲਸ ਕਹਿੰਦਾ ਆ ਕਿ ਜਿਹੜੇ ਮਸੀਹ ਯਿਸੂ ਵਿੱਚ ਹਨ, ਉਹਨਾਂ ਉੱਤੇ ਸਜ਼ਾ ਦਾ ਹੁਕਮ ਨਹੀਂ ਆ, ਉਹਨਾਂ ਉੱਤੇ ਕਿਰਪਾ ਦਾ ਹੁਕਮ ਆ, ਉਹਨਾਂ ਉੱਤੇ ਦਇਆ ਦਾ ਹੁਕਮ ਆ, ਉਹਨਾਂ ਉੱਤੇ ਵਾਧੇ ਦਾ ਹੁਕਮ ਆ, ਉਹਨਾਂ ਉੱਤੇ ਤਰੱਕੀ ਦਾ ਹੁਕਮ ਆ, ਉਹਨਾਂ ਉੱਤੇ ਖੁਸ਼ੀ ਦਾ ਹੁਕਮ ਆ, ਉਹਨਾਂ ਵਿੱਚ ਸ਼ਾਂਤੀ ਦਾ ਹੁਕਮ ਆ। ਉਹਨਾਂ ਦੀ ਅੱਖਾਂ 'ਚ ਫਿਰ ਹੰਝੂ ਨਹੀਂ ਹੋਣਗੇ, ਲਿਖਿਆ ਗਿਆ ਬਾਈਬਲ 'ਚ। ਹਾਲੇਲੂਇਆ। ਇਸ ਲਈ ਨਵੀਂ ਇਨਸਾਨੀਅਤ ਨੂੰ ਬਾਈਬਲ ਦੇ ਵਚਨਾਂ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿਓ। ਤੇ ਜਦੋਂ ਬਾਈਬਲ ਦੇ ਅਨੁਸਾਰ ਤੁਸੀਂ ਮੇਰੇ ਜੋ ਚੱਲਣਾ ਸ਼ੁਰੂ ਕਰੋਗੇ, ਲਿਖਿਆ ਜਿੰਨੇ ਮਸੀਹ ਯਿਸੂ ਵਿੱਚ ਹਨ, ਭਾਵ ਜਿੰਨੇ ਵਚਨ ਦੇ ਵਿੱਚ ਹਨ, ਉਹਨਾਂ ਉੱਤੇ ਸਜ਼ਾ ਦਾ ਹੁਕਮ ਨਹੀਂ ਆ। ਬੇਸ਼ੱਕ ਸਰਕਾਰਾਂ ਤੁਹਾਡੇ ਤੋਂ ਸਜ਼ਾ ਹੁਕਮ ਮੇਰੇ ਤੇ ਲਗਾ ਦੇਣ, ਲੇਕਿਨ ਤੁਹਾਡੇ ਤੱਕ ਸਜ਼ਾ ਨਹੀਂ ਆਵੇਗੀ। ਦਾਰਾ ਪਾਤਸ਼ਾਹ ਨੇ ਸਜ਼ਾ ਸੁਣਾ ਦਿੱਤੀ ਕਿ ਦਾਨੀਏਲ ਨੂੰ ਚੁੱਕੋ ਤੇ ਸ਼ੇਰਾਂ ਦੇ ਘੁਰੇ ਸੁੱਟ ਦਿਓ। ਕੀ ਦਾਨੀਏਲ ਦਾ ਬਾਲ ਵੀ ਬੰਗਾ ਕੀਤਾ ਸ਼ੇਰਾਂ ਨੇ? ਨਬੂਕਦਨਸਰ ਰਾਜੇ ਨੇ ਜੇ ਕਿਹਾ ਸ਼ਦਰਕ ਮੇਸ਼ਕ ਅਬਦਨਗੋ ਨੂੰ ਅੱਗ ਦੀ ਭੱਠੀ ਵਿੱਚ ਸੁੱਟ ਦਿਓ, ਕਿ ਅੱਗ ਉਹਨਾਂ ਦੇ ਬਾਲ ਵੀ ਸਾੜ ਸਕੀ? ਮੇਰੇ ਤੋਂ ਹੋ ਨਹੀਂ ਸਕਿਆ। ਕਿਉਂ ਨਹੀਂ? ਕਿਉਂਕਿ ਦਾਨੀਏਲ ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਵੀ ਪਰਮੇਸ਼ਰ ਦੇ ਵਿੱਚ ਸੀ, ਸਜ਼ਾ ਸੁਣਾਏ ਜਾਣ ਤੋਂ ਬਾਅਦ ਵੀ ਪਰਮੇਸ਼ਰ ਦੇ ਵਿੱਚ ਰਿਹਾ। ਇਸੇ ਲਈ ਮੇਰੇ ਜੋ ਸ਼ੇਰ ਦਾਨੀਏਲ ਨੂੰ ਤੇ ਸ਼ੇਰਾਂ ਦਾ ਪਿੰਜਰਾ ਦਾਨੀਏਲ ਨੂੰ ਕੈਦ ਨਹੀਂ ਕਰ ਸਕਿਆ। ਅੱਗ ਦੀਆਂ ਭੱਠੀਆਂ ਇਸੇ ਲਈ ਪ੍ਰੇਮੀਆਂ ਨੂੰ ਸਾੜ ਨਹੀਂ ਸਕੀਆਂ, ਕਿਉਂਕਿ ਅੱਗ ਦੀ ਭੱਠੀ ਤੋਂ ਬਾਹਰ ਵੀ ਉਹ ਪਰਮੇਸ਼ਰ ਦੇ ਵਿੱਚ ਸੀ, ਤੇ ਜਦੋਂ ਅੱਗ ਦੀ ਭੱਠੀ ਵਿੱਚ ਸੁੱਟੇ ਗਏ ਤਦ ਵੀ ਪਰਮੇਸ਼ਰ ਦੇ ਵਿੱਚ ਸੀ। ਇਸ ਲਈ ਨਾ ਸ਼ੇਰ ਨਾ ਅੱਗ ਦੀਆਂ ਭੱਠੀਆਂ ਪਰਮੇਸ਼ਰ ਦੇ ਪ੍ਰੇਮੀਆਂ ਦਾ ਕੁਝ ਵਿਗਾੜ ਸਕੀਆਂ। ਤੇ ਮੇਰੇ ਜੋ ਹੋ ਸਕਦਾ ਸਰਕਾਰਾਂ ਤੁਹਾਡੇ ਉੱਤੇ ਕੋਈ ਸਜ਼ਾ ਲਾਗੂ ਕਰ ਦੇਣ, ਪਰ ਤੁਹਾਨੂੰ ਸਜ਼ਾ ਦੇ ਨਹੀਂ ਸਕਦੀਆਂ। ਹੋ ਸਕਦਾ ਸ਼ੈਤਾਨ ਤੁਹਾਡੇ ਲਈ ਕੋਈ ਯੋਜਨਾ ਬਣਾ ਲਵੇ, ਤੁਹਾਡੇ ਬੱਚਿਆਂ ਲਈ ਕੋਈ ਯੋਜਨਾ ਬਣਾ ਲਵੇ, ਪਰ ਜੇ ਤੁਸੀਂ ਯਿਸੂ ਮਸੀਹ ਦੇ ਵਿੱਚ ਆ, ਉਹਦੀਆਂ ਸ਼ੈਤਾਨ ਦੀਆਂ ਯੋਜਨਾ ਧਰੀਆਂ ਦੀਆਂ ਧਰੀਆਂ ਰਹਿ ਜਾਣਗੀਆਂ। ਕਿਉਂਕਿ ਬਾਈਬਲ ਬਿਆਨ ਕਰਦੀ ਤੁਹਾਡੇ ਉੱਤੇ ਕੋਈ ਸਜ਼ਾ ਦਾ ਹੁਕਮ ਨਹੀਂ ਆ। ਹਾਲੇਲੂਇਆ। ਤੁਹਾਡੇ ਉੱਤੇ ਕੋਈ ਸਜ਼ਾ ਦਾ ਹੁਕਮ ਨਹੀਂ ਆ। ਤੇ ਜੇ ਅੱਜ ਦੇ ਵਚਨ ਤੋਂ ਬਾਅਦ ਜੇ ਸਜ਼ਾ ਭੋਗਣੀ ਆ, ਉਹ ਤੁਹਾਡੀ ਮਰਜ਼ੀ ਆ। ਜੇ ਪੁਰਾਣੀ ਇਨਸਾਨੀਅਤ ਲਾ ਕੇ ਨਵੀਂ ਪਾਓਗੇ ਤਾਂ ਮੇਰੀ ਤੋਂ ਕਿਰਪਾ ਹੋਵੇਗੀ। ਯਸ਼ਾਇਆ ਨੇ ਇਸ ਗੱਲ ਨੂੰ ਬਿਆਨ ਕੀਤਾ, ਪੜਾਂਗੇ, ਧਿਆਨ ਨਾਲ ਸੁਣਾਂਗੇ। ਯਸ਼ਾਇਆ 62 ਅਧਿਆਇ ਉਹਦੀ 4 ਆਇਤ ਨੂੰ ਪੜਾਂਗੇ, ਸਮਾਪਤ ਕਰਾਂਗੇ। ਯਸ਼ਾਇਆ ਦੀ ਕਿਤਾਬ 62 ਦੀ 4 ਆਇਤ। ਤੂੰ ਫਿਰ ਛੁੱਟੜ ਨਾ ਸਦਾਏਂਗੀ, ਫਿਰ ਤੂੰ ਛੁੱਟੜ ਨਾ ਸਦਾਏਂਗੀ, ਨਾ ਤੇਰੀ ਧਰਤੀ ਫਿਰ ਖਰਾਬਾ ਖਵਾਏਗੀ, ਨਾ ਤੇਰੀ ਧਰਤੀ ਫਿਰ ਖਰਾਬਾ ਅਖਵਾਏਗੀ। ਹਾਲੇਲੂਇਆ। ਜਦੋਂ ਆਦਮ ਪਰਮੇਸ਼ਰ ਤੋਂ ਛੁੱਟ ਗਿਆ, ਵੱਖਰਾ ਹੋ ਗਿਆ, ਕੀ ਹਾਲ ਹੋਇਆ? ਤੇ ਪਰਮੇਸ਼ਰ ਨੇ ਉਹਦੀ ਧਰਤੀ ਨੂੰ, ਪ੍ਰਿਥਵੀ ਨੂੰ, ਜ਼ਮੀਨ ਨੂੰ ਕੀ ਕਿਹਾ? ਸ਼ਰਾਪੀ ਹੋਈ। ਵੀ ਜਿਹੜੇ ਮਸੀਹ ਯਿਸੂ ਵਿੱਚ ਆ ਜਾਂਦੇ ਆ, ਫਿਰ ਉਹਦਾ ਰਿਸ਼ਤਾ ਪਹਿਲੇ ਆਦਮ ਵਾਂਗ ਪਰਮੇਸ਼ਰ ਨਾਲ ਬਣ ਜਾਂਦਾ। ਜਿਹੜੇ ਮਸੀਹ ਯਿਸੂ ਵਿੱਚ ਆ ਜਾਂਦੇ ਆ, ਉਹਨਾਂ ਦੀਆਂ ਸ਼ਰਾਪੀਆਂ ਹੋਈਆਂ ਜ਼ਮੀਨਾਂ ਵੀ ਆਬਾਦ ਹੋ ਜਾਂਦੀਆਂ ਨੇ। ਇਸੇ ਲਈ ਉਹਨੇ ਕਿਹਾ ਆ ਕਿ ਸੁੱਕੀ ਤਪਦੀ ਰੇਤ ਨੂੰ ਮੈਂ ਪਾਣੀ ਦਾ ਤਲਾਬ ਬਣਾ ਦੇਵਾਂਗਾ, ਪਾਣੀ ਦਾ ਸ਼ੰਭ ਬਣਾ ਦੇਵਾਂਗਾ।
ਜਿੱਥੇ ਕਦੀ ਵੀ ਪਾਣੀ ਦੀ ਘਾਟ ਨਹੀਂ ਹੋਵੇਗੀ। ਤਪਦੀ ਰੇਤ ਨੂੰ ਪਾਣੀ ਦੇ ਛੰਬ ਬਣਾਉਣ ਦੀ ਸਾਮਰਥ ਰੱਖਦਾ ਆ, ਪਰ ਤਪਦੀ ਹੋਈ ਰੇਤ ਨੂੰ ਪਾਣੀ ਦਾ ਛੰਬ ਉਹਦੇ ਲਈ ਬਣਾਏਗਾ ਜਿਹੜਾ ਪਰਮੇਸ਼ਰ ਵਿੱਚ ਹੋਵੇਗਾ। ਜਿਹੜਾ ਪਰਮੇਸ਼ਰ ਵਿੱਚ ਹੈ ਹੀ ਨਹੀਂ ਆ ਉਹਦੇ ਲਈ ਕੋਈ ਛੰਬ ਨਹੀਂ ਬਣਦਾ, ਉਹਦੇ ਲਈ ਤਾਂ ਉਹਦਾ ਛੰਬ ਵੀ ਖੁੱਸਕ ਜਾਂਦਾ ਆ। ਹਾਲੇਲੂਇਆ। ਇਸੇ ਲਈ ਕਹਿੰਦਾ ਕਿ ਤੇਰੀ ਧਰਤੀ ਫੇਰ ਖਰਾਬਾ ਨਹੀਂ ਖਵਾਏਗੀ। ਜਿਹੜੇ ਕਹਿੰਦੇ ਆ ਕਿ ਮੇਰੀ ਤਾਂ ਜ਼ਿੰਦਗੀ ਖਰਾਬ ਆ, ਜਦੋਂ ਦੀ ਵਿਆਹ ਹੋ ਗਈ ਉਦੋਂ ਦਾ ਖਰਾਬ ਆ, ਜਦੋਂ ਦੇ ਬੱਚੇ ਹੋ ਗਏ ਉਦੋਂ ਦੀ ਜ਼ਿੰਦਗੀ ਖਰਾਬ ਆ, ਜਦੋਂ ਦੇ ਇਹਦੇ ਪੱਲੇ ਪੈ ਗਏ ਉਦੋਂ ਦੀ ਖਰਾਬ ਆ। ਪਰ ਬਾਈਬਲ ਕੀ ਬਿਆਨ ਕਰਦੀ ਹੈ ਨਵੇਂ ਨੇਮ ਚ ਕਿ ਪੁਰਾਣੀ ਨਿਸ਼ਾਨੀਅਤ ਲਾ ਕੇ ਨਵੀਂ ਨੂੰ ਪਹਿਨੋ, ਫਿਰ ਖਰਾਬਾ ਨਹੀਂ ਹੋਵੇਗਾ, ਆਬਾਦ ਹੋਵੇਗਾ। ਹਾਲੇਲੂਇਆ। ਅਸੀਂ ਕਈ ਲੋਕ ਆਪਣੀਆਂ ਜ਼ਿੰਦਗੀਆਂ ਦੇ ਉੱਤੇ ਮੇਰੇ ਤੋਂ ਕੀ ਕਹਿ ਸਕਦੇ ਅਸੀਂ ਇਹ ਤਾਨਾ ਕੱਸਦੇ ਆ, ਇਸ ਜ਼ਿੰਦਗੀ ਨਾਲ ਤਾਂ ਮਰੇ ਚੰਗਾ ਸੀ, ਇਸ ਜ਼ਿੰਦਗੀ ਤੋਂ ਨਾ ਹੀ ਹੁੰਦੇ ਚੰਗੀ ਗੱਲ ਸੀ। ਕਹਿੰਦੇ ਕਿ ਨਹੀਂ ਕਹਿੰਦੇ? ਜਦੋਂ ਅੱਕ ਜਾਂਦੇ ਆ, ਜਦੋਂ ਕੋਈ ਕੰਮ ਨਹੀਂ ਹੁੰਦਾ ਫਿਰ ਕੀ ਕਹਿ ਦਿੰਦੇ ਆ, ਅਰੇ ਇਹ ਤੋਂ ਬਗੈਰ ਤਾਂ ਉਦਾਂ ਹੀ ਚੰਗੇ ਸੀ, ਇਹ ਤੋਂ ਬਗੈਰ ਤਾਂ ਉਦਾਂ ਹੀ ਚੰਗੇ ਸੀ। ਜਦੋਂ ਸਾਈਕਲ ਹੁੰਦਾ ਆ ਕਹਿੰਦੇ ਮੋਟਰਸਾਈਕਲ ਹੋਣਾ ਚਾਹੀਦਾ, ਮੋਟਰਸਾਈਕਲ ਆ ਜਾਂਦਾ। ਜਦੋਂ ਤੇਲ ਦਾ ਖਰਚਾ ਨਹੀਂ ਚੁੱਕ ਹੁੰਦਾ ਇਹਦੇ ਨੂੰ ਤਾਂ ਸਾਈਕਲ ਤੇ ਚੰਗੇ ਸੀ। ਇੱਦਾਂ ਹੀ ਹੁੰਦੀ। ਜਦੋਂ ਸਾਈਕਲ ਹੁੰਦਾ ਹੈ ਪੈਂਚਰ ਲਗਾਉਣ ਜੋਗੇ ਪੈਸੇ ਨਹੀਂ, ਜਾਂ ਇਹਦੇ ਨਾਲ ਤਾਂ ਪੈਦਲ ਹੀ ਚੰਗੇ ਸੀ। ਹੁਣ ਬਿਜਲੀ ਦੇ ਬਿੱਲ ਨਹੀਂ ਦੇ ਹੁੰਦੇ ਨਾ, ਇਹਨਾਂ ਨੂੰ ਤਾਂ ਕੱਚੇ ਮਕਾਨ ਹੀ ਚੰਗੇ ਸੀ, ਮਿੱਟੀ ਵਾਲੇ ਮਕਾਨ ਹੀ ਚੰਗੇ ਸੀ, ਠੰਡੇ ਤਾਂ ਰਹਿੰਦੇ ਸੀ, ਬਿੱਲ ਨਹੀਂ ਹੁੰਦੇ ਸੀ। ਮਤਲਬ ਕਹਿਣ ਦਾ ਮਤਲਬ ਅਸੀਂ ਆਪਣੇ ਆਪ ਦੇ ਉੱਤੇ ਇਹ ਟੋਮਤਾ ਲਾਉਣੇ ਸ਼ੁਰੂ ਕਰ ਦਿੰਦੇ ਆ। ਐਡਵਾਂਸ ਨਹੀਂ ਹੋਣਾ ਚਾਹੁੰਦੇ, ਐਡਵਾਂਸ ਸਾਨੂੰ ਕਰਦਾ ਪਰਮੇਸ਼ਰ ਦਾ ਪਵਿੱਤਰ ਵਚਨ। ਪਰ ਉਹ ਵੀ ਉਦੋਂ ਬਰਕਤ ਲੈ ਕੇ ਆਵੇਗਾ ਜਦੋਂ ਅਸੀਂ ਵਚਨ ਦੇ ਵਿੱਚ ਹੋਵਾਂਗੇ। ਹਰੇਕ ਵਚਨ ਚ ਆਸ਼ੀਸ਼ ਆ, ਪਰ ਇਹ ਲੈਣੀ ਕਿਦਾਂ, ਮਿਲਣੀ ਕਿਦਾਂ ਆ? ਵਚਨ ਦੇ ਵਿੱਚ ਜਾ ਕੇ। ਹਰੇਕ ਵਚਨ ਚ ਆਸ਼ੀਸ਼ ਆ, ਹਰੇਕ ਵਚਨ ਦੇ ਵਿੱਚ ਆਸ਼ੀਸ਼ ਆ। ਇਹ ਮੈਂ ਇੱਥੇ ਵੀ ਰੱਖਾਂਗਾ। ਮੈਂ ਚਾਹੁੰਦਾ ਇੱਕ ਆਇਤ ਨੂੰ ਅਸੀਂ ਪੜ੍ਹੀਏ। ਮੱਤੀ ਦੀ ਅੰਜੀਲ ਚ ਆਵਾਂਗੇ ਅਸੀਂ ਜਰੀ 1-2 ਮਿੰਟ ਲਈ। ਪੰਜ ਅਧਿਆਏ ਉਹਦੀ 3 ਤੋਂ ਪੜ੍ਹੀਏ। ਤਨੋ ਜਿਹੜੇ ਦਿਲ ਦੇ ਗਰੀਬ ਹਨ, ਕਿਉਂ ਜੋ ਸਵਰਗ ਦਾ ਰਾਜ ਉਹਨਾਂ ਦਾ ਹੈ। ਹੁਣ ਇਸ ਆਇਤ ਵਿੱਚ ਇੱਕ ਬਰਕਤ ਆ, ਸਵਰਗ ਵਾਲੀ ਆਨੰਦ ਦੀ। ਤੇ ਹਰੇਕ ਇਨਸਾਨ ਚਾਹੁੰਦਾ ਕਿ ਮੇਰੀ ਜ਼ਿੰਦਗੀ, ਮੇਰਾ ਘਰ ਵੀ ਸਵਰਗ ਹੋਵੇ। ਪਰ ਇਹ ਆਸ਼ੀਸ਼ ਹੈ ਕਿੱਥੇ? ਕਹਿੰਦਾ ਧੰਨ ਉਹ ਜਿਹੜੇ ਦਿਲ ਦੇ ਗਰੀਬ ਆ। ਕਹਿੰਦਾ ਮਤਲਬ ਜਿੰਨਾ ਚਿਰ ਅਸੀਂ ਦਿਲ ਦੇ ਗਰੀਬ ਨਹੀਂ ਬਣਾਂਗੇ, ਪਹਿਲੇ ਆਦਮ ਵਰਗੇ, ਓਨੀ ਦੇਰ ਸਾਡਾ ਜੀਵਨ, ਸਾਡਾ ਪਰਿਵਾਰ ਸਵਰਗ ਵਰਗਾ ਨਹੀਂ ਹੋਵੇਗਾ, ਓਨੀ ਦੇਰ ਅਸੀਂ ਸਵਰਗ ਜਾ ਵੀ ਨਹੀਂ ਸਕਾਂਗੇ। ਹਰੇਕ ਵਚਨ ਦੇ ਵਿੱਚ ਆਸ਼ੀਸ਼ ਆ, ਪਰ ਉਹ ਆਸ਼ੀਸ਼ ਅਸੀਂ ਕੱਢਣੀ ਕਿੱਦਾਂ ਆ? ਵਚਨ ਦੇ ਵਿੱਚ ਵੜ ਕੇ। ਜਿਵੇਂ ਸੁੱਚੇ ਮੋਤੀ ਸਮੁੰਦਰ ਦੀਆਂ ਗਹਿਰਾਈਆਂ 'ਚ, ਤੁਸੀਂ ਕਿਨਾਰੇ ਤੇ ਖੜੇ ਹੋ ਕੇ ਕਦੀ ਵੀ ਮੋਤੀ ਇਕੱਠੇ ਨਹੀਂ ਕਰ ਸਕਦੇ। ਤੇ ਜੇ ਮੋਤੀ ਸਾਨੂੰ ਚਾਹੀਦਾ ਆ ਤੇ ਸਾਨੂੰ ਸਮੁੰਦਰ ਦੀ ਗਹਿਰਾਈ 'ਚ ਉਤਰਨਾ ਪੈਣਾ। ਏਦਾਂ ਹੀ ਬਾਈਬਲ ਦੀ ਹਰ ਇੱਕ ਆਇਤ ਵਿੱਚ ਇੱਥੋਂ ਤੱਕ ਬਿੰਦੀ ਕਹਿੰਦਾ ਘਟਾਈ ਤੇ ਵਧਾਈ ਨਹੀਂ ਜਾ ਸਕਦੀ, ਕਿਉਂਕਿ ਹਰ ਇੱਕ ਸ਼ਬਦ ਵਿੱਚ ਬਰਕਤ ਆ। ਜਦੋਂ ਅਸੀਂ ਉਸ ਹਰ ਇੱਕ ਵਚਨ ਦੇ ਵਿੱਚ ਵੜਾਂਗੇ, ਵਿੱਚੋਂ ਬਰਕਤ ਲੈ ਕੇ ਨਿਕਲਾਂਗੇ। ਹਾਲੇਲੂਇਆ। ਵਿੱਚੋਂ ਬਰਕਤ ਲੈ ਕੇ ਨਿਕਲਾਂਗੇ। ਕਹਿੰਦਾ ਕੁੰਡੀ ਪਾ, ਪਹਿਲੀ ਮੱਛੀ ਫੜ, ਉਹਦੇ ਮੂੰਹ ਚੋਂ ਸਿੱਕਾ ਕੱਢ ਲੈ। ਉਹਨੂੰ ਉਸ ਵਚਨ 'ਚ ਵੜਨਾ ਪਿਆ, ਉਹਨੂੰ ਉਸ ਵਚਨ ਦੇ ਅਨੁਸਾਰ ਚੱਲਣਾ ਪਿਆ। ਕਹਿੰਦਾ ਸੱਜੇ ਪਾਸੇ ਪਾ, ਉਹਨੂੰ ਉਹ ਵਚਨ ਫੜਨਾ ਪਿਆ, ਵਚਨ 'ਚ ਵੜਨਾ ਪਿਆ ਤੇ ਵਚਨ ਦੇ ਅਨੁਸਾਰ ਕੰਮ ਕਰਨਾ ਪਿਆ। ਫਿਰ ਜੋ ਚਾਹੁੰਦੇ ਸੀ ਉਹਨਾਂ ਨੂੰ ਉਹਨਾਂ ਤੋਂ ਵੱਧ ਕੇ ਮਿਲਣਾ ਸ਼ੁਰੂ ਹੋ ਗਿਆ। ਹਰੇਕ ਵਚਨ 'ਚ ਆਸ਼ੀਸ਼ ਆ, ਹਰੇਕ ਵਚਨ 'ਚ ਬਰਕਤ ਆ। ਇਹਦੇ ਅੱਗੇ ਜਿੰਨੇ ਵੀ ਅਸੀਂ ਪੜ੍ਹਦੇ ਆ ਉਹਨਾਂ ਵਿੱਚ ਵੀ ਇਹ ਲਿਖਿਆ ਧੰਨ ਉਹ ਜਿਹੜੇ ਸੋਗ ਕਰਦੇ ਹਨ ਕਿ ਉਹ ਜੋ ਸ਼ਾਂਤ ਕਿਤੇ ਜਾਣਗੇ। ਅਸੀਂ ਸ਼ਾਂਤੀ ਚਾਹੁੰਦੇ ਆ, ਪਰ ਇਹ ਜਦੋਂ ਪੂਰੀ ਆਇਤ ਕਰਾਂਗੇ ਫਿਰ ਸਾਨੂੰ ਸ਼ਾਂਤੀ ਮਿਲਣੀ ਆ। ਕਹਿੰਦਾ ਮਤਲਬ ਹਰੇਕ ਗੱਲ ਦੇ ਵਿੱਚ ਬਰਕਤ ਆ, ਪਰ ਉਹ ਬਰਕਤ ਬਾਹਰੋਂ ਰਹਿ ਕੇ ਨਹੀਂ ਅਸੀਂ ਲੈ ਸਕਦੇ, ਕੱਲੀ ਪ੍ਰਾਰਥਨਾ ਨਾਲ ਨਹੀਂ ਲੈ ਸਕਦੇ। ਸਾਨੂੰ ਕੁਝ ਕਰਨਾ ਪੈਣਾ, ਉਹ ਬਾਈਬਲ ਦੇ ਹਰ ਇੱਕ ਵਚਨ 'ਚ ਵੜਨਾ ਪੈਣਾ। ਜਦੋਂ ਵੜਾਂਗੇ ਕੁਝ ਲੈ ਕੇ ਹੀ ਨਿਕਲਾਂਗੇ, ਜਦੋਂ ਵੜਾਂਗੇ ਕੁਝ ਲੈ ਕੇ ਹੀ ਨਿਕਲਾਂਗੇ। ਅੱਗੇ ਪੜਾਂਗੇ ਅਸੀਂ ਯਸ਼ਾਇਆ 62 ਅਧਿਆਇ ਦੀ 4 ਆਇਤ ਦੀ 3 ਲਾਈਨ। ਪਰ ਤੂੰ ਇਹ ਸਦਾਏਂਗੀ ਮੇਰੀ ਪੌਣੀ ਉਹਦੇ ਵਿੱਚ ਹੈ। ਤੂੰ ਇਹ ਸਦਾਏਂਗੀ, ਇੱਕ ਜ਼ਿੰਦਗੀ ਲਈ ਗੱਲ ਕੀਤੀ, ਮੇਰੀ ਪੌਣੀ ਉਹਦੇ ਵਿੱਚ ਹੈ। ਕਿ ਜਿਵੇਂ ਪਰਮੇਸ਼ਰ ਇਜ਼ਰਾਈਲੀ ਲੱਖਾਂ ਲੋਕਾਂ ਦੇ ਵਿੱਚੋਂ ਇੱਕ ਦੇ ਉੱਤੇ ਵਿਸ਼ਵਾਸ ਕਰਦਾ ਆ, ਮੂਸਾ ਤੇ, ਕਿਉਂਕਿ ਉਹਨੂੰ ਪਰਮੇਸ਼ਰ ਨੂੰ ਪਤਾ ਸੀ ਕਿ ਇਹੀ ਮੇਰੀ ਪੌਣੀ ਪੂਰੀ ਕਰਨ ਵਾਲਾ ਆ, ਇਹੀ ਮੇਰੀ ਇੱਛਾ ਦੇ ਅਨੁਸਾਰ ਚੱਲਣ ਵਾਲਾ ਤੇ ਇਹੀ ਲੱਖਾਂ ਨੂੰ ਲੈ ਕੇ ਜਾ ਸਕਦਾ ਆ। ਬੇਸ਼ੱਕ ਉਹ ਮੂੰਹ ਤੋਂ ਬੋਲਣ ਤੋਂ ਥੱਥਲਾ ਸੀ, ਉਹਦੀ ਆਵਾਜ਼ ਹੈਵੀ ਸੀ, ਉਹਦੇ ਬੋਲ ਸਮਝ ਨਹੀਂ ਆਉਂਦਾ ਸੀ, ਪਰ ਪਰਮੇਸ਼ਰ ਨੇ ਕਿਹਾ ਇਸੇ ਦੇ ਦੁਆਰਾ ਮੈਂ ਲੱਖਾਂ ਲੋਕਾਂ ਨੂੰ ਆਜ਼ਾਦ ਕਰਾਂਗਾ।
ਹਾਲੇਲੂਇਆ। ਇਹ ਕਹਿੰਦਾ ਕਿ ਕੀ ਸਦਾਵੇਗੀ, ਮੇਰੀ ਭੌਣੀ ਇਹਦੇ ਵਿੱਚ ਹੈ। ਪ੍ਰਭੂ ਆਖੇਗਾ ਕਿ ਮੇਰੀ ਹਰ ਇੱਕ ਇੱਛਾ ਇਹਦੇ ਵਿੱਚ ਪੂਰੀ ਹੁੰਦੀ ਹੈ। ਇਹ ਮਾਤਵਰ ਬੰਦਾ ਹੈ, ਇਹ ਮੇਰਾ ਭਰੋਸੇ ਵਾਲਾ ਬੰਦਾ ਹੈ, ਤੇ ਜਿਹਦੇ ਉੱਤੇ ਭਰੋਸਾ ਹੁੰਦਾ ਆ ਉਹਦੇ ਨਾਲ ਹੀ ਆਪਣੀਆਂ ਦਿਲ ਦੀਆਂ ਗੱਲਾਂ ਸਾਂਝੀਆਂ ਹੁੰਦੀਆਂ। ਜਿਹਦੇ ਉੱਤੇ ਭਰੋਸਾ ਹੁੰਦਾ ਆ ਉਹਨੂੰ ਹੀ ਅਸੀਂ ਆਪਣੀਆਂ ਪਰਸਨਲ ਮੇਰੀ ਜ਼ਿੰਮੇਵਾਰੀਆਂ ਦਿੰਨੇ ਆ। ਜਿਹਦੇ ਉੱਤੇ ਭਰੋਸਾ ਆ ਉਹਨੂੰ ਦੱਸਦੇ ਸਾਡੇ ਲੋਕਰ 'ਚ ਕਿੰਨਾ ਕੁ ਪਿਆ ਆ। ਜਿਹੜਾ ਭਰੋਸੇਦਾਰ ਬੰਦਾ ਹੁੰਦਾ ਆ ਉਹਨੂੰ ਹੀ ਅਸੀਂ ਆਪਣੀ ATM ਕਾਰਡ ਦਾ ਕੋਡ ਦਿੰਨੇ ਆ। ਜੇ ਤੇ ਭਰੋਸਾ ਹੀ ਨਹੀਂ, ਤੁਸੀਂ ਆਪਣਾ ATM ਕਾਰਡ ਕੋਡ ਦੇ ਦੋਗੇ? ਕਦੀ ਵੀ ਨਹੀਂ। ਪਰ ਜੇ ਤੇ ਭਰੋਸਾ ਹੁੰਦਾ ਆ ਉਹਨੂੰ ਸਭ ਕੁਝ ਦੇ ਹੋ ਜਾਂਦਾ। ਇਸੇ ਪ੍ਰਭੂ ਬਿਆਨ ਕਰਦਾ ਆ, ਇਹ ਕਹਿੰਦਾ ਮੇਰੀ ਭੌਣੀ ਸਦਾਵੇਗੀ, ਕਿ ਮੇਰੀ ਮਨ ਦੀ ਇੱਛਾ ਆ ਕਿ ਮੈਂ ਇਹਦੇ ਵਿੱਚ ਹੀ ਬਣਿਆ ਰਵਾਂ। ਪਰਮੇਸ਼ਰ ਬਾਰ-ਬਾਰ ਮੂਸਾ ਨੂੰ ਸੱਦਦਾ ਸੀ ਕਿਉਂਕਿ ਮੂਸਾ ਮੰਨਦਾ ਸੀ ਉਹਦੀ। ਹਾਂਜੀ ਅੱਗੇ। ਅਤੇ ਤੇਰੀ ਧਰਤੀ ਸੁਹਾਗਣ ਹੈ। ਹੁਣ ਤੇਰੀ ਧਰਤੀ ਸੁਹਾਗਣ, ਸ਼ਰਾਪਤ ਨਹੀਂ, ਸੁਹਾਗਣ। ਤੇਰੀ ਜ਼ਿੰਦਗੀ ਸੁਹਾਗਣ। ਸੁਹਾਗਣ ਦਾ ਮਤਲਬ ਸੁਹਾਗਣ ਬੇਫਿਕਰ ਹੋ ਜਾਂਦੀ ਹੈ ਜਦੋਂ ਵਿਆਹੀ ਜਾਂਦੀ ਹੈ ਔਰਤ। ਉਹ ਬੇਫਿਕਰ ਇਸ ਗੱਲ 'ਚ ਹੋ ਜਾਂਦੀ ਆ ਕਿ ਮੇਰੀ ਜ਼ਿੰਦਗੀ ਦਾ ਹੁਣ ਰਾਖਾ, ਮੇਰਾ ਪਾਲਣਹਾਰਾ, ਮੇਰੀਆਂ ਖੁਸ਼ੀਆਂ ਪੂਰੀਆਂ ਕਰਨ ਵਾਲਾ, ਮੇਰੀਆਂ ਰੀਝਾਂ ਪੂਰੀਆਂ ਕਰਨ ਵਾਲਾ, ਤੇ ਮੈਨੂੰ ਥਾਂ ਥਾਂ ਤੇ ਘੁਮਾਉਣ ਵਾਲਾ, ਸੈਰ ਕਰਾਉਣ ਵਾਲਾ ਮੇਰਾ ਪਤੀ ਮੇਰੇ ਕੋਲ ਆ। ਸੁਹਾਗਣ ਭਾਵ ਕਿ ਨਵੀਆਂ ਖੁਸ਼ੀਆਂ, ਨਵੀਂ ਜ਼ਿੰਦਗੀ 'ਚ ਪ੍ਰਵੇਸ਼ ਕਰਨਾ, ਨਵੇਂ ਆਨੰਦ 'ਚ ਪ੍ਰਵੇਸ਼ ਕਰਨਾ, ਨਵੇਂ ਜੀਵਨ 'ਚ ਪ੍ਰਵੇਸ਼ ਕਰਨਾ। ਪਰ ਜਿਹੜਾ ਪਰਮੇਸ਼ਰ 'ਚ ਨਵੀਂ ਇਨਸਾਨੀਅਤ ਨਾਲ ਦਾਖਲ ਹੁੰਦਾ ਆ, ਲਿਖਿਆ ਉਹ ਜ਼ਿੰਦਗੀ ਨਵੀਂ ਸੁਹਾਗਣ ਵਰਗੀ ਹੁੰਦੀ ਆ। ਹਾਲੇਲੂਇਆ। ਸੁਹਾਗਣ ਨਹੀਂ ਨਿਕਲਦੀ ਗੁਆਂਢਣਾਂ ਨੂੰ ਦੇਖਣ ਵਾਸਤੇ, ਸੁਹਾਗਣ ਨਹੀਂ ਨਿਕਲਦੀ ਕਿ ਰਿਸ਼ਤੇਦਾਰਾਂ ਨੂੰ ਦੇਖਣ ਵਾਸਤੇ। ਰਿਸ਼ਤੇਦਾਰ ਨਿਕਲਦੇ ਆ ਨਵੀਂ ਸੁਹਾਗਣ ਨੂੰ ਦੇਖਣ ਜਾਣਾ, ਨਵੀਂ ਬੋਟੀ ਨੂੰ ਦੇਖਣ ਜਾਣਾ। ਸੁਹਾਗਣ ਨਹੀਂ ਨਿਕਲਦੀ ਮੈਂ ਗੁਆਂਢੀ ਦੇਖਾਂ, ਗੁਆਂਢੀਆਂ ਦੇ ਕਰਕੇ ਕੌਣ ਕੌਣ ਆ। ਗੁਆਂਢੀ ਨਿਕਲਦੇ ਆ ਕਿ ਨਵੀਂ ਸੁਹਾਗਣ ਨੂੰ, ਬਹੁਤ ਦੁਲਹਨ ਨੂੰ ਦੇਖਣ ਜਾਣਾ। ਏਦਾਂ ਦੁਨੀਆ ਨੂੰ ਦੇਖਣ ਤੁਸੀਂ ਨਹੀਂ ਨਿਕਲੋਗੇ, ਦੁਨੀਆ ਤੁਹਾਨੂੰ ਦੇਖਣ ਨਿਕਲੇਗੀ। ਹਾਲੇਲੂਇਆ। ਨਵੀਂ ਸੁਹਾਗਣ ਦਾ ਜੀਵਨ ਹੋਵੇਗਾ। ਜਿਵੇਂ ਨਵੀਂ ਤੁਸੀਂ ਆਪ ਦੇਖੋ, ਇੱਕ ਔਰਤ ਵਿਆਹ ਤੋਂ ਪਹਿਲਾਂ ਵਾਲਾ ਜੀਵਨ ਤੇ ਬੱਚਿਆਂ ਤੋਂ ਬਾਅਦ ਵਾਲਾ ਜੀਵਨ ਕਈਆਂ ਲਈ ਬੋਝ ਹੁੰਦਾ ਆ। ਉਹਨਾਂ ਨੂੰ ਯਾਦ ਹੁੰਦਾ ਆ ਕਿ ਖੁਸ਼ੀ ਦੇ ਉਹੀ ਪਲ ਸੀ ਜਦੋਂ ਮੈਂ ਨਵੀਂ ਵਿਆਹੀ ਆਈ ਸੀ। ਨਵੀਂ ਵਿਆਹੀ ਵਾਲੇ ਦਿਨ ਜਿਹੜੇ ਉਹ ਯਾਦ ਰਹਿੰਦੇ ਆ। ਨਵੀਂ ਦੁਲਹਨ ਨੂੰ ਆਪਣੇ ਦੁਲਹਨ ਵਾਲੇ ਦਿਨ ਯਾਦ ਰਹਿੰਦੇ ਆ ਕਿਉਂਕਿ ਉਹ ਸਭ ਤੋਂ ਜ਼ਿਆਦਾ ਉਹਦੀ ਜ਼ਿੰਦਗੀ ਦੇ ਉੱਤਮ ਦਿਨ ਹੁੰਦੇ ਆ। ਗਹਿਣੇ ਨਾਲੋਂ, ਸੋਨੇ ਨਾਲੋਂ, ਹੀਰੇ ਨਾਲੋਂ ਵੀ ਜ਼ਿਆਦਾ ਉੱਤਮ ਦਿਨ ਉਹ ਹੁੰਦੇ ਕਿਉਂਕਿ ਸਾਰੇ ਥਾਂ ਉਹਦੀ ਪੁੱਛਗਿੱਛ ਹੁੰਦੀ ਆ। ਜਿੰਨੇ ਵੀ ਰਿਸ਼ਤੇਦਾਰ ਹੁੰਦੇ ਉਹਨੂੰ ਹੀ ਦੇਖਣ ਆਉਂਦੇ ਆ, ਜਿੰਨੇ ਵੀ ਸ਼ਗਨ ਦੇਣ ਵਾਲੇ ਹੁੰਦੇ ਉਹਨੂੰ ਹੀ ਮਿਲਣ ਆਉਂਦੇ ਆ। ਉਹਦੀ ਉਸ ਵੇਲੇ ਬੁੱਕਤ ਹੁੰਦੀ ਆ। ਏਦਾਂ ਹੀ ਪਰਮੇਸ਼ਰ ਦੇ ਵਿੱਚ, ਜਿਹੜਾ ਯਿਸੂ ਮਸੀਹ ਦੇ ਵਿੱਚ ਆ, ਜਿਹੜਾ ਵਚਨ ਦੇ ਵਿੱਚ ਆ, ਨਵੀਂ ਇਨਸਾਨੀਅਤ ਦੇ ਵਿੱਚ ਆ, ਉਹ ਇੱਕ ਦੁਲਹਨ ਦੇ ਵਰਗੀ ਹੋ ਜਾਂਦੀ ਆ। ਹਾਲੇਲੂਇਆ। ਤੇ ਤੁਸੀਂ ਜ਼ਿੰਦਗੀ ਦੇ ਕਿੰਨੇ ਬਰੇ ਨਵੀਂ ਇਨਸਾਨੀਅਤ ਵਿੱਚ ਬਤੀਤ ਕਰ ਰਹੇ ਆ। ਤੁਸੀਂ ਰੋਜ਼-ਰੋਜ਼ ਨਵੀਂ ਦੁਲਹਨ ਵਰਗੇ ਹੋਵੋਗੇ ਖੁਦਾ ਦੀ ਨਜ਼ਰ 'ਚ। ਰੋਜ਼-ਰੋਜ਼ ਨਵੀਂ ਦੁਲਹਨ ਵਰਗੇ ਹੋਵੋਗੇ ਦੂਤਾਂ ਦੀ ਨਜ਼ਰ 'ਚ। ਰੋਜ਼-ਰੋਜ਼ ਨਵੀਂ ਦੁਲਹਨ ਵਰਗੇ ਹੋਵੋਗੇ ਆਪਣੇ ਸੱਜੇ ਖੱਬੇ ਦੇ ਵਿਸ਼ਵਾਸੀਆਂ ਦੀ ਨਜ਼ਰ 'ਚ। ਤੇ ਇਹ ਦੁਲਹਨ ਖੁਦਾ ਦੀ ਦੁਲਹਨ ਆ, ਕਿਸੇ ਇਨਸਾਨ ਦੀ ਦੁਲਹਨ ਨਹੀਂ। ਇਹ ਦੁਲਹਨ ਯਿਸੂ ਮਸੀਹ ਦੀ ਦੁਲਹਨ ਆ, ਕਿਸੇ ਬੰਦੇ ਦੀ ਦੁਲਹਨ ਨਹੀਂ। ਹਾਲੇਲੂਇਆ। ਇਹ ਦੁਲਹਨ ਪਰਮੇਸ਼ਰ ਤੁਹਾਨੂੰ ਬਣਾਉਣਾ ਚਾਹੁੰਦਾ। ਕੀ ਭਾਈ, ਕੀ ਭੈਣ। ਹਾਂਜੀ। ਯਹੋਵਾ ਦੀ ਭੌਣੀ ਜੋ ਤੇਰੇ ਵਿੱਚ ਹੈ, ਤੇਰੀ ਧਰਤੀ ਵਿਆਹੀ ਜਾਵੇਗੀ। ਯਹੋਵਾ ਦੀ ਭੌਣੀ ਜੋ ਤੇਰੇ ਵਿੱਚ ਹੈ ਅਤੇ ਤੇਰੀ ਧਰਤੀ ਵਿਆਹੀ ਜਾਵੇਗੀ। ਵਿਆਹੀ ਜਾਣ ਦਾ ਮਤਲਬ ਤੇਰੇ ਸਾਰੇ ਕੰਮ ਨਜਿੱਠੇ ਜਾਣਗੇ। ਜਦੋਂ ਘਰ 'ਚ ਦੋ ਜੀ ਹੈ ਨਾ, ਮਾਂ ਬਾਪ ਤੋਂ ਇਲਾਵਾ ਦੋ ਬੱਚੇ ਆ, ਜੋ ਦੋਨੇ ਵਿਆਹ ਹੋ ਜਾਂਦੇ ਕਹਿੰਦੇ ਜੀ ਘਰ ਗ੍ਰਸਤੀ ਨਜਿੱਠ ਹੋ ਗਈ। ਕਹਿੰਦੇ ਕਿ ਨਹੀਂ ਕਹਿੰਦੇ? ਹੁਣ ਸੁਰਖਰੂ ਹੋ ਗਏ ਸੀ, ਘਰ ਗ੍ਰਸਤੀ ਨਜਿੱਠ ਹੋ ਗਈ ਆ। ਐਡੇ ਕਹਿੰਦਾ ਤੇਰੀ ਧਰਤੀ ਵਿਆਹੀ ਜਾਵੇਗੀ। ਭਾਵ ਸਾਰੀਆਂ ਗੱਲਾਂ ਦੇ ਵਿੱਚੋਂ ਤੂੰ ਬਰੀ ਹੋ ਜਾਏਗਾ। ਸਾਰੀਆਂ ਮੁਸ਼ਕਲਾਂ 'ਚੋਂ ਤੂੰ ਬਾਹਰ ਹੋਵੇਂਗਾ। ਸਾਰੀਆਂ ਤੰਗੀਆਂ ਤੇ ਸੋਚਾਂ 'ਚੋਂ ਤੂੰ ਬਾਹਰ ਹੋਵੇਂਗਾ। ਪਰੇਸ਼ਾਨੀਆਂ 'ਚੋਂ ਤੂੰ ਬਾਹਰ ਹੋਵੇਂਗਾ। ਜਿਵੇਂ ਮਾਪਿਆਂ ਦੇ ਸਿਰ ਤੇ ਇੱਕੋ ਹੀ ਬੋਝ ਹੁੰਦਾ ਕਿ ਧੀ ਛੇਤੀ ਛੇਤੀ ਡੋਲੀ ਬੈਠੇ ਤੇ ਡੋਲੀ ਤੋੜ ਦਈਏ, ਬਹੁਤ ਵੱਡਾ ਬੋਝ ਆ। ਤੇ ਪਰਮੇਸ਼ਰ ਦੀ ਨਜ਼ਰ 'ਚ ਵੀ ਇੱਕ ਬਹੁਤ ਵੱਡਾ ਬੋਝ ਆ। ਇੱਕ ਜ਼ਿੰਦਗੀ ਨੂੰ ਬਚਾਉਣ ਦੇ ਲਈ ਉੱਠ ਕੇ ਇੱਕ ਜ਼ਿੰਦਗੀ ਨੂੰ ਬਚਾਉਣ ਲਈ, ਇਸ ਇੱਕ ਜ਼ਿੰਦਗੀ ਨੂੰ ਬਚਾਉਣ ਲਈ ਪਰਮੇਸ਼ਰ ਤੋਂ ਤੱਕ ਕਿੱਡਾ ਬੋਝ ਸੀ ਦੱਸ ਸਕਦੇ? ਆਹ ਕ੍ਰਾਸ ਦਾ ਨਿਸ਼ਾਨ ਬਣਿਆ।
ਇਸ ਜ਼ਿੰਦਗੀ ਨੂੰ ਬਚਾਉਣ ਲਈ ਪਰਮੇਸ਼ਰ ਨੇ ਆਪਣੇ ਪੁੱਤਰ ਯਿਸੂ ਨੂੰ ਉਸ ਕ੍ਰੋਸ ਤੇ ਚੜਾਤਾ, ਇਸ ਜ਼ਿੰਦਗੀ ਨੂੰ ਬਚਾਉਣ ਲਈ। ਤੇ ਜਿਸ ਜ਼ਿੰਦਗੀ ਨੂੰ ਪਰਮੇਸ਼ਰ ਨੇ ਆਪਣੇ ਪੁੱਤਰ ਦੀ ਸਲੀਬੀ ਮੌਤ ਨਾਲ ਬਚਾਇਆ, ਤੇ ਉਸ ਜ਼ਿੰਦਗੀ ਦੇ ਲਈ ਪਰਮੇਸ਼ਰ ਦੇ ਉੱਤੇ ਅੱਜ ਵੀ ਕਿੰਨਾ ਬੋਝ ਹੋਵੇਗਾ ਕਿ ਇਹ ਜ਼ਿੰਦਗੀ ਫਿਰ ਨਾ ਖਰਾਬ ਹੋ ਜਾਏ। ਸ਼ਮਾਉ ਜਾਦੂਗਰ ਬਚਾਇਆ ਗਿਆ ਪਰ ਫਿਰ ਉਹ ਵਿਗੜ ਗਿਆ। ਐਦਾਂ ਹੀ ਪਰਮੇਸ਼ਰ ਹਰ ਰੋਜ਼ ਸਾਡੀ ਚਾਹਤ ਰੱਖਦਾ, ਉਹਨੂੰ ਹਰ ਰੋਜ਼ ਉਹਦੇ ਉੱਤੇ ਬੋਝ ਰਹਿੰਦਾ ਕਿ ਮੇਰੀ ਕਿਸੇ ਵੀ ਜ਼ਿੰਦਗੀ ਬਚਾਈ ਹੋਈ ਜ਼ਿੰਦਗੀ ਨੂੰ ਸ਼ੈਤਾਨ ਗੁੰਮਰਾਹ ਨਾ ਕਰ ਦਵੇ, ਸ਼ੈਤਾਨ ਖਰਾਬ ਨਾ ਕਰ ਦਵੇ। ਉਹਦੇ ਉੱਤੇ ਕਿੱਡਾ ਬੋਝ। ਧਿਆਨ ਦਿਓ, ਸਲੀਬ ਉੱਤੇ ਚੜਾ ਕੇ ਬਚਾਈ ਹੋਈ ਜ਼ਿੰਦਗੀ ਦੇ ਲਈ ਅੱਜ ਵੀ ਪਰਮੇਸ਼ਰ ਚਿੰਤਿਤ ਰਹਿੰਦਾ ਹੈ। ਅੱਜ ਵੀ ਪਰਮੇਸ਼ਰ ਚਿੰਤਿਤ ਹੈ। ਤੇ ਉਹ ਚਿੰਤਾ ਉਦੋਂ ਮੁੱਕਣੀ ਜਦੋਂ ਅਸੀਂ ਨਵੀਂ ਇਨਸਾਨੀਅਤ ਨਾਲ ਜੀਵਨ ਬਤੀਤ ਕਰਨ ਲੱਗ ਪਾਵਾਂਗੇ। ਪੁਰਾਣੀ ਇਨਸਾਨੀਅਤ ਨੂੰ ਮਾਰਾਂਗੇ ਠੋਕਰ ਤੇ ਨੇੜੇ ਨਹੀਂ ਆਉਣ ਦਵਾਂਗੇ, ਨਾ ਪੁਰਾਣੀ ਇਨਸਾਨੀਅਤ ਵਾਲੀ ਸੋਚ ਆਪਣੇ ਅੰਦਰ ਆਉਣ ਦਵਾਂਗੇ। ਜਦੋਂ ਸੁਰਖਰੂ ਹੋ ਜਾਵਾਂਗੇ ਕਿ ਨਹੀਂ ਹੁਣ ਨਵੇਂ ਨੇਮ ਤੇ, ਹੁਣ ਨਵੀਂ ਇਨਸਾਨੀਅਤ ਵਿੱਚ, ਹੁਣ ਮਸੀਹ ਯਿਸੂ ਵਿੱਚ, ਹੁਣ ਵਚਨ ਦੇ ਵਿੱਚ ਹੀ ਜ਼ਿੰਦਗੀ ਬਤੀਤ ਕਰਨੀ ਆ, ਉਦੋਂ ਖੁਦਾ ਦਾ ਬੋਝ ਸਾਡੇ ਤੋਂ ਉਤਰਨਾ। ਹਾਲੇਲੂਇਆ। ਉਦੋਂ ਖੁਦਾ ਦਾ ਬੋਝ ਉਤਰ ਜਾਣਾ ਹੈ। ਇਸ ਲਈ ਆਪਣੇ ਜੀਵਨ ਨੂੰ ਆਪਣੇ ਪਰਮੇਸ਼ਰ ਦੇ ਹੱਥਾਂ ਵਿੱਚ ਦਿਓ, ਉਹਦੇ ਵਚਨ ਦੇ ਅਨੁਸਾਰ ਜ਼ਿੰਦਗੀ ਬਤੀਤ ਸ਼ੁਰੂ ਕਰੋ। ਜਦੋਂ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਜ਼ਿੰਦਗੀ ਬਤੀਤ ਹੋਵੇਗੀ, ਫਿਰ ਗੁਲਾਮੀ ਦਾ ਕੋਈ ਬੰਧਨ ਤੁਹਾਡੀ ਜ਼ਿੰਦਗੀ 'ਚ ਨਹੀਂ ਰਹੇਗਾ। ਗਰੀਬੀ ਦਾ ਬੰਧਨ, ਨਸ਼ੇ ਦਾ ਬੰਧਨ, ਬੁਰਾਈ ਦਾ ਬੰਧਨ, ਬਿਮਾਰੀ ਦਾ ਬੰਧਨ, ਲਾਚਾਰੀ ਦਾ ਬੰਧਨ, ਦੁੱਖ ਦਾ ਬੰਧਨ, ਤੰਗੀ ਦਾ ਬੰਧਨ, ਬਾਂਝਪਨ ਦਾ ਬੰਧਨ, ਕਿਸੇ ਤਰ੍ਹਾਂ ਦਾ ਬੰਧਨ ਤੁਹਾਡੀ ਜ਼ਿੰਦਗੀ 'ਚ ਨਹੀਂ ਰਹੇਗਾ। ਕਿਉਂਕਿ ਲਿਖਿਆ, ਸੰਤ ਪੌਲਸ ਨੇ ਕਿਹਾ, ਹੁਣ ਜਿਹੜੇ ਮਸੀਹ ਯਿਸੂ ਵਿੱਚ ਹਨ ਉਹਨਾਂ ਤੇ ਕੋਈ ਵੀ ਸਜ਼ਾ ਦਾ ਹੁਕਮ ਨਹੀਂ ਆ। ਯਿਸੂ ਮਸੀਹ ਨਾਸ਼ ਹੋਣ ਵਾਲਿਆਂ ਨੂੰ ਬਚਾਉਣ ਲਈ ਆਇਆ, ਪਰ ਜਿੰਨੇ ਯਿਸੂ ਮਸੀਹ ਕੋਲ ਆ ਜਾਂਦੇ ਆ ਮੇਰੇ ਉਹ ਜ਼ਿੰਦਗੀ ਦਾ ਆਰਾਮ ਪਾਉਂਦੇ ਆ, ਜ਼ਿੰਦਗੀ ਦਾ ਆਨੰਦ ਪਾਉਂਦੇ ਆ, ਤੇ ਮੇਰੇ ਜ਼ਿੰਦਗੀ ਦੀ ਖੁਸ਼ੀ ਪਾਉਂਦੇ ਆ, ਤੇ ਪਰਮੇਸ਼ਰ ਨਾਲ ਮਿਲੇ ਰਹਿੰਦੇ ਆ। ਪੁਰਾਣੀ ਇਨਸਾਨੀਅਤ ਨੂੰ ਪੁਰਾਣੇ ਫਟੇ ਹੋਏ ਕੱਪੜੇ ਵਾਂਗ ਲਾ ਕੇ ਸੁੱਟ ਦਿਓ, ਘਰ 'ਚ ਨਾ ਰੱਖੋ। ਮੇਰੇ ਨਵੀਂ ਇਨਸਾਨੀਅਤ ਨੂੰ ਆਪਣੀ ਜ਼ਿੰਦਗੀ 'ਚ ਪਹਿਨ ਲਵੋ, ਤੇ ਨਵੀਂ ਇਨਸਾਨੀਅਤ ਨੂੰ ਰੋਜ਼ ਚੈੱਕ ਕਰੋ ਬਾਈਬਲ ਦੇ ਨਾਲ, ਰੋਜ਼ ਨਾਪੋ, ਤੋਲੋ, ਮਿਣੋ ਬਾਈਬਲ ਦੇ ਵਚਨਾਂ ਦੇ ਨਾਲ। ਮੈਂ ਆਪਣੇ ਸੁਭਾਅ ਨੂੰ, ਸੋਚਾਂ ਨੂੰ, ਖਿਆਲਾਂ ਨੂੰ ਬਾਈਬਲ ਦੇ ਵਚਨਾਂ ਨਾਲ ਨਾਪੋ, ਤੋਲੋ ਤੇ ਮਿਣ ਲਵੋ। ਜਦੋਂ ਤੁਸੀਂ ਇਹ ਜ਼ਿੰਮੇਵਾਰੀ ਨਿਭਾਉਣੀ ਸ਼ੁਰੂ ਕਰ ਦਿੱਤੀ, ਤੁਸੀਂ ਆਪਣੀ ਜ਼ਿੰਦਗੀ 'ਚ ਕਦੀ ਧੋਖਾ ਨਹੀਂ ਖਾਓਗੇ, ਬਲਕਿ ਸਫਲ ਹੁੰਦੇ ਜਾਓਗੇ। ਇਹਨੇ ਵਚਨਾਂ ਦੇ ਨਾਲ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਬਰਕਤ, ਸਾਰਿਆਂ ਨੂੰ ਆਸ਼ੀਸ਼ ਦੇਵੇ।